ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। हाँ जी, पंजाब मेल USA TV चैनल के प्यारे दर्शकों, निੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰੇ ਨਾਲ ਤਸ਼ਰੀਫ ਫਰਮਾਨ ਨੇ ਸੰਜੀਵ ਜਸ਼ ਖੰਨਾ ਜੀ, ਔਰ ਹਮੇਸ਼ਾ ਮੇਰੇ ਨਾਲ ਇਹ ਸਾਥ ਦਿੰਦੇ ਨੇ ਇਸ ਪ੍ਰੋਗਰਾਮ ਵਿੱਚ। ਔਰ ਅਸੀਂ ਤੁਹਾਨੂੰ ਪਤਾ ਹੈ ਕਿ ਉਹਨਾਂ ਮੁੱਦਿਆਂ ਨੂੰ ਛੂਹਦੇ ਹਾਂ, ਉਹਨਾਂ ਮੁੱਦਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਹੜੇ ਪੰਜਾਬ ਵਿੱਚ ਰੀਸੈਂਟਲੀ ਵਾਪਰਦੇ ਆ। ਔਰ ਨਾ ਕੇਵਲ ਪੰਜਾਬ 'ਚ ਅਸੀਂ ਗੱਲ ਕਰਦੇ ਹਾਂ, ਸਗੋਂ ਦੂਰ ਦਰਾਡੇ ਨਾਲ ਦੇ ਗੁਆਂਢੀ ਪ੍ਰਦੇਸ਼ ਵਿੱਚ ਤੇ ਨਾਲ ਲੱਗਦੇ ਬਾਹਰਲੇ ਦੇਸ਼ਾਂ ਵਿੱਚ ਵੀ ਅੱਜ ਤੁਹਾਨੂੰ ਸੈਰ ਕਰਾਵਾਂਗੇ। ਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ, ਉਹ ਮੁੱਦਾ ਸ਼ੁਰੂ ਕੀਤਾ ਜਾਵੇ ਜਿਹੜਾ ਮੁੱਦਾ ਹੁਣੇ ਭਖਿਆ ਵੀ ਹੈ। ਪਰ ਉਦੋਂ ਪਹਿਲਾਂ ਜੇ ਆਪਾਂ ਆਪਣੇ ਦਰਸ਼ਕਾਂ ਨੂੰ, ਅੱਜ ਬੜਾ ਸ਼ੁਭ ਦਿਹਾੜਾ ਹੈ ਦੁਸ਼ਹਿਰਾ, ਔਰ ਉਹਦੀ ਜੇ ਅਸੀਂ ਸ਼ੁਭ ਕਾਮਨਾਵਾਂ ਔਰ ਮੁਬਾਰਕਬਾਦ ਦੇ ਦਈਏ ਤਾਂ ਬੜੀ ਵੱਡੀ ਗੱਲ ਹੈ, ਕਿਉਂਕਿ ਅੱਜ ਪੂਰੇ ਭਾਰਤ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਇਹ ਤਿਉਹਾਰ ਮਨਾਇਆ ਜਾਂਦਾ, ਜਿਸ 'ਚ ਬੱਚੇ ਵੀ ਆ, ਬੁੱਢੇ ਵੀ ਆ, ਔਰਤਾਂ ਵੀ ਆ, ਸਾਰੇ ਹੁਮ-ਹੁਮਾ ਕੇ ਪਹੁੰਚੇ ਨੇ, ਜਿਹਨੂੰ ਇਹ ਕਹਿੰਦੇ ਨੇ ਕਿ ਅੱਜ ਸੱਚ ਦੀ ਝੂਠ 'ਤੇ ਜਿੱਤ ਹੈ, ਜਿਸ 'ਚ ਅਧਰਮ ਤੇ ਜਿੱਤ ਹੈ। ਔਰ ਇਸੇ ਤਰ੍ਹਾਂ ਇਸ ਮਨਸ਼ੇ ਨੂੰ ਲੈ ਕੇ ਲੋਕ ਇਸ ਤਿਉਹਾਰ ਨੂੰ ਮਨਾਉਂਦੇ ਆ, ਮਠਿਆਈਆਂ ਖਾਂਦੇ ਆ ਔਰ ਆਤਿਸ਼ਬਾਜ਼ੀ ਚਲਾਉਂਦੇ ਆ, ਬੜੀ ਖੁਸ਼ੀ ਮਨਾਉਂਦੇ ਆ। ਪੂਰੇ ਭਾਰਤ ਵਿੱਚ ਵੀ ਆ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਆ। ਔਰ ਮੇਰਾ ਖਿਆਲ ਹੈ ਕਿ ਅਸੀਂ ਥੋੜ੍ਹਾ ਬਹੁਤ ਇਹਦੇ ਬਾਰੇ ਵੀ ਜ਼ਿਕਰ ਕਰਾਂਗੇ ਤੇ ਨਾਲ ਦੇ ਲੱਗਦੇ ਮੁੱਦਿਆਂ 'ਤੇ ਜ਼ਿਕਰ ਮੈਂ ਜ਼ਰੂਰ ਕਰਾਂਗਾ, ਕਿਉਂਕਿ ਦੁਸ਼ਹਿਰਾ ਤੁਸੀਂ ਖਾਲੀ ਹੱਥ ਆਏ ਹੋ, ਕੋਈ ਜਲੇਬੀਆਂ ਲੈ ਆਉਂਦੇ ਸਾਡੇ ਵਾਸਤੇ ਗਰਮ ਗਰਮ, ਅਸੀਂ ਵੀ ਖਾ ਲੈਂਦੇ। ਮੇਰਾ ਗਲਾ ਬੈਠਿਆ ਹੋਇਆ, ਗਲਾ ਵੀ ਖੜਾ ਹੋ ਜਾਂਦਾ ਜਲੇਬੀਆਂ ਖਾ ਕੇ। ਕੀ ਖਿਆਲ ਹੈ? ਨਾ, ਗੱਲ ਠੀਕ ਹੈ। ਕਹਿੰਦੇ ਕਿ ਜਲੇਬੀ ਖਾਣ ਨਾਲ ਜਦੋਂ ਵਿੱਚ ਕੋਸੇ ਦੁੱਧ ਵਿੱਚ ਜਲੇਬੀ ਪਾ ਕੇ ਆਪਾਂ ਖਾਂਦੇ ਹਾਂ ਨਾ, ਤੇ ਗਲਾ ਬਿਲਕੁਲ ਤਰ ਹੋ ਜਾਂਦਾ। ਬਿਲਕੁਲ ਸਹੀ। ਔਰ ਜਲੇਬੀ ਜਿਹੜੀ ਆਪਾਂ ਖਾਂਦੇ, ਕਿਉਂਕਿ ਜੇ ਆਪਾਂ ਸਰੋਤਿਆਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਬੈਠੇ ਹਾਂ, ਆਪਾਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਸ਼ਾਮ ਨੂੰ ਆਪਾਂ ਜਦੋਂ ਕਿਸੇ ਹਲਵਾਈ ਦੇ ਦੁਕਾਨ 'ਤੇ ਜਾਵਾਂਗੇ, ਹੱਟੀ 'ਤੇ ਜਾਵਾਂਗੇ, ਉੱਥੇ ਜਲੇਬੀਆਂ ਜਿਹੜੀਆਂ ਗਰਮ ਗਰਮ ਖਾਵਾਂਗੇ ਤੇ ਸਾਰੇ ਦਰਸ਼ਕਾਂ ਨਾਲ ਸਾਂਝ ਪਾਵਾਂਗੇ, ਦੁਸ਼ਹਿਰੇ ਦੀ ਮੂੰਹ ਮਿੱਠਾ ਕਰਾਵਾਂਗੇ ਸਾਰਿਆਂ ਦਾ, ਗੱਲਾਂ ਨਾਲ ਨਹੀਂ, ਸਿਰਫ ਤੇ ਸਿਰਫ ਵਾਰਕ ਤੌਰ ਤੇ ਖਰੀਦ ਕੇ ਖਾਵਾਂਗੇ ਜੀ। ਹਾਂ, ਕਿਉਂਕਿ ਫ੍ਰੀਜ ਕਿਸੇ ਨੇ ਦੇਣੀਆਂ ਨਹੀਂ। ਬਿਲਕੁਲ। ਹਾਂ, ਚਲੋ ਅੱਗੇ ਵੱਧਦੇ ਆਪਾਂ, ਕਿਉਂਕਿ ਫ੍ਰੀਜ ਇਦਾਂ ਨਹੀਂ ਦੇਣੀਆਂ, ਕਿਉਂਕਿ ਫ੍ਰੀ ਬੀਜ਼ ਪੋਲਿਟਿਕਸ, ਮੁਫਤ ਦੀਆਂ ਸੇਵਾਵਾਂ ਦੇਵਾਂਗੇ ਤੁਹਾਨੂੰ, ਆਹ ਦੇਵਾਂਗੇ, ਉਹ ਦੇਵਾਂਗੇ ਜੀ। ਸੋ ਇਹਦੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ। ਦੱਸੋ, ਇਹ ਜਿਹੜਾ ਫ੍ਰੀ ਬੀਜ਼ ਪੋਲਿਟਿਕਸ ਤੁਸੀਂ ਖੇਡਦੇ ਹੋ, ਮੈਨੀਫੈਸਟੋ ਦੇ ਵਿੱਚ ਤੁਸੀਂ ਇਹ ਚੀਜ਼ਾਂ ਦਾ ਜ਼ਿਕਰ ਕਰਦੇ ਹੋ ਕਿ ਤੁਹਾਨੂੰ ਆਹ ਦੇਵਾਂਗੇ, ਇਲੈਕਸ਼ਨ ਜਿੱਤਣ ਤੋਂ ਬਾਅਦ, ਪਾਵਰ 'ਚ ਆਉਣ ਤੋਂ ਬਾਅਦ ਤੁਹਾਨੂੰ ਆਹ ਦੇਵਾਂਗੇ, ਉਸ ਬਾਰੇ ਦੱਸੋ। ਇਹ ਕੋਰਟਾਂ ਨੇ ਮੰਗ ਲਈ ਹੈ ਇਹਨਾਂ ਕੋਲੋਂ ਸਾਰੀ ਰਿਪੋਰਟ। ਹੁਣ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਜਾ ਕੇ ਸਫਾਈ ਦੇਣੀ ਪੈਣੀ ਹੈ। ਹੱਥ ਤਾਂ ਸਾਰਿਆਂ ਨੇ ਖੜੇ ਕਰ ਦਿੱਤੇ ਨੇ, ਕਿਉਂਕਿ ਝੂਠ ਬੋਲਣ 'ਚ ਸਾਰੇ ਮਾਹਿਰ ਨੇ ਔਰ ਚੰਗਾ ਤਗੜਾ ਝੂਠ ਬੋਲਦੇ ਨੇ ਤੇ ਗੱਲਾਂ ਦੀਆਂ ਜਲੇਬੀਆਂ ਖਵਾਉਂਦੇ ਨੇ, ਸੱਚਮੁੱਚ ਦੀਆਂ ਨਹੀਂ ਖਵਾਉਂਦੇ। ਸੋ ਉਸ ਤੋਂ ਬਾਅਦ ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਬਹਿ ਜਾਂਦੇ ਨੇ ਆਰਾਮ ਨਾਲ ਤੇ ਕਿਸੇ ਨੂੰ ਕੋਈ ਫਾਇਦਾ ਨਹੀਂ ਦਿੰਦੇ। ਹੁਣ ਪੁੱਛਦੀਆਂ ਪਈਆਂ ਕੋਰਟਾਂ ਕਿ ਦੱਸੋ ਬਾਈ, ਹੁਣ ਜਿਹੜਾ ਆਹ ਤੁਸੀਂ ਨਵੇਂ ਕੰਮ ਕਰਦੇ ਹੋ, ਝੂਠ ਬੋਲਦੇ ਹੋ, ਇਹਦਾ ਕੀ ਇਲਾਜ ਹੈ? ਕਿਉਂ ਨਾ ਤੁਹਾਡੀ ਪੁੱਛਗਿੱਛ ਕੀਤੀ ਜਾਏ। ਹਾਂ, ਇਹ ਹੁਣੇ ਪਤਾ ਲੱਗਾ, ਇਹ ਤਾਜ਼ਾ ਖਬਰ ਹੈ ਕਿ ਪਾਰਟੀਆਂ ਨੇ ਜੋ ਕੁਝ ਕਰਦੀਆਂ ਨੇ ਚੋਣ ਤੋਂ ਪਹਿਲਾਂ ਫੋਕੇ ਵਾਅਦੇ ਕਰਦੀਆਂ, ਔਰ ਵਾਅਦਿਆਂ ਦੇ ਨਾਲ ਜੋ ਕੁਝ ਉਹ ਪੂਰੇ ਤੇ ਨਿਭਦੇ ਨਹੀਂ ਗੇ, ਔਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਫੋਕੀਆਂ ਸਹੂਲਤਾਂ ਵੀ ਦੇਣ ਦੀ ਜਿਹੜਾ ਮਨਸ਼ਾ ਕਰ ਦਿੰਦੇ। ਹਾਂਜੀ, ਬਿਲਕੁਲ। ਔਰ ਇਹਦੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਇਹਨੂੰ ਸੰਵਿਧਾਨਕ ਤੌਰ 'ਤੇ ਜਿੱਤੇ ਲੀਗਲੀ ਗੱਲ ਅਸੀਂ ਰੱਖਾਂਗੇ, ਇਹਨੂੰ ਬਾਕਾਇਦਾ ਤੌਰ 'ਤੇ ਕਾਨੂੰਨ ਦੇ ਅੰਦਰ ਰੱਖਿਆ ਜਾਊਗਾ। ਇਹ ਨਹੀਂ ਕਿ ਜੋ ਬੋਲਤਾ ਬੋਲਿਆ ਜਾਊਗਾ, ਜੋ ਕਹਿਤਾ ਕਹਿਤਾ। ਪਰ ਉਹਦੇ ਨਾਲ ਹੁਣ ਇਹਨਾਂ ਨੇ ਸਿੱਧਾ ਹੀ ਪੁੱਛ ਲਿਆ, 19 ਤਰੀਕ ਤੱਕ ਹਰ ਪਾਰਟੀ ਨੂੰ, ਜਿਹੜੀ ਪਾਰਟੀ ਮੌਜੂਦਾ ਹੈਗੀ ਆ, ਜਿਹੜੀ ਪਾਰਟੀ ਇਸ ਵੇਲੇ ਸਿਆਸਤ ਵਿੱਚ ਸ਼ਾਮਲ ਆ, ਉਹਨਾਂ ਨੂੰ ਇਹਨੇ ਕਹਿ ਦਿੱਤਾ ਕਿ ਜੋ ਤੁਹਾਡੇ ਮੁੱਦੇ ਨੇ, ਜੋ ਤੁਹਾਡੇ ਮਨਸ਼ਾ ਵਾ, ਜੋ ਤੁਸੀਂ ਕਹਿ ਚੁੱਕੇ ਜੋ ਤੁਸੀਂ ਕਹਿਣਾ ਚਾਹੁੰਦੇ ਜੋ, ਉਹ ਸਾਰਾ ਕੁਝ ਜਿਹੜੀਆਂ ਸਹੂਲਤਾਂ ਵੰਡਦੇ ਜੇ, ਉਹ ਸਾਰਾ ਕੁਝ ਕਾਨੂੰਨ ਦੇ ਅੰਦਰ ਰਹੇਗਾ। ਤੇ ਤੁਸੀਂ ਉਹਨੂੰ ਪਹਿਲਾਂ ਦੱਸੋਗੇ ਕਿ ਟੈਕਸ ਕਿਉਂ ਲੱਗਦੇ ਰਹੇ ਆ, ਔਰ ਜਿਹਦੇ ਵਿੱਚ ਸਬਸਿਡੀਆਂ ਕਿਉਂ ਦੇ ਰਹੇ ਜੇ, ਔਰ ਉਹਦੇ ਪਿੱਛੇ ਕੀ ਬੈਕਗਰਾਉਂਡ ਆ, ਔਰ ਪਹਿਲਾਂ ਉਹਦਾ ਭੂਮਿਕਾ ਦੇਣੀ ਪਊਗੀ ਤਾਂ ਦਿੱਤਾ ਜਾਊਗਾ। ਇਹ ਨਹੀਂ ਕਿ ਝੂਠੇ ਨਾਅਰੇ ਦੇ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰੋਗੇ। ਇਹ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਇਹ ਖਾਸ ਤੌਰ 'ਤੇ ਕਾਨੂੰਨ ਦੀ ਵਿਵਸਥਾ 'ਚ ਲਿਆਂਦਾ ਗਿਆ। ਔਰ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਹੁਣ ਜਿਹੜੇ ਅੱਗੇ ਜਵਾਬ ਕੀ ਦਿੰਦੇ ਆ, ਜਿਹਦੇ ਵਿੱਚ ਸਾਡੀ ਮੌਜੂਦਾ ਸਰਕਾਰ ਤਾਂ ਵੈਸੇ ਹੀ ਸਿੱਧੇ ਦੀ ਸਿੱਧੀ ਗੱਲ ਹੈ ਕਿ ਜੋ ਇਹਨਾਂ ਨੇ ਮੈਨੀਫੈਸਟੋ ਦਿੱਤਾ ਵਾ, ਬਾਕੀ ਪਾਰਟੀਆਂ ਤਾਂ ਕਹਿ ਕੇ ਚੁੱਪ ਹੋ ਗਈਆਂ ਜਾਂ ਮੁੱਕਰ ਗਈਆਂ ਜਾਂ ਰਾਜ ਕਰ ਗਈਆਂ, ਇਹ ਇਸ ਵੇਲੇ ਕਰ ਰਹੀ ਹੈ ਪੰਜਾਬ 'ਚ। ਬਿਲਕੁਲ ਸਹੀ ਗੱਲ ਹੈ। ਸਿੱਧਾ ਜਵਾਬ ਦੇਣਾ ਪਊਗਾ ਪਾਰਟੀ ਨੂੰ, ਭਗਵੰਤ ਮਾਨ ਦੀ ਸਰਕਾਰ ਨੂੰ, ਕਿ ਅਸੀਂ ਕੀ ਕਰ ਰਹੇ ਹਾਂ, ਕੀ ਕਰਨ ਦਾ ਲੋਕਾਂ ਨਾਲ ਵਾਅਦੇ ਕੀਤੇ ਆ ਤੇ ਕਿਉਂ ਕੀਤੇ ਆ, ਔਰ ਸਾਡੇ ਕੋਲ ਖਜ਼ਾਨਾ ਇਹ ਵਿੱਚ ਇਜਾਜ਼ਤ ਦਿੰਦਾ। ਉਹਨਾਂ ਇਹ ਵੀ ਕਿਹਾ ਕਿ
ਕਿ ਜਦੋਂ ਤੁਸੀਂ ਇੰਨੇ ਵਾਅਦੇ ਕਰਦੇ ਜੇ ਤੁਹਾਨੂੰ ਪਤਾ ਹੈਗਾ ਕਿ ਤੁਹਾਡੀ ਜਿਹੜੀ ਸਮਰੱਥਾ ਵਾ ਇਹ ਕੰਮ ਕਰਨ ਦੇ ਯੋਗ ਹੈਗੀ ਹੈ, ਜਦੋਂ ਤੁਸੀਂ ਕਹੋਗੇ ਨਾ ਕਿ ਮੈਂ ਉਸ TC ਤੇ ਜਾ ਕੇ ਚੜ੍ਹ ਕੇ ਤੇ ਉੱਥੋਂ ਉਤਰ ਕੇ ਥੱਲੇ ਆ ਜਾਊਗਾ, ਪਹਿਲਾਂ ਤੁਹਾਨੂੰ ਆਪਣੇ ਸਰੀਰ ਨੂੰ ਵੇਖਣਾ ਪਊਗਾ ਕਿ ਤੁਹਾਡੇ ਸਰੀਰ ਦੀ ਸਮਰੱਥਾ ਹੈ ਉੱਥੋਂ ਤੱਕ ਸਾਹ ਲੈਣ ਦੀ, ਹੈ ਤੁਹਾਡਾ ਦਮ ਉਹਨਾਂ ਹੈਗਾ ਕਿ ਤੁਸੀਂ ਸਿੱਧਾ ਕਹਿ ਦਿਓ ਕਿ ਉਹ TC ਦਾ ਬੇਰ ਮੈਂ ਆਪਣੇ ਆਪ ਤੋੜ ਲਿਆਉਂਗਾ, ਅਸਮਾਨ ਦੇ ਤਾਰੇ ਮੈਂ ਉੱਥੋਂ ਤੋੜ ਸਕਦਾ, ਬਿਲਕੁਲ ਸਹੀ ਗੱਲ ਹੈ, ਉੱਥੇ ਮੈਂ ਜਾ ਕੇ ਸਰੋਂ ਵੀ ਬੀਜ ਸਕਦਾ। ਉਹ ਗੱਲਾਂ ਨਾਲ ਨਹੀਂ ਕੁਛ ਹੁੰਦਾ, ਪ੍ਰੈਕਟੀਕਲੀ ਹੁੰਦੀ ਹੈ। ਸਾਰੇ ਤਦੇ ਕਹਿੰਦੇ ਆ ਨਾ ਕਿ ਜਲਦੀ ਹੱਥੀਂ ਵਣਜ ਸਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓ ਤੇਤੀ, ਇਹ ਹੱਥਾਂ ਨਾਲ ਹੀ ਹੁੰਦਾ ਕੰਮ, ਐਵੇਂ ਗੱਲਾਂ ਨਾਲ ਘੱਟ ਹੁੰਦਾ। ਦੇਖੋ ਗੱਲ ਇਹ ਹੈ ਕਿ ਇਹ ਸ਼ੁਰੂ ਤੋਂ ਹੀ ਰਿਹਾ ਔਰ ਪੂਰੀ ਦੁਨੀਆ ਦਾ ਹਾਲ ਦੇਖ ਲਓ, ਦੁਨੀਆ ਦੇ ਹਰ ਕੋਨੇ ਦੇ ਵਿੱਚ ਪੋਲੀਟੀਸ਼ੀਅਨਸ ਇੱਕੋ ਤਰ੍ਹਾਂ ਦੇ ਹੁੰਦੇ ਨੇ, ਸਹੀ ਗੱਲ, ਝੂਠ ਬੋਲਣ 'ਚ ਮਾਹਿਰ ਹੁੰਦੇ ਨੇ, ਹਾਂ, ਜਨਤਾ ਨੂੰ ਘੁਮਾਉਣ ਦੇ ਵਿੱਚ ਮਾਹਿਰ ਹੁੰਦੇ ਨੇ, ਕਿਉਂਕਿ ਇਹੀ ਉਹਨਾਂ ਦੀ ਸਿਆਸਤ ਦਾ ਆਧਾਰ ਹੁੰਦਾ ਜੀ। ਸੋ ਸਾਡੇ ਮੁਲਕ ਦੇ ਵਿੱਚ ਵੀ ਉਹੀ ਕੁਝ ਚੱਲਦਾ ਕਿ ਵੱਡੇ ਵੱਡੇ ਮੈਨੀਫੈਸਟੋ, ਵੱਡੀਆਂ ਉਹਦੇ ਵਿੱਚ ਕੀ ਕਹਿ ਸਕਦੇ ਆ, ਲਾਲਚ ਦੀਆਂ ਗੱਲਾਂ ਕੀਤੀਆਂ ਜਾਣਗੀਆਂ, ਤੁਹਾਨੂੰ ਆਹ ਦੇ ਦਾਂਗੇ, ਤੁਹਾਨੂੰ ਪੋਟਲੀਆਂ ਬੰਨੀ ਜਾਂਦੀਆਂ, ਪੰਡਾਂ ਬੰਨੀ ਜਾਂਦੀਆਂ ਉਹਦੇ 'ਚ। ਈਵਨ ਰਿਸ਼ੀ ਸੁਨਕ ਸਾਹਿਬ ਨੇ ਵੀ ਜਦੋਂ ਬ੍ਰਿਟੇਨ ਦੇ ਵਿੱਚ ਪ੍ਰਾਈਮ ਮਿਨਿਸਟਰਸ਼ਿਪ ਦੀ ਦੌੜ ਦੇ ਵਿੱਚ ਸ਼ਾਮਿਲ ਨੇ, ਉਹ ਆਮ ਆਦਮੀ ਪਾਰਟੀ ਵਕਨ ਉਹਨਾਂ ਨੇ ਵੀ ਉੱਥੇ ਕਹਿ ਦਿੱਤਾ ਕਿ ਬਿਜਲੀ ਮੁਫਤ, ਉਹ ਪਾਸਾ ਪੁੱਠਾ ਪੈ ਗਿਆ ਕਿਉਂਕਿ ਉਹਨਾਂ ਨੂੰ ਉਹ ਗੱਲ ਪਸੰਦ ਨਹੀਂ ਆਉਂਦੀ, ਕਿਉਂਕਿ ਹਰ ਇੱਕ ਬੰਦਾ ਜਾਣਦਾ ਕਿ ਜਿਹੜੀ ਚੀਜ਼ ਮੁਫਤ ਮਿਲੇਗੀ ਉਹਦਾ ਪੈਸਾ ਕਿਤੋਂ ਨਾ ਕਿਤੋਂ ਦਾ ਅਰੇਂਜਮੈਂਟ ਕਰਨੀ ਪਏਗੀ। ਦੇयर इज नो ਫ੍ਰੀ ਲੰਚ, ਸਭ ਜਾਣਦੇ ਨੇ। ਸੋ ਜੇ ਤੁਸੀਂ ਬਿਜਲੀ ਮੁਫਤ ਦਿੰਦੇ ਹੋ ਤਾਂ ਬਾਕੀ ਥਾਂ ਦੇ ਉੱਤੋਂ ਤੁਸੀਂ ਟੈਕਸ ਵਧਾਓਗੇ, ਕੀਮਤਾਂ ਵਧਾਓਗੇ, ਉਹ ਪੈਸਾ ਉੱਥੋਂ ਵਸੂਲ ਕਰੋਗੇ। ਸੋ ਇਹ ਜਿਹੜੀਆਂ ਗੱਲਾਂ ਨੇ, ਇੱਕ ਪਿੱਛੇ ਜੇ ਵੀ ਗੱਲ ਚੱਲਦੀ ਸੀ ਕਿਉਂ ਨਾ ਜਿਹੜਾ ਤੁਹਾਡਾ ਮੈਨੀਫੈਸਟੋ ਹੈ ਉਹਨੂੰ ਲੀਗਲ ਡਾਕੂਮੈਂਟ ਘੋਸ਼ਿਤ ਕਰ ਦਿੱਤਾ ਜਾਵੇ। ਮੈਂ ਉਹੀ ਗੱਲ ਕੀਤੀ ਹੈਗੀ, ਕਹਿ ਰਹੇ ਸੀ ਕਿ ਮੈਨੀਫੈਸਟੋ ਨੂੰ ਜਿਹੜਾ ਇਨਕਲੂਡ ਕਰਾਂਗੇ ਇਹਨੂੰ ਲੀਗਲ ਤੌਰ ਤੇ ਬਣਾ ਕੇ ਡਾਕੂਮੈਂਟ ਦੇ ਤੌਰ ਤੇ, ਤਾਂ ਦੇ ਇਹ ਅੱਗੇ ਜਾ ਕੇ ਭਾਸ਼ਣ ਪ੍ਰਤੀਯੋਗਤਾ ਜਾਂ ਭਾਸ਼ਣ ਦੇ ਵਿੱਚ ਭਾਗ ਲੈ ਸਕਦੇ, ਨਹੀਂ ਤੇ ਝੂਠੇ ਵਾਅਦੇ ਨਹੀਂ ਕਰਨਗੇ ਲੋਕਾਂ ਨਾਲ। ਇਹ ਥੋਥੇ ਵਾਅਦੇ ਕਹਿ ਸਕਦੇ ਜਾਂ ਇਹਨਾਂ ਨੂੰ ਝੂਠੇ ਵਾਅਦੇ ਕਹਿੰਦੇ, ਨਿਰਾਧਾਰ ਗੱਲਾਂ ਨੇ, ਤਦ ਇਹਨਾਂ ਨੂੰ ਰੋਕਿਆ ਗਿਆ। ਬਿਲਕੁਲ ਸਹੀ ਗੱਲ ਹੈ। ਔਰ ਦੇਖੋ ਦੇਰ ਸਵੇਰ ਗੱਲਾਂ ਦੇ ਸਾਰੀਆਂ ਸਮਝ ਆ ਹੀ ਜਾਂਦੀਆਂ ਨੇ। ਅੱਜ ਕੱਲ੍ਹ ਤੇ ਪਬਲਿਕ ਇੰਨੀ ਤੇਜ਼ ਹੋ ਚੁੱਕੀ ਹੈ ਕਿ ਪਬਲਿਕ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਜੋ ਇਹ ਵਾਅਦੇ ਕਰ ਰਹੇ ਨੇ ਇਹਨਾਂ ਨੇ ਮੁੱਕਰਨਾ ਹੀ ਮੁੱਕਰਨਾ ਹੈ, ਲਾਲਚ ਦਿੰਦੇ ਪਏ ਨੇ। ਔਰ ਵੈਸੇ ਵੀ ਦੇਖੋ ਕਿੰਨਾ ਵੱਡਾ ਬੋਝ ਪੈਣਾ ਖਜ਼ਾਨੇ ਦੇ ਉੱਤੇ। ਉਹਨੇ ਥਾਂ ਤੇ ਗੁਜਰਾਤ ਦੇ ਵਿੱਚ ਜਾ ਕੇ ਹੁਣ ਗਏ ਨੇ, ਗੁਜਰਾਤ ਦੇ ਵਿੱਚ ਜਾ ਕੇ ਕਹਿੰਦੇ ਪਏ ਨੇ ਕਿ ਉੱਥੇ ਇੰਨੇ ਲੱਖ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਇਆ, ਅੱਗੇ ਸਰਦੀਆਂ ਦਾ ਮੌਸਮ ਆਉਣਾ, ਹੋਰ ਜ਼ਿਆਦਾ ਜ਼ੀਰੋ ਬਿਜਲੀ ਦੇ ਬਿੱਲ ਆਉਣਗੇ, ਅਸੀਂ ਲੋਕਾਂ ਨੂੰ ਫਾਇਦਾ ਦਿੰਦੇ ਪਏ ਹਾਂ। ਲੇਕਿਨ ਸਟੇਟ ਐਕਸਚੈਕਰ ਨੂੰ ਜੋ ਘਾਟਾ ਪੈਂਦਾ ਪਿਆ, ਇਸ ਦੀ ਬਜਾਏ ਇਹ ਸੀ ਕਿ ਜਿੱਥੇ ਵਾਕਈ ਗਰੀਬ ਤਬਕਾ ਹੈ ਉਹਨਾਂ ਨੂੰ ਫੈਸਿਲਿਟੀ ਦਿਓ, ਜਿਹੜੇ ਅਫੋਰਡ ਕਰ ਸਕਦੇ ਨੇ ਉਹਨਾਂ ਨੂੰ ਫੈਸਿਲਿਟੀ ਦੇਣ ਦੀ ਕੀ ਲੋੜ ਹੈ, ਉਹਦਾ ਅਫੋਰਡ ਕਰ ਸਕਦੇ ਨੇ। ਔਰ ਲੋਕੀ ਵੀ ਬੜੇ ਚਲਾਕ ਨੇ, 2-2 ਮੀਟਰ ਲਗਵਾਉਣ ਵਾਸਤੇ ਐਪਲੀਕੇਸ਼ਨਸ ਦੇ ਦਿੱਤੀਆਂ ਨੇ ਤਾਂ ਕਿ 300 ਯੂਨਿਟ ਤੋਂ 1 ਮੀਟਰ ਦੇ ਉੱਤੇ ਵਧੇ ਹੀ ਨਾ ਮਹੀਨੇ ਦਾ ਯੂਨਿਟ, ਕਿਉਂਕਿ 2 ਮੀਟਰ ਹੋ ਜਾਣਗੇ ਉਹ ਵੰਡੀ ਜਾਏਗੀ। ਸ਼ਾਰਟੇਜ ਆ ਗਈ ਹੈ ਹੁਣ, ਮੀਟਰ ਦੇਣੇ ਉਹਨਾਂ ਨੇ ਤਾਂ 3-3 ਮਹੀਨੇ ਤੱਕ ਜਿਹਦੇ ਵੀ ਕਨੈਕਸ਼ਨ ਉਹਨਾਂ ਨੂੰ ਕਨੈਕਸ਼ਨ ਨਹੀਂ ਦੇ ਰਹੇ, ਜਿਹੜੇ ਨਾਰਮਲ ਜਿਨ੍ਹਾਂ ਲੈਣੇ ਆ, ਜਿਨ੍ਹਾਂ ਦੇ ਅੱਗੇ ਲੱਗੇ ਆ ਉਹਨਾਂ ਨੇ 2-2 3-3 ਮੀਟਰ ਲਵਾ ਲਏ ਆ। ਇਸੇ ਤਰ੍ਹਾਂ ਜਿਹੜੀਆਂ ਜਦੋਂ ਸਿਲੰਡਰ ਦਿੰਦੇ ਸੀਗੇ ਨਾ, ਉਹਦੇ 'ਚ ਜਿਹੜੀ ਕੁਕਿੰਗ ਗੈਸ ਹੈਗੀ ਆ ਘਰਾਂ 'ਚ, ਰਸੋਈ ਗੈਸ, ਇਹਦੇ 'ਚ ਵੀ ਸਬਸਿਡੀ ਮਿਲਦੀ ਸੀ। ਉਹਦੇ ਵਿੱਚ ਦੇਖੋ ਸਬਸਿਡੀ ਸ਼ਹਿਰਾਂ ਨੂੰ ਜਾਂਦੀ, ਜਿਹੜੇ ਕਰੀਮ ਲੇਅਰ ਦੇ ਲੋਕ ਆ, ਜਿਹੜੇ ਬਾਦਸ਼ਾਹ ਲੋਕ ਨੇ, ਜਿਹੜੇ ਵੱਡੇ ਲੋਕ ਨੇ, ਜਿਹੜੇ ਅਫੋਰਡ ਕਰਦੇ ਆ, ਉਹਨਾਂ ਨੂੰ ਵੀ ਜਾਂਦੀ। ਪਰ ਕਈਆਂ ਨੇ ਕਹਿਤਾ ਵੀ ਅਸੀਂ ਫੈਸਿਲਿਟੀ ਨਹੀਂ ਲਾਵਾਂਗੇ ਕਿਉਂਕਿ ਉਹਨਾਂ 'ਚ ਉਹਨਾਂ ਦਾ ਆਧਾਰ ਨੰਬਰ ਤੇ ਉਹਨਾਂ ਦਾ ਜਿਹੜਾ ਬੈਂਕ ਦਾ ਨੰਬਰ ਸੀਗਾ, ਉਹ ਅਕਾਊਂਟ ਨੰਬਰ ਲਏ ਸੀ ਉਹਨਾਂ ਨੇ। ਪਰ ਉਦੋਂ ਬਾਅਦ ਇਹ ਮੋਦੀ ਸਰਕਾਰ ਜੀ ਦੇ ਉਸ ਸਮੇਂ ਦੀ ਗੱਲ, ਉਹ ਕਰਕੇ ਉਦੋਂ ਤਾਂ ਦਿੰਦੇ ਰਹੇ ਉਹਨਾਂ ਨੂੰ। ਉਦੋਂ ਬਾਅਦ ਐਸਾ ਕੰਮ ਹੋਇਆ, ਫਿਰ ਹੌਲੀ ਹੌਲੀ ਬੰਦ ਹੀ ਹੋ ਗਈ। ਪਰ ਜਿਨ੍ਹਾਂ ਨੂੰ ਨਹੀਂ ਲੋੜ, ਜਿੱਦਾਂ ਤੁਸੀਂ ਕਿਹਾ, ਜਿਨ੍ਹਾਂ ਨੂੰ ਨਹੀਂ ਲੋੜ, ਉਹਨਾਂ ਨੂੰ ਕਿਉਂ ਬਦੋ-ਬਦੀ ਦਿੰਦੇ ਜੀ? ਜਿਹੜੇ ਗਰੀਬ ਲੋਕ ਹੈਗੇ ਆ, ਜਿਨ੍ਹਾਂ ਨੂੰ ਚਾਹੀਦਾ ਸਿਲੰਡਰ, ਜਿਨ੍ਹਾਂ ਨੂੰ ਗੈਸ ਦਾ ਚੁੱਲ੍ਹਾ ਚਾਹੀਦਾ, ਉਹਨਾਂ ਨੂੰ ਇਹ ਸੁਵਿਧਾ ਦਿਓ। ਜਿਹੜੇ ਬੰਦਿਆਂ ਕੋਲ ਪੈਸਾ ਹੈਗਾ ਪਹਿਲਾਂ ਭਰੇ ਘਰ ਕਿਉਂ ਭਰ ਰਹੇ? ਗੱਲ ਇਹ ਹੈ ਨਾ, ਰੱਜਣ ਨੂੰ ਰਜਾਓ, ਬਸ ਉਹ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਨਾ ਤਾਂ ਭੁੱਖੇ ਨੂੰ ਭਜਾਓ, ਇੱਥੇ ਕਵਿਤਾ ਬਣ ਗਈ, ਰੱਜਣ ਨੂੰ ਰਜਾਓ, ਭੁੱਖੇ ਨੂੰ ਭਜਾਓ। ਭੁੱਖੇ ਨੂੰ ਤਾਂ ਭਜਾ ਦਿੰਦੇ ਵਿਚਾਰੇ ਨੂੰ, ਉਹਨੇ ਤੇਰੇ ਲਈ ਰੋਟੀ ਨਹੀਂ ਪਾਣੀ, ਆਹ ਬੰਦੇ ਲਈ। ਬਿਲਕੁਲ ਸਹੀ ਗੱਲ ਹੈ। ਸੋ ਇੱਥੇ ਇਹੀ ਹੋਣਾ ਚਾਹੀਦਾ ਕਿ ਜਿਹੜੇ ਹੁਣ ਦੇਖੋ ਨਾ, ਜਿੱਥੇ ਫੈਸਿਲਿਟੀਜ਼ ਮਿਲਣੀਆਂ ਨੇ, ਸਿਰਫ ਉੱਥੇ ਜ਼ਰੂਰਤਮੰਦ ਲੋਕਾਂ ਨੂੰ ਫੈਸਿਲਿਟੀ ਦੇਣੀ ਚਾਹੀਦੀ ਹੈ ਜਿਹਨਾਂ ਨੂੰ ਵਾਕਈ ਜ਼ਰੂਰਤ ਹੈ। ਅਦਰਵਾਈਜ਼ ਔਰ ਉਹਨਾਂ ਲੋਕਾਂ ਨੂੰ ਖੁਦ ਮਨਾ ਕਰ ਦੇਣਾ ਚਾਹੀਦਾ ਕਿ ਸਾਨੂੰ ਲੋੜ ਨਹੀਂ ਹੈਗੀ, ਅਸੀਂ ਅਫੋਰਡ ਕਰ ਸਕਦੇ ਹਾਂ। ਸੋ ਦੇਸ਼ ਨੂੰ ਖੜਾ ਕਰਨਾ ਤੇ ਦੇਸ਼ ਕਿਸੇ ਆਧਾਰ ਦੇ ਉੱਤੇ ਖੜਾ ਹੁੰਦਾ ਔਰ ਉਹ ਹੁੰਦਾ ਨੈਸ਼ਨਲ ਕਰੈਕਟਰ। ਸੋ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਉਹ ਵੀ ਚੋਣ ਕਮਿਸ਼ਨ ਪੁੱਛ ਲਵੇ ਕਿ ਨੈਸ਼ਨਲ ਕਰੈਕਟਰ ਤੁਹਾਡੇ ਮੈਨੀਫੈਸਟੋ ਦਾ ਹਿੱਸਾ ਕਿਉਂ ਨਹੀਂ ਹੁੰਦਾ। ਮੈਨੀਫੈਸਟੋ 'ਚ ਲਿਖੋ ਕਿ ਅਸੀਂ ਨੈਸ਼ਨਲ ਕਰੈਕਟਰ ਜ਼ਰੂਰ ਬਣਾਵਾਂਗੇ ਲੋਕਾਂ ਦਾ। ਸੋ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪਰੋਸਗੀ ਮਤਾ ਪਾਸ ਕਰਨ ਸਮੇਂ ਆਪ ਦੇ ਵਿਧਾਇਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ। ਇਹ 92 ਦੀ ਥਾਂ 93 ਵੋਟਾਂ ਹੋ ਗਈਆਂ। ਇਹ ਬੜੀ ਹਾਸੋਣੀ ਗੱਲ ਹੋ ਗਈ ਆ। ਇੱਕ ਬੰਦਾ ਕਿੱਥੋਂ ਆ ਗਿਆ ਤੇ 93 ਕਿੱਦਾਂ ਹੋ ਗਏ? ਉਹਦੇ 'ਚ ਸਪੀਕਰ ਸਾਹਿਬ ਨੇ ਜਾਂ ਕੁਝ ਕੀਤਾ, ਸਿੰਧਵਾ ਜੀ ਨੇ, ਉਹਨਾਂ ਨੇ ਕੁਝ ਕਰ ਦਿੱਤਾ, ਜਾਂ ਉਹਨਾਂ ਨੇ ਕੋਈ ਜਾਦੂ ਦੀ ਛੜੀ ਲਾ ਕੇ ਤੇ ਇੱਕ ਬੰਦਾ ਹੋਰ ਵਧਾ ਦਿੱਤਾ।
ਔਰ ਉਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਤੇ ਕੌਣ ਨੇ ਕਿ ਜਿਹੜੇ ਇਹਦੇ ਨਾਲ ਆਪ ਸਰਕਾਰ ਨਾਲ ਮੌਜੂਦਾ ਨੇ ਕਰਦੇ ਤੋਂ ਆਂਦੇ ਬੋਲੋ ਤੁਸੀਂ ਹਾਂ, ਤੇ ਉਹਦੇ ਵਿੱਚ ਸਾਰੇ ਹਾਂਜੀ ਬੋਲਿਆ। ਹਾਂਜੀ ਜਦੋਂ ਉਹਨਾਂ ਨੇ ਕਿਹਾ ਤਾਂ ਕਿ ਤੁਹਾਡੇ ਪਿੱਛੇ ਕੋਈ ਇਹਦੇ 'ਚ ਨਾ ਨੁਕਰ ਤਾਂ ਨਹੀਂ, ਕੋਈ ਗਲਤ ਨਹੀਂ, ਕਹਿੰਦੇ ਨੋ ਨਹੀਂ, ਉਹਦੇ 'ਚ ਸਾਰਿਆਂ ਦੀ ਇੱਕੋ ਆਵਾਜ਼ ਆਈ। ਜਦੋਂ ਬਾਅਦ 'ਚ ਪਤਾ ਲੱਗਾ ਵੀ ਇਹ ਤਾਂ ਬੰਦੇ ਤਾਂ 92 ਆ, 92 ਚੋਂ ਇੱਕ ਦੀ ਨਹੀਂ ਸੀ ਵੋਟ ਹੋਣੀ, ਕਿਉਂਕਿ ਉਹ ਸਪੀਕਰ ਸਾਹਿਬ ਆਪ ਸੀ ਖੁਦ, ਉਹਨਾਂ ਦੀ ਨਹੀਂ ਸੀ ਗਿਣਤੀ 'ਚ ਹੋਣੀ, ਕਿਉਂਕਿ ਉਹ ਤਾਂ ਪੁੱਛ ਰਿਹਾ ਸਾਰਾ ਕੁਝ। ਉਹ ਜਿੱਦਾਂ ਦਰਿਆ 'ਚੋਂ ਲੰਘਦੇ ਆ ਨਾ ਬੰਦੇ, ਤੇ ਬੰਦੇ ਲੰਘਦੇ ਆ ਤੇ ਉਹਦੇ 12 ਬੰਦੇ ਆ, ਤੇ ਉਹ ਗਿਣਦਾ ਵੀ ਯਾਰ ਬੰਦੇ ਗਿਣਦਾ ਵੀ 12 ਬੰਦੇ ਗਏ ਤੇ ਬੇੜੀ ਤਰ ਕੇ ਨਿਕਲੇ ਆ, ਤੇ 11 ਕਿੱਦਾਂ ਹੋ ਗਏ? 11 ਉਹ ਵਾਰੀ ਗਿਣੇ, ਕਹਿੰਦਾ 11 ਬੰਦੇ, ਇੱਕ ਬੰਦਾ ਤਾਂ ਮਰ ਗਿਆ ਯਾਰ, ਇੱਕ ਬੰਦਾ ਕਿਤੇ ਲੱਭਦਾ ਨਹੀਂ ਗਿਆ, ਰੋਣ ਲੱਗ ਪਏ, ਸਭ ਕੁਝ ਹੋਇਆ। ਉਹ ਇੱਕ ਨਾਲ ਦੀ ਮੁੜ ਕੇ ਸਿਆਣਾ ਬੰਦਾ ਨਿਕਲਿਆ, ਆਂਦਾ ਕੀ ਬੰਦੇ ਕਿੰਨੇ? ਆਂਦਾ 12 ਹੀ। ਕਹਿੰਦਾ ਲਾਈਨ 'ਚ ਖਲੋ ਜਾਓ। ਉਹਨਾਂ ਲਾਈਨ 'ਚ ਖਲੋ ਕੇ 1 2 3 4 5 12 ਤੱਕ, ਕਹਿੰਦਾ ਬੰਦੇ ਤੁਹਾਡੇ ਪੂਰੇ ਹੈਗੇ। ਉਹ ਮੁੜ ਕੇ ਮੱਥੇ ਨੂੰ ਹੱਥ ਮਾਰਦੇ, ਗਿਣਨ ਵਾਲਾ ਜਿਹੜਾ ਗਿਣਦਾ ਉਹ ਆਪਣੇ ਆਪ ਨੂੰ ਗਿਣਦਾ ਨਹੀਂਗਾ, 11 ਦਾ 11 ਰਹਿ ਜਾਂਦੇ। ਇਹ ਹੱਲ ਹੁਣ ਇਹੀ ਪੰਜਾਬ ਵਿਧਾਨ ਸਭਾ 'ਚ ਹੋਈ ਆ, ਜਦੋਂ ਕਹਿੰਦਾ ਭਰੋਸਗੀ ਦਾ ਲਾਇਆ ਮੁੱਦਾ, ਔਰ ਉਹਦੇ 'ਚ ਕਹਿਤਾ ਵੀ ਸਾਡੇ ਜਿਹੜੇ 92 ਹੈਗੇ ਆ, 92 'ਚੋਂ ਜਿੱਤ ਸਾਰੇ ਦਾ ਭਰੋਸਾ ਜਿਹੜਾ ਹੈਗਾ ਇਸੇ ਸਰਕਾਰ ਨਾਲ ਹੈਗਾ, ਮੌਜੂਦਾ ਸਰਕਾਰ ਦੇ ਜੇ ਬਹੁਮਤ 'ਚ ਹੈਗੇ ਸਾਰੇ MLA, ਔਰ ਇਹਦੇ ਨਾਲ ਸਰਕਾਰ ਮੌਜੂਦਾ ਜਿਹੜੀ ਆ ਬਰਕਰਾਰ ਰਹੇਗੀ। ਔਰ ਉਹਦੇ ਵਿੱਚ ਜਦੋਂ ਪਤਾ ਲੱਗਾ ਕਿ ਉਹ ਤਾਂ ਇੱਕ ਅਕਾਲੀ ਦਲ ਦਾ ਸੀਗਾ ਬੈਠਾ, ਇੱਕ ਬਹੁਜਨ ਸਮਾਜ ਪਾਰਟੀ ਦੇ ਸੀਗੇ ਬੈਠੇ, ਉਹ ਮੁੜ ਕੇ ਉਹਨਾਂ ਨੇ ਬਾਅਦ 'ਚ ਇਤਰਾਜ਼ ਕੀਤਾ। ਅਸੀਂ ਤਾਂ ਵਿੱਚ ਹੀ ਕਹਿੰਦੇ ਤੁਸੀਂ ਕਿਉਂ ਨਹੀਂ ਦੱਸਿਆ ਕਿ ਅਸੀਂ ਇਸ ਪਾਰਟੀ ਨਾਲ ਸੰਬੰਧਿਤ ਆ? ਉਹ ਵਿੱਚ ਹੀ ਮਿਲ ਗਏ ਸਾਰੇ। ਉਹ ਜਦੋਂ 92 ਦੇ 93 ਹੋ ਗਏ, ਉਹ ਇਸ ਕਰਕੇ ਕਿ 2 ਬੰਦੇ ਉਹਨਾਂ ਦੇ ਆ ਗਏ, ਤੇ ਸਪੀਕਰ ਸਾਹਿਬ ਨਹੀਂ ਬੋਲੇ ਵਿੱਚ, ਸਪੀਕਰ ਸਾਹਿਬ ਦਾ ਤਾਂ ਵਿੱਚ ਗਿਣਤੀ 'ਚ ਆਉਣਾ ਹੀ ਨਹੀਂ ਨਾ। ਬਿਲਕੁਲ ਠੀਕ ਹੈ। ਉਹ ਇਸ ਕਰਕੇ ਇਹ ਭੱਬੜ ਭੂਸਾ ਪੈ ਗਿਆ, ਔਰ ਪੰਜਾਬ 'ਚ ਪੈਂਦੇ ਰਹੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੈ, ਗਿਣਤੀ 'ਚ ਮਾਰ ਖਾ ਜਾਂਦੇ ਆ, ਕਿਉਂਕਿ ਜਾਂ ਇਹਨਾਂ ਦਾ ਹਿਸਾਬ ਮਾੜਾ ਹੈਗਾ, ਮੈਥੇਮੈਟਿਕ 'ਚ ਥੋੜ੍ਹੇ ਜਿਹੇ ਪਿੱਛੇ ਆ, ਇਸ ਕਰਕੇ ਹੈਗਾ। ਜਾਂ ਇਹਨਾਂ ਪੜ੍ਹਿਆ ਨਹੀਂ ਘੱਟ ਹੈਗਾ, ਤੇ ਜੇ ਮੈਥੇਮੈਟਿਕਸ ਘੱਟ ਆਉਂਦਾ ਤਾਂ ਅਲਜਬਰਾ ਕੀ ਪੜ੍ਹਨਗੇ। ਸਹੀ ਗੱਲ ਹੈ। ਔਰ ਇਹ ਵੀ ਕਿਹਾ ਜਾਂਦਾ ਕਿ ਇਹ ਇਸ ਵਾਰ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਜੀ, ਆਪਰੇਸ਼ਨ ਲੋਟਸ ਦੇ ਖਿਲਾਫ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਸਾਰੇ ਵਿਧਾਇਕ ਆਪਣੇ ਪੱਕੇ ਨੇ, ਪਾਰਟੀ ਦੇ ਉੱਤੇ ਖੜੇ ਨੇ, ਪਾਰਟੀ ਛੱਡ ਕੇ ਤੁਹਾਡੇ ਨਾਲ ਨਹੀਂ ਜਾਣਗੇ। 25 ਕਰੋੜ ਛੱਡ ਕੇ 50 ਕਰੋੜ ਦਾ ਤੁਸੀਂ ਉਹਨਾਂ ਨੂੰ ਲਾਲਚ ਦਿਓ ਤਾਂ ਵੀ ਨਹੀਂ ਜਾਣਗੇ। ਸੋ ਇਸ ਸ਼ਕਤੀ ਪ੍ਰਦਰਸ਼ਨ ਦਾ ਨਤੀਜਾ ਤਾਂ ਇਹ ਹੋਇਆ ਜੀ ਕਿ ਕਿਤੇ ਨਾ ਕਿਤੇ ਵਿਰੋਧੀ ਧਿਰ ਵੀ ਤੇ ਲੋਕ ਵੀ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕਾਂ ਤੇ ਆਪਣੇ ਬੰਦਿਆਂ ਤੇ ਵਿਸ਼ਵਾਸ ਨਹੀਂ ਹੈਗਾ, ਇਸ ਕਰਕੇ ਕਿਉਂਕਿ 6 ਮਹੀਨੇ ਦੇ ਅੰਦਰ ਇਹ ਦੁਬਾਰਾ ਜਿਹੜਾ ਮਤਾ ਪਾਸ ਕਰਨਾ, ਭਰੋਸਗੀ ਮਤਾ ਪਾਸ ਕਰਨਾ, ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਇਹ ਚਿੰਤਾ ਪੈ ਗਈ ਕਿ ਆਪਰੇਸ਼ਨ ਲੋਟਸ ਕਰਕੇ ਕਿਤੇ ਗੜਬੜ ਨਾ ਹੋ ਜਾਏ। ਕਾਰਨ ਇਹ ਹੈ ਨਾ ਕਿ ਕੈਪਟਨ ਸਾਹਿਬ ਵੀ ਚਲੇ ਗਏ ਨੇ ਬੀਜੇਪੀ ਦੇ ਵਿੱਚ, ਜਾਖੜ ਸਾਹਿਬ ਵੀ ਚਲੇ ਗਏ ਨੇ ਬੀਜੇਪੀ ਦੇ ਵਿੱਚ। ਇਹ ਦੋਵੇਂ ਦਿੱਗਜ ਨੇ, ਇਹਨਾਂ ਨੇ ਪੂਰੀ ਉਮਰ ਹੰਡਾਈ ਹੈ ਪੰਜਾਬ ਦੇ ਪੋਲਿਟਿਕਸ ਦੇ ਵਿੱਚ, ਔਰ ਬੀਜੇਪੀ ਨੂੰ ਉਹਨਾਂ ਦੇ ਅਨੁਭਵ ਦਾ ਪੂਰਾ ਫਾਇਦਾ ਮਿਲ ਰਿਹਾ। ਹੁਣ ਪੰਜਾਬ ਦੇ ਵਿੱਚ ਆਪਣੇ ਪੱਕੇ ਪੈਰੀ ਹੋਣਾ ਚਾਹੁੰਦੀ ਹੈ ਬੀਜੇਪੀ, ਤਾਂ ਇਹਨਾਂ ਦੇ ਅਨੁਭਵ ਦਾ ਜ਼ਰੂਰ ਫਾਇਦਾ ਲਏਗੀ। ਤਾਂ ਆਪਰੇਸ਼ਨ ਲੋਟਸ ਨੂੰ ਲੱਗਦਾ ਕਿ ਜਿਵੇਂ ਬੈਕ ਇਹਨਾਂ ਦੋਵਾਂ ਦੀ ਸਿਆਣਪ ਕਰਦੀ ਪਈ ਹੈ, ਤੇ ਆਮ ਆਦਮੀ ਪਾਰਟੀ ਨੂੰ ਡਰ ਪਿਆ ਹੋਇਆ ਕਿ ਕਿਤੇ ਨਾ ਕਿਤੇ ਇਹ ਸਾਡੀ ਜ਼ਮੀਨ ਨਾ ਖੁੱਸ ਜਾਏ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹਾਂ, ਕੋਈ ਕਿਤੇ ਨਹੀਂ ਗਿਆ, ਜਦਕਿ ਵਿਰੋਧੀ ਧਿਰ ਕਹਿੰਦੇ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਕਈ ਬੰਦੇ ਜਿਹੜੇ ਨੇ ਛਟਪਟਾਉਂਦੇ ਪਏ ਨੇ ਕਿ ਅਸੀਂ ਕਿਸੇ ਤਰ੍ਹਾਂ ਬੀਜੇਪੀ 'ਚ ਸ਼ਾਮਿਲ ਹੋ ਜਾਈਏ। ਇਹ ਵੀ ਉਹਨਾਂ ਦਾ ਕਹਿਣਾ ਹੈ। ਇਸ ਗੱਲ ਤੋਂ ਸਾਡੇ ਦਰਸ਼ਕ ਵਾਕਿਫ ਨੇ, ਪਤਾ ਉਹਨਾਂ ਨੂੰ ਕਿ ਜਿਹੜਾ ਆਪਰੇਸ਼ਨ ਲੋਟਸ ਜਿਹੜਾ ਹੈਗਾ ਸਿਰਫ ਪੰਜਾਬ 'ਚ ਨਹੀਂ ਹੋਇਆ, ਬਾਕੀ ਸੂਬਿਆਂ 'ਚ ਵੀ ਰੌਲਾ ਪੈ ਗਿਆ। ਬਿਲਕੁਲ ਪਿਆ। ਮਹਾਰਾਸ਼ਟਰ ਤੋਂ ਸ਼ੁਰੂ ਹੋ ਕੇ ਕਰਨਾਟਕਾ 'ਚ ਵੀ ਹੋ ਗਿਆ ਵਾ, ਇਹਦੇ 'ਚ ਹੈਦਰਾਬਾਦ, ਮੱਧ ਪ੍ਰਦੇਸ਼ 'ਚ ਵੀ ਹੋ ਗਿਆ, ਔਰ ਸਾਰੇ ਪਾਸੇ ਹੋਇਆ। ਪੰਜਾਬ ਦੀ ਵਾਰੀ ਉਦੋਂ ਆਈ ਹੈ ਜਦੋਂ ਭਗਵੰਤ ਮਾਨ ਜੀ ਜਰਮਨ ਚਲੇ ਗਏ ਸੀ। ਉਹਨਾਂ ਨੇ ਵੇਖਿਆ ਕਿ ਇਸ ਵੇਲੇ ਮੈਦਾਨ ਖਾਲੀ ਹੈ, ਔਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਵੀਡੀਓ ਹੈਗੀ ਹੈ, ਜਿਸ 'ਚ ਇਹਨਾਂ ਦੇ ਵਿੱਤ ਮੰਤਰੀ ਨੇ ਕਿਹਾ, ਉਹਨਾਂ ਨੇ ਚੀਮਾ ਜੀ ਨੇ ਕਿਹਾ ਤਾਂ ਕਿ ਸਾਡੇ ਕੋਲ ਵੀਡੀਓ ਹੈਗੀ ਹੈ। ਉਹਨਾਂ ਫੌਰੀ ਤੌਰ 'ਤੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਨਾਲ ਮੀਟਿੰਗ ਵੀ ਕੀਤੀ ਆ। ਉਦੋਂ ਬਾਅਦ ਵਿਰੋਧੀ ਧਿਰਾਂ ਨੇ ਕਿਹਾ ਕਿ ਸਾਨੂੰ ਦਿਖਾਓ ਕਿੱਥੇ ਸਬੂਤ ਹੈਗੇ ਆ। ਉਹਨਾਂ ਕਿਹਾ ਸਾਡੇ ਕੋਲ ਸਬੂਤ ਹੈਗੇ ਆ। ਫਿਰ ਉਦੋਂ ਬਾਅਦ ਇਹਨਾਂ ਨੇ ਸਪੈਸ਼ਲ ਇਜਲਾਸ ਦੀ ਜਿਹੜੀ ਮੀਟਿੰਗ ਮੰਗੀ ਆ, ਉਹ ਗਵਰਨਰ ਸਾਹਿਬ ਨੇ ਕੈਂਸਲ ਕਰਤੀ 22 ਤਰੀਕ ਦੀ। ਉਹ ਫਿਰ ਉਹ ਖਟਾਈ 'ਚ ਪੈ ਗਿਆ ਮਾਮਲਾ, ਫਿਰ ਇਹ ਰੌਲਾ ਪਿਆ, ਫਿਰ ਇਹਨਾਂ ਦੇ ਆਪਸੀ ਬਹਿਸਬਾਜ਼ੀ ਹੋਈ। ਉਦੋਂ ਜਦੋਂ ਭਗਵੰਤ ਮਾਨ ਜੀ ਆ ਗਿਆ, ਜਦੋਂ ਭਗਤ ਸਿੰਘ ਜੀ ਦੇ ਨਾਂ 'ਤੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਰੱਖਿਆ ਜਾ ਰਿਹਾ ਸੀ, ਉਦੋਂ ਸੀਤਾਰਮਨ ਆਪਣੇ ਉਦੋਂ ਦੇ ਆਪਣੇ ਵਿੱਤ ਮੰਤਰੀ ਉੱਥੋਂ ਆਏ ਆ, ਬਾਕੀ ਕੇਂਦਰ ਤੋਂ ਕਾਫੀ ਲੋਕ ਆਏ ਆ, ਅਤੇ ਉਹਦੇ 'ਚ ਨਾਲ ਗਵਰਨਰ ਸਾਹਿਬ ਵੀ ਬੈਠੇ ਆ, ਅਤੇ ਇਹਨਾਂ ਦਾ ਮੂੰਹ ਆਪੋ ਵਿੱਚ ਆਸੇ ਪਾਸੇ ਸੀ, ਇਹ ਨਹੀਂ ਬੋਲੇ ਭਗਵੰਤ ਮਾਨ, ਅਤੇ ਇਹਨਾਂ ਦਾ ਆਪਸੀ ਇਹ ਸੀਗਾ। ਪਰ ਉਦੋਂ ਬਾਅਦ ਗਵਰਨਰ ਸਾਹਿਬ ਨੇ ਦੁਬਾਰਾ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਸੀ। ਉਹ ਫਿਰ 27 ਤਰੀਕ ਨੂੰ ਇਹਨਾਂ ਨੇ ਦੁਬਾਰਾ ਜਿਹੜਾ ਭਰੋਸਗੀ ਮਤਾ ਪਾਸ ਕਰਕੇ ਫਿਰ ਦੱਸਿਆ ਗਿਆ ਕਿ ਸਾਡੇ ਨਾਲ ਇੰਨੇ ਕੁ ਲੋਕ ਬੈਠੇ ਆ। ਪਰ ਇਹਨਾਂ ਨੇ ਇਹ ਵੀ ਕਹਿਤਾ ਕਿ 25-25 ਕਰੋੜ ਦੀ ਇਹਨਾਂ ਨੂੰ ਆਫਰ ਆਈ ਸੀ।
ਹੁਣ ਉਹਦੇ 'ਚੋਂ ਕੁਝ ਕੋਈ ਬੋਲੇ ਨਹੀਂ ਬੋਲੇ, ਪਰ ਵਿਰੋਧੀ ਧਿਰਾਂ ਨੇ ਕਹਿਤਾ ਕਿ ਬੰਦੇ ਖੜੇ ਕਰੋ ਜਿਹੜੇ ਬੰਦੇ ਸਾਨੂੰ ਪੈਸਾ ਮੰਗਦੇ ਸੀ, ਜਿਹਨੂੰ ਕਿ ਕੀਤਾ ਗਿਆ, ਪਰ ਉਹ ਕੋਈ ਬੋਲਿਆ ਨਹੀਂ ਗਾ। ਪਰ ਇਹ ਗੱਲ ਹੈਗੀ ਕਿ ਇਹਨਾਂ ਨੇ ਆਪਣੇ ਸਾਰੇ ਬੰਦਿਆਂ ਨੂੰ ਆਪਣੇ ਨਾਲ ਲਾ ਲਿਆ ਔਰ ਦੁਬਾਰਾ ਉਹਨਾਂ ਦਾ ਭਰੋਸੇਗੀ ਮਤਾ ਜਿਹੜਾ ਪਾਸ ਕਰਕੇ ਵੇਖ ਲਿਆ ਵੀ ਸਾਡੇ ਨਾਲ ਬੰਦੇ ਨੇ, ਕਿਉਂਕਿ ਇਹਨਾਂ ਨੂੰ ਇਹ ਖਦਸ਼ਾ ਹੋ ਗਿਆ ਸੀ, ਡਰ ਹੋ ਗਿਆ ਸੀਗਾ। ਕਈ ਵਾਰੀ ਹੁੰਦਾ ਹੈ ਸਰਕਾਰਾਂ ਦੇ ਪਲਟੇ ਬਹੁਤ ਆਏ ਆ, ਆਉਂਦੇ ਵੀ ਰਹਿੰਦੇ ਆ, ਇਹਨਾਂ ਦੇ ਪਿੱਛੇ ਲੱਗ ਜਾਂਦੀਆਂ ਆਉਂਦਾ, ਔਰ ਇਹਦੀ ਉਦਾਹਰਨਾਂ ਪੰਜਾਬ 'ਚ ਵੀ ਰਹੀਆਂ ਔਰ ਬਾਕੀ ਸੂਬਿਆਂ 'ਚ ਵੀ ਰਹੀਆਂ, ਹਰਿਆਣੇ 'ਚ ਵੀ ਬਹੁਤ ਵਾਰੀ ਪਾਸਾ ਪਲਟਿਆ। ਬਿਲਕੁਲ ਪਾਸਾ ਪਲਟਿਆ, ਔਰ ਗੱਲ ਤਾਂ ਇੱਥੋਂ ਹੀ ਆਉਂਦੀ ਹੈ ਨਾ ਕਿ ਇਹਨਾਂ ਨੂੰ ਆਪਣਾ ਡਰ ਪਿਆ ਹੋਇਆ। ਜੀ ਜੀ, ਕਿਉਂਕਿ ਨੈਚੁਰਲੀ ਇਹਨਾਂ ਦੇ ਜਿਹੜੇ 92 ਵਿਧਾਇਕ ਨੇ, ਉਹਨਾਂ ਵਿੱਚੋਂ ਸਿਰਫ 10 ਕੁ ਜਾਣੇ ਹੋਣਗੇ ਜਿਨ੍ਹਾਂ ਨੂੰ ਪੁਰਾਣਾ ਤਜਰਬਾ ਹੈਗਾ, ਬਿਲਕੁਲ, ਬਾਕੀ ਤਾਂ ਸਭ ਰॉ ਹੈਂਡ ਨੇ, ਨਵੇਂ ਬੰਦੇ ਨੇ, ਇਸ ਕਰਕੇ ਇੰਨੇ ਤਜਰਬੇਕਾਰ ਨਹੀਂ ਹੈਗੇ, ਕਈ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ। ਹਾਂ। ਸੋ ਜਿਹੜੇ ਬੀਜੇਪੀ ਦੇ ਵਿੱਚ ਨੇ ਉਹ ਜ਼ਿਆਦਾ ਧਾਕੜ ਨੇ, ਤਜਰਬੇਕਾਰ ਨੇ, ਇਸ ਕਰਕੇ ਇਸ ਚੀਜ਼ ਦਾ ਵੀ ਉਹਨਾਂ ਨੂੰ ਡਰ ਪਿਆ ਹੋਇਆ। ਕਾਂਗਰਸ ਤਾਂ ਹੈ ਹੀ ਖੈਰ ਤਜਰਬੇਕਾਰ। ਸੋ ਇਹ ਸਾਰੀਆਂ ਗੱਲਾਂ ਇੱਧਰ ਸੰਕੇਤ ਕਰਦੀਆਂ ਨੇ ਕਿ ਪੰਜਾਬ ਦਾ ਜਿਹੜਾ ਫਿਊਚਰ ਹੈ ਨਾ, ਆਉਣ ਵਾਲਾ ਜਿਹੜਾ ਸਮਾਂ ਹੈ, ਉਹਦੇ ਵਿੱਚ ਜਿਹੜੀਆਂ ਪਾਰਟੀਆਂ ਕਾਬਜ਼ ਹੋਣੀਆਂ ਚਾਹੁੰਦੀਆਂ ਨੇ ਪੰਜਾਬ ਦੇ ਉੱਤੇ, ਉਹ ਤਾਂ ਗੱਲ ਮੰਨੀ। ਆਮ ਆਦਮੀ ਪਾਰਟੀ ਹਜੇ ਪੂਰੀ ਤਰ੍ਹਾਂ ਪੱਕੇ ਪੈਰੀ ਨਹੀਂ ਹੈਗੀ। ਇਹਨੂੰ ਪੂਰਾ ਡਰ ਹੈ ਕਿ ਸਾਡੇ ਪੈਰਾਂ ਥੱਲੋਂ ਜ਼ਮੀਨ ਕਿਤੇ ਖਿਸਕ ਨਾ ਜਾਵੇ। ਤੇ ਬੀਜੇਪੀ ਦੇਖੋ ਕਿੰਨੀ ਜ਼ਿਆਦਾ ਅਲਰਟ ਹੈ ਕਿ ਜਦੋਂ ਗੁਜਰਾਤ ਦੇ ਵਿੱਚ ਨੇ ਤੇ ਉੱਥੇ ਇੱਕ ਮੰਤਰੀ ਹੈਗੇ ਨੇ ਸੋਲੰਕੀ ਸਾਹਿਬ, ਜੋ ਸਪੋਕਸਪਰਸਨ ਵੀ ਰਹੇ ਨੇ ਬੀਜੇਪੀ ਦੇ, ਉਹਨਾਂ ਨੇ ਸੈਲਫੀ ਲੈ ਲਈ ਭਗਵੰਤ ਮਾਨ ਸਾਹਿਬ ਨਾਲ। ਉਹਦਾ ਬੜਾ ਰਾਜਕਾਰਨ ਪਾਰਟੀ ਚੋਂ ਕੱਢ ਦਿੱਤਾ ਉਹਨਾਂ ਨੂੰ, 6 ਸਾਲ ਵਾਸਤੇ ਕੱਢ ਦਿੱਤਾ। ਔਰ ਉਹਨਾਂ ਦਾ ਜਨਮ ਦਿਨ ਹੈ, ਜਨਮ ਦਿਨ ਦੇ ਉੱਤੇ ਸੀਐਮ ਜੀ ਨੇ ਉਹਨਾਂ ਨੂੰ ਵਿਸ਼ ਕੀਤਾ ਤੇ ਉਹਨੇ ਸੈਲਫੀ। ਇਹ ਗੱਲਾਂ ਜਦੋਂ ਹੁੰਦੀਆਂ ਹੈ ਤਾਂ ਵੀ ਯਾਰ ਇੰਡੀਅਨ, ਆਪਾਂ ਇੱਕ ਦੂਜੇ ਨੂੰ ਜਾਣਦੇ ਆ, ਆਪਾਂ ਇਹ ਨਹੀਂ ਕਿ ਵੀ ਪੰਜਾਬ 'ਚ ਜਾ ਕੇ ਤਾਂ ਉੱਥੇ ਜਾ ਕੇ ਅਸੀਂ ਬੰਗਾਲ 'ਚ ਜਾ ਕੇ ਤਾਂ ਅਸੀਂ ਇੰਡੀਅਨ ਨਹੀਂ ਹੈਗੇ। ਜਦੋਂ ਅਸੀਂ ਆ ਤਾਂ ਅਸੀਂ ਪੋਲੀਟੀਕਲ ਜਿਹੜੀਆਂ ਹੈਗੀਆਂ ਸਾਡੀਆਂ ਪਾਵਰਾਂ ਜਾਂ ਸਾਡੇ ਨਾਲ ਰਾਜਨੀਤਿਕ ਜਿਹੜੀ ਚੀਜ਼ਾਂ, ਉਹਨਾਂ ਨੂੰ ਅੱਗੇ ਨਹੀਂ ਲਿਆਉਣੀ ਚਾਹੀਦਾ। ਆਫਟਰ ਆਲ ਇਟ ਇਜ਼ ਹਿਊਮੈਨਿਟੀ। ਜਿਹਨਾਂ ਨੂੰ ਚੰਗਾ ਲੱਗਿਆ, ਜਿਹਨਾਂ ਨਾਲ ਦੋਸਤੀ ਦੀ ਗੱਲ ਹੋ ਗਈ ਆ ਤਾਂ ਉਹਨਾਂ ਨੇ ਫੋਟੋ ਖਿਚਵਾਈ, ਉਹਦੇ ਨਾਲ ਕੋਈ ਇਹ ਤਾਂ ਨਹੀਂ ਕੀਤਾ ਕਿ ਉਹਨਾਂ ਨੇ ਕੋਈ ਹੋਰ ਕੋਈ ਇਹਨਾਂ ਨੂੰ ਕਹਿਤਾ ਕਿ ਤੁਹਾਡਾ ਰੁਤਬਾ ਵੱਡਾ, ਜਾਂ ਉਹਦੇ 'ਤੇ ਕੋਈ ਬਿਆਨਬਾਜ਼ੀ ਹੋਈ ਹੈ। ਕਈ ਚੀਜ਼ਾਂ ਜਿਹੜੀਆਂ ਹੈਗੀਆਂ ਪਾਰਟੀਆਂ ਬੜੀਆਂ ਗਲਤ ਕਰਦੀਆਂ, ਉਹਦੇ 'ਚ ਗਲਤ ਹੁੰਦਾ ਜੇ ਆਪਾਂ ਦੂਜੀ ਪਾਰਟੀ ਦੇ ਕਿਸੇ ਬੰਦੇ ਨਾਲ ਬਹਿੰਦੇ, ਅੰਦਰ ਖਾਤੇ ਤੇ ਸਾਰੇ ਬਹਿੰਦੇ। ਜੇ ਅਸੀਂ ਸੋਸ਼ਲ ਮੀਡੀਆ 'ਤੇ ਆਉਂਦੇ ਹਾਂ ਤਾਂ ਫਿਰ ਫੜੇ ਜਾਂਦੇ। ਐਕਚੁਅਲੀ ਪੰਜਾਬ 'ਚ ਨਹੀਂ ਹੁੰਦਾ। ਪੰਜਾਬ 'ਚ ਅਕਾਲੀ ਦਲ ਜਿਹੜਾ ਕਾਂਗਰਸ ਨਾਲ ਨਹੀਂ ਸੀ ਬਹਿੰਦਾ, ਕਾਂਗਰਸ ਵਾਲੇ ਕਦੀ ਦੂਸਰੀ ਆਮ ਪਾਰਟੀ ਵਾਲਿਆਂ ਨਾਲ ਨਹੀਂ ਜਾਂਦੇ, ਸਾਰਿਆਂ ਨਾਲ ਮੇਲ ਜੋੜ ਹੈਗਾ। ਆਫਟਰ ਆਲ ਤਾਂ ਅਸੀਂ ਰਿਸ਼ਤੇਦਾਰੀ ਆ, ਭੈਣ ਭਰਾ ਨੇ। ਸਿਮਰਨਜੀਤ ਮਾਨ ਜੀ ਔਰ ਕੈਪਟਨ ਅਮਰਿੰਦਰ ਸਿੰਘ ਦੋਵੇਂ ਸਾਨੂੰ ਰੁਕੀਏ ਮਿਲਦੇ ਨਹੀਂ ਹੋਣਗੇ, ਔਰ ਇਹ ਸਾਰਾ ਕੁਝ ਰਿਸ਼ਤੇਦਾਰੀਆਂ ਸਾਂਝੀਦਾਰੀਆਂ ਹੈਗੀਆਂ। ਔਰ ਮੇਰਾ ਖਿਆਲ ਹੈ ਜਦੋਂ ਇਹ 'ਚ ਵਿਅਕਤੀਗਤ ਤੌਰ 'ਤੇ ਇਸ ਤਰ੍ਹਾਂ ਦੀਆਂ ਊਜਾਂ ਲਾਈਆਂ ਜਾਂਦੀਆਂ, ਗਲਤ ਹੁੰਦੀਆਂ, ਔਰ ਇਹਦੇ ਨਾਲ ਲੋਕਾਂ ਨੂੰ ਇਹ ਗਲਤ ਮੈਸੇਜ ਜਾਂਦਾ। ਐਕਚੁਅਲੀ ਗੱਲ ਕੀ ਹੈ ਕਿ ਸਮਾਜ ਦੇ ਵਿੱਚ ਨਾ ਹਮੇਸ਼ਾ ਹੀ ਕਲਾਸ ਕਨਫਲਿਕਟ ਰਹਿੰਦੀ ਹੈ। ਕਲਾਸ ਬਣੀ ਹੋਈ ਹੈ, ਜਿਵੇਂ ਅਮੀਰ ਤੇ ਗਰੀਬ ਕਲਾਸ ਹੋ ਗਈ। ਅੱਜ ਕੱਲ ਆਫਿਸਰਸ ਔਰ ਕਲਰਕ ਔਰ ਪੀਐਨ, ਇਹ ਵੀ 3 ਕਲਾਸਾਂ ਹੋ ਗਈਆਂ। ਸਟੇਟਸ ਦਾ ਹੋ ਗਿਆ, ਸਟੇਟਸ ਕਲਾਸ ਹੋ ਗਈ, ਧਰਮ ਦਾ ਹੋ ਗਿਆ, ਧਰਮ ਦੀ ਲੜਾਈ, ਹਰ ਥਾਂ ਤੇ ਕਲਾਸ। ਹੁਣ ਇਹ ਵੀ ਕਲਾਸ ਹੈ, ਇਹ ਬੀਜੇਪੀ ਕਲਾਸ ਹੈ, ਇਹ ਕਾਂਗਰਸ ਕਲਾਸ ਹੈ, ਇਹ ਆਮ ਆਦਮੀ ਕਲਾਸ ਹੈ। ਇਹ ਕਲਾਸ ਕਨਫਲਿਕਟ। ਹੁਣ ਜਦੋਂ ਤੱਕ ਇਹ ਸਾਡੇ ਦਿਮਾਗ ਚੋਂ ਨਹੀਂ ਨਾ ਨਿਕਲਦੀ, ਉਦੋਂ ਤੱਕ ਇਹ ਸੁਧਾਰ ਨਹੀਂ ਹੋ ਸਕਦਾ, ਡੈਮੋਕ੍ਰੇਸੀ ਨਹੀਂ ਹੋ ਸਕਦੀ। ਕਿਉਂਕਿ ਦੇਖਣ ਨੂੰ ਲੱਗਦਾ ਕਿ ਡੈਮੋਕ੍ਰੇਸੀ ਜੋ ਹੈ ਮੈਜੋਰਿਟੀ ਦਾ ਰੂਲ ਹੈ, ਅਦਰਵਾਈਜ਼ ਜੋ ਪਾਰਲੀਮੈਂਟਰੀ ਡੈਮੋਕ੍ਰੇਸੀ ਹੁੰਦੀ ਹੈ ਹਮੇਸ਼ਾ ਮਾਈਨੋਰਿਟੀ ਦਾ ਰੂਲ ਹੁੰਦੀ ਹੈ। ਕਿੱਦਾਂ? ਕਿਉਂਕਿ ਕੁਝ ਲੋਕ ਨੇ ਜਿਹੜੇ ਪਾਰਲੀਮੈਂਟ 'ਚ ਆ ਕੇ ਆਪਣੀ ਸਰਕਾਰ ਬਣਾਉਂਦੇ ਨੇ, ਜਿਨ੍ਹਾਂ ਨੂੰ ਪਿੱਛੇ ਬਿਜ਼ਨਸਮੈਨ, ਕਾਰਪੋਰੇਟਸ ਤਨਾੜ ਖੜੇ ਹੁੰਦੇ ਨੇ, ਤੇ ਮੈਜੋਰਿਟੀ ਤਾਂ ਹਮੇਸ਼ਾ ਆਮ ਲੋਕਾਂ ਦੀ ਹੁੰਦੀ, ਜਿਹੜੇ ਗਰੀਬ ਲੋਕ ਨੇ। ਸੋ ਹਮੇਸ਼ਾ ਮਾਈਨੋਰਿਟੀ ਦਾ ਹੀ ਰੂਲ ਹੁੰਦਾ। ਲੇਕਿਨ ਦੇਖਣ ਨੂੰ ਜੇ ਇਹਦੀ ਡੀਪ ਜਾਓ ਨਾ, ਤਾਂ ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਜਿਹੜਾ ਸਮਝਣਾ ਹੈ, ਉਦੋਂ ਜਦੋਂ ਤੁਸੀਂ ਸਮਝੋਗੇ ਤੁਹਾਨੂੰ ਇਹੀ ਲੱਗੇਗਾ ਕਿ ਅਮੀਰ ਕਲਾਸ ਫਿਰ ਤੋਂ ਗਰੀਬ ਕਲਾਸ ਦੇ ਉੱਤੇ ਰੂਲ ਕਰਦੀ ਪਈ ਆ। ਠੀਕ ਹੈ ਨਾ? ਔਰ ਉਹ ਚਲਾਕੀਆਂ ਨੇ, ਉਹੀ ਸਾਰੇ ਸਿਸਟਮ, ਔਰ ਸੋਚ ਵੀ ਉਹੀ ਬਣੀ ਹੋਈ ਹੈ, ਕਲਾਸ ਕਨਫਲਿਕਟ। ਗੱਲ ਕੁਝ ਵੀ ਨਹੀਂ। ਤੁਸੀਂ ਬੀਜੇਪੀ ਦੇ ਹੋ, ਉਹ ਆਮ ਆਦਮੀ ਪਾਰਟੀ ਦੇ ਨੇ, ਤੁਸੀਂ ਨਾਲ ਕਿਉਂ ਸੈਲਫੀ ਖਿਚਾਈ ਔਰ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ? 6 ਸਾਲ ਵਾਸਤੇ ਗੋ ਅਵੇ। ਇੱਕ ਗੱਲ ਹੋਰ ਵੀ ਹੈਗੀ ਹੈ ਜਿਹੜੀ ਬਕਾਇਦਾ ਤੌਰ ਤੇ ਹਿੰਦੁਸਤਾਨ 'ਚ ਇੱਕ ਵੱਡਾ ਫੈਕਟਰ ਆ, ਉਹ ਇਹ ਹੈਗਾ ਕਿ ਯੂਨਿਟੀ ਐਂਡ ਡਾਇਵਰਸਿਟੀ। ਇਹਦੇ ਵਿੱਚ ਅਕੋਰਡਿੰਗ ਟੂ ਕਨਸਟੀਟਿਊਸ਼ਨ ਕਿਹਾ ਗਿਆ ਕਿ ਏਕਤਾ ਵਿੱਚ ਅਨੇਕਤਾ ਸਾਡੇ ਵੇਖੀ ਜਾਂਦੀ, ਵੀ ਸਾਡੇ ਜਿੰਨੀ ਅਨੇਕ ਹੈਗਾ ਲੋਕਾਂ ਦਾ, ਡਿਫਰੈਂਟ ਲੋਕ ਨੇ, ਜਿੰਨੇ ਲੋਕ ਤਰ੍ਹਾਂ ਦੇ ਲੋਕ ਨੇ, ਉਹ 'ਚ ਏਕਤਾ ਹੈਗੀ ਆ। ਧਰਮਾਂ ਦਾ ਇੱਥੇ ਬਹੁਤ ਧਰਮ ਨੇ। ਇੱਥੇ ਜਿਹੜੇ ਪੋਸ਼ਾਕਾਂ ਪਾਉਣ ਦਾ ਰਿਵਾਜ ਆਪਣਾ। ਇੱਥੇ ਬੋਲੀਆਂ ਦਾ ਪਤਾ ਹੀ ਨਹੀਂ ਕਿੰਨੀਆਂ ਬੋਲੀਆਂ। ਇੱਥੇ ਜਿਹੜੇ ਆ ਰਹਿਣ ਸਹਿਣ ਦਾ ਪਤਾ ਹੀ ਨਹੀਂ ਕਿੰਨੇ ਹੈਗੇ ਆ। ਕੁਝ ਟਰਾਈਬਲ ਏਰੀਆ, ਕੁਝ ਮੈਦਾਨੀ ਏਰੀਆ, ਕੋਈ ਕਿਸ ਤਰ੍ਹਾਂ ਦੇ ਲੋਕ ਨੇ। ਪਰ ਇਹਨਾਂ ਨੇ ਮਹਾਤਮਾ ਗਾਂਧੀ ਦੇ ਟਾਈਮ 'ਤੇ ਕਿਹਾ ਕਿ ਲੋਕ ਜਿਹੜੇ ਨੇ ਇਹਨਾਂ 'ਚ
ਜਿਹੜੀ ਆ ਏਕਤਾ ਹੈਗੀ ਆ ਇਹਨਾਂ ਡਿਵਰਸਿਫਿਕੇਸ਼ਨ ਹੋਣ ਦੇ ਬਾਵਜੂਦ ਵੀ, ਪਰ ਉਹਦੇ ਬਾਵਜੂਦ ਦੀ ਜੋ ਅੱਜ ਦੇਖੀਏ ਤਾਂ ਉਹ ਗੱਲ ਨਹੀਂ ਹੈਗੀ। ਜਿੱਥੇ ਜਿੱਥੇ ਤੁਹਾਡੀ ਲੈਂਗੁਏਜ ਦੀ ਸਾਂਝ ਨਹੀਂ, ਜਿੱਥੇ ਜਿੱਥੇ ਤੁਹਾਡੀ ਪੋਸ਼ਾਕਾਂ ਦੀ ਸਾਂਝ ਨਹੀਂ, ਖਾਣ ਪੀਣ ਦੀ ਸਾਂਝ ਨਹੀਂ, ਤੁਸੀਂ ਇੱਕ ਦੂਜੇ ਤੋਂ ਦੂਰ ਹੋ ਜਾਓਗੇ। ਸੂਬੇ ਤੋਂ ਸੂਬਾ ਹੀ ਨਹੀਂ ਮੰਨਦਾ ਕਿਸੇ ਨੂੰ। ਬਿਲਕੁਲ ਸਹੀ ਗੱਲ। ਜਦੋਂ ਤੁਸੀਂ ਇੱਥੋਂ ਪੰਜਾਬ ਦੇ ਲੋਕ ਜਦੋਂ ਅੰਬਾਲਾ ਅੱਗੇ ਨਿਕਲ ਜਾਂਦੇ ਆ, ਉੱਥੋਂ ਤੋਂ ਤਾਂ ਬਾਅਦ 'ਚ ਤੁਹਾਨੂੰ ਲੋਕ ਹੋਰ ਤਰ੍ਹਾਂ ਦੇਖਣਗੇ। ਇਹ ਜਿਹੜੀ ਬਾਕਾਇਦਾ ਜਿਹੜੀ ਲੋਕਾਂ 'ਚ ਸੋਚ ਬਾਹਰਲੇ ਦੇਸ਼ਾਂ 'ਚ ਹੈ ਨਹੀਂ। ਬਾਹਰਲੇ ਦੇਸ਼ਾਂ 'ਚ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ, ਹਿਊਮੈਨਿਟੀ ਦਾ ਪਤਾ ਹੈਗਾ। ਆਪਣੇ ਇੱਥੇ ਨਾ ਪੋਸ਼ਾਕਾਂ ਤੋਂ, ਇੱਥੇ ਤੁਹਾਡੇ ਰਹਿਣ ਤੋਂ, ਇੱਥੇ ਤੁਹਾਡੀ ਬੋਲੀ ਤੋਂ, ਇੱਥੇ ਬੜਾ ਕੁਝ ਉਹ ਇੱਥੇ ਗਾਲਾਂ ਕਰਦੇ। ਦੇਖੋ ਬਾਹਰ ਵੀ ਰੇਸਿਜ਼ਮ ਹੈਗਾ, ਇਹ ਨਹੀਂ ਕਿ ਬਾਹਰ ਇਹ ਨਹੀਂ ਹੈਗਾ। ਇੱਕ ਹੋਊਗਾ, ਇੱਕ ਤੋਂ ਹੋ ਗਿਆ, ਪਰ ਨਸਲਵਾਦ ਹਰ ਥਾਂ ਤੇ ਹੈ। ਹਰ ਥਾਂ ਤੇ ਨਸਲਵਾਦ ਹੈ। ਇਨਸਾਨ ਦੀ ਫਿਤਰਤ ਹੈ। ਮੈਂ ਉੱਚਾ ਬਾਕੀ ਨੀਵੇਂ, ਇਹ ਇਨਸਾਨ ਦੀ ਫਿਤਰਤ ਹੈ। ਮੈਂ ਵਧੀਆ ਬਾਕੀ ਵਧੀਆ ਨਹੀਂ ਹੈਗੇ, ਮੇਰੇ ਵਰਗਾ ਕੌਣ ਹੈ, ਇਹ ਇਨਸਾਨ ਦੀ ਫਿਤਰਤ ਹੈ। ਇਹ ਪੂਰੀ ਦੁਨੀਆ 'ਚ ਫਿਨੋਮੀਨਾ ਉਹ ਕਰਨਗੇ ਨਾ। ਉਹ ਕਹਿੰਦੇ ਉਹ ਆਪਣੇ ਲੋਕਾਂ ਨੂੰ ਤਾਂ ਨਹੀਂ ਇੰਨਾ ਬੁਰਾ ਮਨਾਉਂਦੇ, ਦੂਸਰੇ ਬਾਹਰੋਂ ਆਏ ਲੋਕਾਂ ਨਾਲ ਤਾਂ ਕਰਨਗੇ। ਉੱਥੇ ਜਿਹੜਾ ਨਸਲਵਾਦ ਉਹ ਗੱਲ ਹੋ ਗਈ। ਜਿਹੜੇ ਉਹ ਚਿੱਟੇ ਰੰਗ ਦੇ ਲੋਕ ਆ, ਚਿੱਟੇ ਚਮੜੀ ਦੇ ਲੋਕ ਆ, ਉਹਨਾਂ ਨੂੰ ਨਹੀਂ ਕੁਛ ਆਉਂਦੇ। ਅੱਗੇ ਇੰਗਲੈਂਡ 'ਚ ਇਹੀ ਹੁੰਦਾ ਸੀਗਾ, ਜਿਹੜੇ ਕਿ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ ਵੀ ਬਲੈਕ ਆ, ਕਾਲੇ ਆ, ਇਹਨਾਂ ਦੀ ਚਮੜੀ ਦੂਜੀ, ਉਹਨਾਂ ਨੂੰ ਨਹੀਂ ਸੀ ਮੰਨਦੇ। ਔਰ ਉਹ ਆਪਣੇ ਨਾਲ ਤੇ ਲੜਦੇ, ਅਸੀਂ ਆਪੋ ਆਪਣੇ ਲੜੀ ਜਾਂਦੇ। ਉਹ ਯਾਰ ਆਲ ਇੰਡੀਅਨ ਆਪੋ 'ਚ ਹੀ ਲੜੀ ਜਾਂਦੇ। ਉਹ ਤਾਂ ਬਾਹਰਲਿਆਂ ਨੂੰ ਮਾਰਦੇ ਜਾਂ ਕੁੱਟਦੇ ਜਾਂ ਕੁਛ ਹੁੰਦਾ। ਉਹ ਤਾਂ ਇੱਕ ਗੱਲ ਹੈਗੀ ਆ ਕਿ ਉਹ ਆਂਦੇ ਇਹ ਕਾਬਜ਼ ਨਾ ਆ ਜਾਣੇ, ਇੱਥੋਂ ਦੇ ਇਹ ਰਾਜੇ ਨਾ ਬਣ ਜਾਣ। ਅਸੀਂ ਤਾਂ ਆਪਣੇ ਨਾਲ ਡਾਂਗਾ ਖਿੱਚ ਲੈਂਦੇ, ਡਾਂਗੇ ਨਹੀਂ ਉਹਨਾਂ ਦੇ ਸਿਰ ਪਾੜ ਦਿੰਦੇ ਉਹ। ਸੋ ਆਪਾਂ ਹੁਣ ਅੱਗੇ ਵਧੀਏ ਜੀ। ਸਿਰ ਪਾੜਨ ਵਾਲੀ ਗੱਲ ਤੋਂ ਇੱਕ ਉੱਦਾਂ ਦੀ ਨਿਊਜ਼ ਹੈ, ਉਹਦੇ 'ਚ ਵੀ ਸਿਰ ਪਾੜਦੇ ਨੇ ਇੱਕ ਦੂਜੇ ਦੇ। ਉਹ ਸਿਰ ਕਿੱਦਾਂ ਪਾੜਦੇ ਨੇ ਕਿ ਗੈਂਗਸਟਰਸ ਕਿਸੇ ਨੂੰ ਗੋਲੀ ਮਾਰਤੀ, ਕਿਸੇ ਨੂੰ ਧਮਕੀ ਦੇ ਦਿੱਤੀ। ਹੁਣ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੀ ਜੀ ਉਹਨਾਂ ਦਾ ਕਤਲ ਹੁੰਦਾ ਔਰ ਕਾਫੀ ਸਮਾਂ ਬੀਤ ਚੁੱਕਾ ਹੈ। ਬੜੀ ਦੁੱਖ ਭਰੀ ਘਟਨਾ ਹੈ। ਕੋਈ ਖੋਜ ਖਬਰ ਹਜੇ ਬਸ ਡਿਵੈਲਪਮੈਂਟ ਦੇ ਉੱਤੇ ਕੇਸ ਹੈ। ਇੱਕ ਬੰਦਾ ਫੜਿਆ ਗਿਆ, ਦੀਪਕ ਟੀਨੂ, ਉਹ ਵੀ ਫਰਾਰ ਹੋ ਗਿਆ। 3-4 ਦਿਨ ਹੋ ਚੁੱਕੇ ਨੇ। ਸਰਦੂਲਗੜ੍ਹ ਹੋਟਲ ਚੋਂ ਨਿਕਲ ਕੇ ਜੀ। ਔਰ ਪ੍ਰਿਤਪਾਲ ਸਿੰਘ ਆਫੀਸਰ ਸੀਗੇ, ਸੀਆਈ ਦੇ ਇੰਚਾਰਜ, ਜਿਨ੍ਹਾਂ ਦੀ ਪਕੜ ਵਿੱਚੋਂ ਨਿਕਲਿਆ ਹੈ ਔਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਦੇ ਖਿਲਾਫ ਕੇਸ ਦਰਜ ਕਰਕੇ ਪੁਲਿਸ ਰਿਮਾਂਡ ਚੱਲਦਾ ਪਿਆ। ਹੱਥਕੜੀ ਲਾਈ ਨਹੀਂ ਜਦੋਂ ਤੁਰਿਆ ਜਾ ਰਿਹਾ। ਜਦੋਂ ਵਿਹਲਾ ਬੰਦਾ ਹੈਗਾ ਤਾਂ ਉਹ ਦੌੜੂਗਾ ਹੀ। ਜਦੋਂ ਉਹਨੂੰ ਆਂਦੇ ਉਹਦੇ ਨਾਲ ਲਈ ਫਿਰਦੇ ਆ, ਜਿੱਦਾਂ ਉਹ ਵੀ ਭਰਤੀ ਹੁੰਦਾ ਪੁਲਿਸ 'ਚ। ਇਹ ਲਾਪਰਵਾਹੀ ਦਾ ਵੀ ਨਤੀਜਾ ਹੈਗਾ। ਇਹਦੇ ਪਿੱਛੇ ਹੋਰ ਵੀ ਬੜੇ ਛੜਯੰਤਰ ਹੈ। ਔਰ ਉਹ ਫੜਿਆ ਵੀ ਗਿਆ। ਇਹਨਾਂ ਕੋਲ ਕਿੰਨੇ ਹਥਿਆਰ ਵੈਪਨ ਫੜੇ ਗਏ। ਪ੍ਰਿਤਪਾਲ ਸਿੰਘ ਜਿਹੜੇ ਹੈਗੇ ਨਾ, ਉਹਨਾਂ ਕੋਲ ਉਹ ਅੰਡਰ ਰਿਮਾਂਡ ਆ, ਜੁਡੀਸ਼ੀਅਲ ਰਿਮਾਂਡ 'ਚ ਹੈਗੇ ਆ। ਔਰ ਦੇਖ ਲਓ ਇਹ ਜਿਹੜੇ ਆ ਬੰਦੇ ਪੁਲਿਸ ਰਿਮਾਂਡ ਚੱਲ ਰਿਹਾ, ਪੁਲਿਸ ਰਿਮਾਂਡ 'ਚ ਜੀ। ਔਰ ਦੇਖ ਲਓ ਉਹ ਮਾਨਸਾ ਦੀ ਪੁਲਿਸ ਦੇ ਵਿੱਚ ਆਪ ਸੀਆਈ ਸਟਾਫ ਹੈ, ਜਿੱਥੇ ਬਿਸ਼ਨੋਈ ਲਾਰੈਂਸ ਨੂੰ ਲਿਆਂਦਾ ਗਿਆ। ਉਸੇ ਪੁਲਿਸ ਤੇ ਸੀਆਈ ਸਟਾਫ ਨੇ ਉਹਨਾਂ ਦੀ ਇਨਕੁਆਇਰੀ ਕੀਤੀ ਸੀ ਔਰ ਇੱਕ ਨੂੰ ਫੜ ਕੇ ਤੇ ਉਹਨਾਂ ਭਜਾ ਦਿੱਤਾ। ਔਰ ਇਹ ਪੁਲਿਸ ਦਾ ਦੇਖ ਲਓ ਕਿੰਨਾ ਜਿਹੜਾ ਹੈਗਾ ਲਾਪਰਵਾਹੀ ਦਾ ਕੰਮ, ਜਦੋਂ ਕਿ ਸੰਗੀਨ ਦੋਸ਼ ਸੀ ਉੱਤੇ, ਜਦੋਂ ਕੁਛ ਕੀਤਾ ਕੀ ਕੁਛ ਕੀਤਾ। ਇੱਕ ਪਾਸੇ ਤੇ 2 ਮੁੰਡੇ ਮਾਰਤੇ ਆ, ਜੌੜ ਮਾਜਰਾ ਤੇ ਉਹ 2 ਮੁੰਡੇ ਭਿੱਖੀਵਿੰਡ ਵਾਲੇ ਸਾਈਡ ਤੇ ਮਾਰੇ ਆ, ਜਦੋਂ ਕਿ ਸੁਨਸਾਨ ਘਰ ਦੇ ਵਿੱਚ। ਉਹ ਪਤਾ ਨਹੀਂ ਉਹਨਾਂ ਕੋਲ ਕੇਸ ਹੈਗਾ ਜਾਂ ਨਹੀਂ ਹੈਗਾ, ਉਹਨਾਂ ਨੂੰ ਤਾਂ ਮਾਰ ਦਿੱਤਾ। ਬਿਲਕੁਲ ਸਹੀ। ਜਿਹੜਾ ਇਹ ਫੜਿਆ ਬੰਦਾ ਇਹਨੂੰ ਛੱਡ ਦਿੱਤਾ। ਇਹਦੇ ਪਿੱਛੇ ਲੋਕਾਂ ਨੇ ਇਹ ਵੀ ਕਿਹਾ ਕਿ ਇਹਦੇ 'ਚ ਐਨਕਾਊਂਟਰ ਦੀ ਸਜ਼ਾ ਬਣਦੀ। ਉਹਨਾਂ ਦੇ ਵਕੀਲ ਨੇ ਕਿਹਾ ਕਿ ਐਨਕਾਊਂਟਰ ਨਾ ਕਿਤੇ ਕਰ ਦੇਣ, ਸਾਰਾ ਕੁਝ ਹੈਗਾ। ਪਰ ਉਹ ਪੁਲਿਸ ਵਾਲਾ ਆਪ ਗ੍ਰਿਫਤ 'ਚ ਆ ਗਿਆ। ਉਹਨੂੰ ਪਤਾ ਲੱਗ ਗਿਆ ਕਿ ਇਹਦੇ ਕੋਲ ਵੈਪਨ ਆ। ਇੱਕ ਕੁੜੀ, ਇੱਕ ਗਰਲ ਫਰੈਂਡ ਆ ਉਹਦੇ 'ਚ ਪੈਸੇ ਇਹ ਪਾਉਂਦੇ ਰਹੇ। ਇਹ ਪ੍ਰਿਤਪਾਲ ਸਿੰਘ ਜਿਹੜੇ ਫੜੇ ਗਏ ਸੀਆਈ ਸਟਾਫ ਦੇ, ਇੱਕ ਤਾਂ ਫੜਿਆ ਗਿਆ, ਉਹ ਤਾਂ ਚੋਰ ਆ। ਜਿਹੜੇ ਨਹੀਂ ਫੜੇ ਗਏ ਉਹ ਕਿਹੜੇ ਸਾਧ ਹੈ। ਜੋ ਕੁਛ ਹੁੰਦਾ ਇਹਨਾਂ ਦੇ ਬਲਬੂਤੇ ਬੜਾ ਕੁਛ ਹੋ ਰਿਹਾ। ਹੁਣ ਇੰਨਾ ਵੱਡਾ ਸੰਗੀਨ ਦੋਸ਼ ਆ, ਇੰਨਾ ਕੁਛ ਸੀਗਾ। ਹੁਣ ਜਿਹੜੀ ਦਰਦ ਭਰੀ ਵਿਥਿਆ ਉਹਦੇ ਫਾਦਰ ਦੀ ਆ, ਬਲਕੌਰ ਸਿੰਘ ਬੋਲੇ ਉਹਦੇ ਫਾਦਰ, ਔਰ ਇਹਦੇ ਮਦਰ ਚਰਨ ਕੌਰ ਜਿਹੜੇ ਉਸ ਪਿੰਡ ਤੋਂ ਨੇ, ਮੂਸੇਵਾਲਾ ਦੇ ਮਦਰ ਦੇ ਫਾਦਰ। ਉਹਨਾਂ ਕਿਹਾ ਕਿ ਸਾਨੂੰ ਇਹਨਾਂ 'ਤੇ ਨਹੀਂ ਯਕੀਨ ਰਿਹਾ। ਯਕੀਨ ਕਿੱਦਾਂ ਰਹੂਗਾ? ਉਹਨਾਂ ਨੇ ਕਿਹਾ ਕਿ ਜੋ ਦਰਦ ਭਰੀ ਵੇਦਨਾ ਸਾਡੀ ਹੈ, ਇਹ ਸਾਨੂੰ ਹੀ ਪਤਾ ਸੀ ਕੀ ਅੰਦਰ ਮਹਿਸੂਸ ਕਰ ਰਹੇ ਹਾਂ। ਕਿ ਜਿਹੜੇ ਇਹਨਾਂ ਨੇ ਫੜ ਕੇ ਉਸ ਦੋਸ਼ੀ ਨੂੰ ਤੇ ਦਿਨ ਦਿਹਾੜੇ ਛੱਡ ਦਿੱਤਾ, ਜਿੱਥੇ ਤੇ ਕਤਲ ਦਾ ਕੇਸ ਆ। ਔਰ ਅਸੀਂ ਕੀ ਯਕੀਨ ਕਰਾਂਗੇ ਇਹਨਾਂ 'ਤੇ? ਅੱਗੇ ਆਉਣ ਵਾਲੇ ਸਮੇਂ 'ਚ ਬਾਕੀ ਮਾਵਾਂ ਦੇ ਪੁੱਤਾਂ ਨੂੰ ਕੀ ਕੁਛ ਸੁਰੱਖਿਆ ਮਿਲੂਗੀ? ਉਹਨਾਂ ਦੀ ਗੱਲ ਤਾਂ ਬਿਲਕੁਲ 16 ਆਨੇ ਆ ਕਿ ਅਸੀਂ ਤਾਂ ਦੁਖੀ ਹੋ ਗਏ ਹਾਂ। ਉਹਦੀ ਮਾਂ ਨੇ ਕਿਹਾ ਕਿ ਅਸੀਂ ਦੁਖੀ ਹੋ ਗਏ ਹਾਂ। ਅਸੀਂ ਚਾਹੁੰਦੇ ਹਾਂ ਕਿ ਬਾਕੀ ਜਿਹੜੀਆਂ ਮਾਵਾਂ ਇੱਦਾਂ ਦੁਖੀ ਨਾ ਹੋਣ। ਔਰ ਦੁਖੀ ਕਰਨ ਵਾਲਿਆਂ ਦੇ ਕਹਿੰਦੇ ਇਹ ਨੇ ਜਿਨ੍ਹਾਂ ਨੇ ਫੜ ਕੇ ਛੱਡ ਦਿੱਤਾ। ਹੁਣ ਉਸ ਮੁੰਡੇ ਦਾ ਕਿੰਨਾ ਹੌਸਲਾ ਬੁਲੰਦ ਹੋਗਾ ਜਿਹੜਾ ਇੱਕ ਵਾਰੀ ਇਹਨਾਂ ਦੀ ਗ੍ਰਿਫਤ 'ਚੋਂ ਆ ਕੇ ਦੌੜ ਗਿਆ। ਹੁਣ ਕਿਤੇ ਲੱਭਦਾ ਨਹੀਂ, ਇਹਨਾਂ ਨੂੰ ਫੜਿਆ ਵੀ ਨਹੀਂ ਜਾ ਰਿਹਾ। ਉਹ ਦੇਖੋ ਇਹਨਾਂ ਦੇ ਪਿੱਛੇ ਐਸੀਆਂ ਘਟਨਾਵਾਂ। ਔਰ ਉਹੀ ਟਾਈਮ 'ਚ ਜਦੋਂ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਨਿਕਲ ਕੇ ਚਿੱਟੇ ਦਿਨ ਗੱਡੀਆਂ ਐਨ ਸਟਾਰਟ ਕਰਕੇ ਆਵਾਜ਼ ਉਹਨਾਂ ਦੀ ਨਿਕਲ ਕੇ ਗੱਡੀਆਂ ਗਈਆਂ। ਧਰਮਕੋਟ ਜਾ ਕੇ ਗੱਡੀ ਵੀ ਬਦਲੀ ਉਹਨਾਂ ਨੇ। ਪੁਲਿਸ ਦੇ ਹੱਥ ਨਹੀਂ ਕੋਈ ਆਇਆ। ਅੱਜ ਇਹਨਾਂ ਨੇ ਉਹਨਾਂ ਨੂੰ ਹੱਥੋਂ ਛੱਡ ਦਿੱਤਾ। ਹੁਣ ਇਹਦੇ ਪਿੱਛੇ ਕਈ ਚੀਜ਼ਾਂ ਨਿਕਲਣਗੀਆਂ ਦੇਖੋ ਪੁਲਿਸ ਦੀਆਂ, ਜੇ ਕੱਢਣਾ ਚਾਹੁਣ ਤੇ, ਕਿ ਇਹਨਾਂ ਦਾ ਮਿਲ ਕੇ ਕੀ ਪਲਾਨਿੰਗ ਹੁੰਦੀ ਆ ਔਰ ਉਹਨਾਂ ਨੂੰ ਗੈਂਗਸਟਰ ਕਿੱਥੋਂ ਪੈਦਾ ਹੁੰਦੇ ਆ, ਵੈਪਨ ਕਿੱਥੋਂ ਆਉਂਦੇ ਆ, ਹੈ ਨਾ, ਇਹ ਕਿੱਦਾਂ ਚਲਾਏ ਜਾਂਦੇ ਆ। ਔਰ ਉਹਦੇ ਕੋਲੋਂ ਉਹਦੇ ਘਰੋਂ ਫੜੇ ਗਏ।
ਦੇਖੋ ਇਹ ਕੀ ਡਿਊਟੀ ਹੈਗੀ, ਬੜੀ 1.5 ਲੱਖ ਰੁਪਏ ਤੁਸੀਂ ਸਰਕਾਰ ਕੋਲ ਲੈ ਰਹੇ ਜੇ, ਪੈਸਾ ਤੁਸੀਂ ਹੈ ਨਾ ਡਿਊਟੀ ਗਵਰਨਮੈਂਟ ਦੀ ਕਰ ਰਹੇ ਜੇ, ਤੇ ਦੂਜੇ ਪਾਸੇ ਤੁਸੀਂ ਉਹਨਾਂ ਜਿਨ੍ਹਾਂ ਨੂੰ ਫੜਨਾ ਵਾ, ਜਿਨ੍ਹਾਂ ਨੂੰ ਸੁਰੱਖਿਆ ਦੇਣੀ, ਜਿਨ੍ਹਾਂ ਨੇ ਕਰਨਾ ਵਾ, ਉਹਨਾਂ ਨੂੰ ਤੁਸੀਂ ਛੱਡ ਰਹੇ ਜੇ। ਔਰ ਇਹ ਮੌਜੂਦਾ ਸਰਕਾਰ ਇਹ 'ਤੇ ਕੀ ਕਰ ਸਕਦੀ ਹੈ? ਹੁਣ ਇਹ ਭਗਵੰਤ ਮਾਨ ਨੇ ਤਾਂ ਨਹੀਂ ਆ ਕੇ ਫੜਨਾ ਉਹਨਾਂ ਨੂੰ, ਡਿਊਟੀ ਤੇ ਦੂਜੇ ਪਾਸੇ ਕਰ ਰਹੇ ਨਾ, ਕਿ ਭਗਵੰਤ ਮਾਨ ਤਾਂ ਨਹੀਂ ਗੱਡੀ ਲੈ ਕੇ ਆ ਕੇ ਤਾਂ ਫੜੂਗਾ, ਉਹਨਾਂ ਨੇ ਤੇ ਉਹਨਾਂ ਕੋਲ ਕੰਮ ਕਰਾਉਣਾ। ਤੇ ਜੇ ਅਸੀਂ ਕੰਮ ਕਰਨ ਵਾਲੇ ਉੱਦਾਂ ਦੇ ਹੋਵਾਂਗੇ, ਜੇ ਅਸੀਂ ਬੇਪਰਵਾਹੀ ਕਰਾਂਗੇ, ਲਾਪਰਵਾਹੀ ਕਰਾਂਗੇ, ਤੇ ਬਸ ਫਿਰ ਤਾਂ ਰੱਬ ਹੀ ਰੱਖਾ। ਹੁਣ ਇਹ ਸਵਾਲ ਇਹ ਹੈ ਤਹਿਕੀਕਾਤ ਦੇ ਵਿੱਚ ਕਿ ਉਹ ਝਾਂਸਾ ਦੇ ਕੇ, ਚਕਮਾ ਦੇ ਕੇ, ਚਲਾਕੀ ਨਾਲ, ਹੈ ਨਾ, ਕਲੈਵਰ ਇੰਨਾ ਕਿ ਨਿਕਲ ਗਿਆ, ਜਾਂ ਫਿਰ ਇਹ ਭਜਾ ਦਿੱਤਾ ਗਿਆ? ਇਹ ਤਾਂ ਸ਼ਰੇਆਮ ਪਤਾ ਲੱਗ ਗਿਆ ਨਾ, ਤਹਿਕੀਕਾਤ ਦੀ ਕੋਈ ਇਹਦੀ ਗੱਲ ਨਹੀਂ, ਸ਼ਰੇਆਮ ਪਤਾ ਲੱਗ ਰਿਹਾ ਕਿ ਉਹਦੇ ਨਾਲ ਜਿਹੜੀਆਂ ਗਰਲ ਫਰੈਂਡ ਨੇ ਉਹਦੀਆਂ, ਕਨਸਟੇਬਲ ਆ, ਉਹਨਾਂ ਦੇ ਅਕਾਊਂਟ 'ਚ ਪੈਸੇ, ਪ੍ਰਿਤਪਾਲ ਜਿਹੜਾ CIA ਸਟਾਫ ਦਾ ਇੰਚਾਰਜ ਹੈ, SI ਆ, ਉਹ ਆਪ ਇਨਵੋਲਵ ਆ, ਉਹਨੇ ਪੈਸੇ ਭੇਜੇ ਉਧਰ। ਤੇ ਇੱਥੋਂ ਹੁਣ ਕੀ ਪਤਾ ਲੱਗ ਰਿਹਾ, ਵੈਪਨ ਉਹਦੇ ਘਰੋਂ ਫੜੇ ਗਏ, ਉਹ ਕਿੱਥੋਂ ਆ ਗਏ? ਇਹ ਤਾਂ ਅੰਡਰਸਟੂਡ ਹੀ ਹੈ। ਦੇਖੋ ਆਪਾਂ ਨਹੀਂ ਅੰਡਰਸਟੂਡ ਹੈ, ਫਿਰ ਵੀ ਆਪਾਂ ਐਜ਼ ਮੀਡੀਆ ਪਰਸਨ ਬੈਨੀਫਿਟ ਆਫ ਡਾਊਟ ਦੇ ਰਹੇ ਹਾਂ ਉਹਨਾਂ ਨੂੰ, ਕਿਉਂਕਿ ਇਹ ਡਿਸਾਈਡ ਕਰਨਾ ਤਾਂ ਕੋਰਟ ਦਾ ਕੰਮ ਹੈ। ਅਸੀਂ ਤੇ ਬੈਨੀਫਿਟ ਆਫ ਡਾਊਟ ਦੇ ਰਹੇ ਹਾਂ ਕਿ ਹੋ ਸਕਦਾ ਹੈ ਭੱਜਿਆ ਨਹੀਂ, ਭਜਾ ਦਿੱਤਾ ਗਿਆ, ਪੋਸੀਬਿਲਿਟੀਜ਼ ਦੇ। ਬਾਕੀ ਕੀ ਕਨਸਪੀਰੇਸੀ ਥਿਊਰੀ ਸਾਹਮਣੇ ਆਏਗੀ, ਤਹਿਕੀਕਾਤ ਦੇ ਵਿੱਚ ਕੀ ਗੱਲ ਕੀਤੀ ਜਾਏਗੀ, ਪਤਾ ਕਿ ਉਹ ਇਹਨਾਂ ਨੇ ਮੁੜ ਕੇ ਕਰਨੀਆਂ ਜਿਹੜੀਆਂ, ਉਹ ਤਾਂ ਉੱਥੇ ਆ ਜਾਂਦੀਆਂ, ਉੱਥੇ ਕਾਨੂੰਨ ਦੀ ਧਾਰਾ ਦੇ ਅੰਦਰ ਆਉਂਦੀਆਂ ਕਰਕੇ, ਗਵਾਹੀਆਂ ਨਹੀਂ ਮਿਲਦੀਆਂ, ਕਈ ਕੁਝ ਨਹੀਂ ਹੁੰਦਾ, ਉਹ ਬੰਦੇ ਫਿਰ ਬਰੀ ਹੋ ਜਾਂਦੇ। ਇਹ ਸਾਡਾ ਕਾਨੂੰਨ ਵਿਵਸਥਾ ਹੈ। ਪਰ ਜਿਹੜੀ ਆਮ ਨਜ਼ਰ ਆ, ਆਮ ਕਾਮਨ ਮੈਨ ਦੀ ਗੱਲ ਹੈਗੀ ਆ, ਉਹ ਗੱਲ ਹੈਗੀ ਆ ਕਿ ਜਦੋਂ ਤੁਸੀਂ ਹੱਥਕੜੀ ਨਹੀਂ ਲਾਈ, ਜਦੋਂ ਹੱਥਕੜੀ ਲਾਈ ਤੇ ਇਹ ਤਾਂ ਪਤਾ ਹੀ ਹੈ ਭੱਜੂਗਾ ਉਹ। ਜਦੋਂ ਕਿ ਗਵਰਨਮੈਂਟ ਨੇ ਇਹ ਜਿਹੜੀਆਂ ਹੱਥਕੜੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਬਣੀਆਂ, ਬੇੜੀਆਂ ਬਣੀਆਂ, ਜੇ ਇਹਨੂੰ ਯੂਟਿਲਾਈਜ਼ ਨਹੀਂ ਕਰਾਂਗੇ, ਵਰਤਾਂਗੇ ਨਹੀਂ ਤਾਂ ਭੱਜੂਗਾ ਹੀ ਉਹ। ਮੈਨੂੰ ਹਾਸਾ ਇਸ ਗੱਲ ਤੇ ਆਉਂਦਾ ਹੈ ਕਿ ਕਈ ਵਾਰ ਸਾਰੀ ਚੀਜ਼ ਸਾਡੇ ਸਾਹਮਣੇ ਹੁੰਦੀ ਹੈ, ਸਾਰੀ ਚੀਜ਼ ਦਾ ਪਤਾ ਹੁੰਦਾ ਹੈ, ਪਰ ਫਿਰ ਵੀ ਅਸੀਂ ਕਹਿ ਨਹੀਂ ਸਕਦੇ, ਅਸੀਂ ਬੋਲ ਨਹੀਂ ਸਕਦੇ। ਸਾਨੂੰ ਪਤਾ ਸਾਡੀ ਮਸ਼ੀਨਰੀ ਐਡਮਿਨਿਸਟ੍ਰੇਸ਼ਨ ਦੀ ਕਿੱਦਾਂ ਚੱਲਦੀ ਆ, ਕਿੱਦਾਂ ਰਨ ਕਰਦੀ ਹੈ, ਇਹਦੇ ਪਿੱਛੇ ਕੀ ਦਿਮਾਗ ਕੰਮ ਕਰਦੇ ਨੇ, ਕੀ ਇਹਨਾਂ ਦੀ ਕਾਰਗੁਜ਼ਾਰੀ ਹੁੰਦੀ ਹੈ, ਇਹ ਸਾਨੂੰ ਸਭ ਨੂੰ ਪਤਾ ਹੈ। ਸਾਨੂੰ ਇਹ ਵੀ ਪਤਾ ਹੈ ਕਿ Z ਸਿਕਿਉਰਿਟੀ ਵਿੱਚੋਂ ਸਾਡੇ ਮਜੀਠੀਆ ਸਾਹਿਬ ਪਤਾ ਨਹੀਂ ਕਿੱਥੇ ਚਲੇ ਗਏ ਸੀ 2-3 ਮਹੀਨੇ। ਸਿਕਿਉਰਿਟੀ Z ਸਿਕਿਉਰਿਟੀ ਹੈ, ਤੇ ਸਿਕਿਉਰਿਟੀ ਨੂੰ ਨਹੀਂ ਪਤਾ ਨਾ ਕਿ ਕਿੱਥੇ ਚਲੇ ਗਏ ਨੇ। ਇਦਾਂ ਦੀ ਹੈ, ਤੇ ਇਹਨੂੰ ਕੀ ਕਹਿੰਦੇ ਆ, ਇਹ ਸਾਰਾ ਮਿਲ ਕੇ, ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ, ਇਹ ਜਿਹੜੇ ਵੱਡੇ ਵੱਡੇ ਮਾਹਿਰ ਨੇ, ਜੋ ਮਿਲਟਰੀ ਐਕਸਪਰਟ ਨੇ, ਜੋ ਸਿਕਿਉਰਿਟੀ ਐਕਸਪਰਟ ਨੇ, ਉਹ ਇਹ ਗੱਲ ਕਹਿ ਰਹੇ ਨੇ। ਮੈਂ ਉਹਨਾਂ ਦੀ ਗੱਲ ਦੁਹਰਾ ਰਿਹਾ ਕਿ Z+ ਸਿਕਿਉਰਿਟੀ ਨੂੰ ਇਹ ਨਹੀਂ ਪਤਾ ਕਿ ਜਿਸ ਬੰਦੇ ਦੀ ਤੁਸੀਂ ਸਿਕਿਉਰਿਟੀ ਕਰਦੇ ਪਏ ਹੋ, ਮਜੀਠੀਆ ਸਾਹਿਬ ਦੀ, ਮਜੀਠੀਆ ਸਾਹਿਬ ਕਿੱਥੇ ਚਲੇ ਜਾਂਦੇ ਨੇ, ਕਿ ਮਹੀਨਾ 2 ਮਹੀਨੇ ਲੱਭਦੇ ਹੀ ਨਹੀਂ ਹੈਗੇ। ਸੋ ਇਹ ਗੱਲਾਂ ਵਿਚਾਰ ਵਾਲੀਆਂ ਨੇ, ਇਹਦੇ ਉੱਤੇ ਡੂੰਘਾ ਵਿਚਾਰ ਹੋਣਾ ਚਾਹੀਦਾ ਹੈ ਕਿ ਇਹ ਮਸ਼ੀਨਰੀ ਕਿੱਦਾਂ ਚੱਲਦੀ ਪਈ ਹੈ। ਵੈਸੇ ਇਹ ਗੱਲਾਂ ਲੱਭਣੀਆਂ ਖੁਫੀਆ ਏਜੰਸੀ ਨੇ ਲੱਭਣੀ ਨੇ, ਤੇ ਖੁਫੀਆ ਏਜੰਸੀਆਂ ਕਿਹਨਾਂ ਨਾਲ ਕੰਮ ਕਰਦੀਆਂ, ਇਸ਼ਾਰੇ ਤੇ ਇਹਨਾਂ ਤੇ ਚੱਲਦੀਆਂ। ਸਾਨੂੰ ਤਾਂ ਨਹੀਂ ਪਤਾ ਲੱਗਣ ਦਊਗੇ ਨਾ, ਉਹਨਾਂ ਨੂੰ ਤਾਂ ਪਤਾ ਕਿ ਜਿਨ੍ਹਾਂ ਨੂੰ ਦੱਸ ਕੇ ਜਾਂਦੇ ਆ, ਉਹਨਾਂ ਨੂੰ ਪਤਾ, ਉਹਨਾਂ ਨੂੰ ਕਿ ਉਹਦੇ ਕੀਪ ਇਟ ਸੀਕ੍ਰੇਟ, ਉਹਨਾਂ ਤੇ ਰੱਖ ਲੈਣ ਅੰਦਰ ਖਾਤੇ। ਤੇ ਦੂਜੇ ਲੋਕਾਂ ਨੂੰ ਇਹਨਾਂ ਨੇ ਕਹਿਣਾ ਵੀ ਮਜੀਠੀਆ ਸਾਹਿਬ ਤੇ ਇੱਥੇ ਕਿਤੇ ਮੱਥਾ ਟੇਕਣ ਗਏ, ਕਿਤੇ ਇੱਧਰ ਗਏ, ਉਹਨਾਂ ਨੂੰ ਇਹ ਨਹੀਂ ਗੱਲ ਕਹਿਣਾ, ਉਹਨਾਂ ਨੇ ਕਹਿੰਦੇ ਇਕੱਲਿਆਂ ਨੇ ਜਾਣਾ। ਔਰ ਉਹਨਾਂ ਤੋਂ ਸਿਕਿਉਰਿਟੀ ਵੇਖ ਲਓ, Z+ ਸਿਕਿਉਰਿਟੀ ਜਿਹੜੀ ਹੈ VVIP ਨੂੰ ਉੱਪਰ ਦੇ ਜਿਹੜੇ ਹੈਗੇ ਆ ਸ਼ਖਸੀਅਤ, ਉਹਨਾਂ ਨੂੰ ਮਿਲਦੀ ਹੈ। ਪਰ ਇੱਥੇ ਸਾਡੇ ਹੈਗਾ ਜਿਹਦਾ ਜ਼ੋਰ ਪਿਆ, ਉਹਨੇ ਲੈਣ ਨਹੀਂ ਬਸ। ਹਾਲਾਂਕਿ ਉਹਨਾਂ ਦੇ ਕੋਈ ਮੰਤਰੀ ਤੋਂ ਅੱਗੇ ਤਾਂ ਰਹੇ ਨਹੀਂ, ਉਹ ਇੱਕ ਕੈਬਨਿਟ ਮਿਨਿਸਟਰ ਰਹੇ ਆ। ਕੈਬਨਿਟ ਮਿਨਿਸਟਰ ਨੂੰ Z+ ਸਿਕਿਉਰਿਟੀ ਨਹੀਂ ਮਿਲਦੀ, ਇਹ ਮਿਲਦੀ ਆ ਜਾ ਕੇ ਤੁਹਾਡੇ ਪ੍ਰਧਾਨ ਮੰਤਰੀ ਨਾਲ ਜਾ ਕੇ, ਫਿਰ ਅੱਗੇ ਜਾ ਕੇ ਮੁੱਖ ਮੰਤਰੀ ਤੋਂ ਵੀ ਉੱਪਰ ਮਿਲਦੀਆਂ ਜਿਹੜੀਆਂ Z+ ਸਿਕਿਉਰਿਟੀ ਆ, ਜਿਨ੍ਹਾਂ ਨਾਲ ਹੈਗੀ ਆ ਹਾਈ ਅਥਾਰਟੀ ਨੂੰ। ਇਹ ਜੇ ਮਿਲ ਗਈਆਂ ਤਾਂ ਫਿਰ ਉਹਨਾਂ ਨੂੰ ਇਹ ਵਰਤਦੇ ਵੀ ਚੱਜ ਨਾਲ ਨਹੀਂ ਹੈਗੇ। ਚਲੋ ਇਹਨਾਂ ਦੀ ਮਰਜ਼ੀ। ਆਪਾਂ ਆਪਣੀ ਖਬਰ ਤੇ ਆਈਏ, ਜਿਹੜੀ ਅਗਲੀ ਖਬਰ ਹੈ ਕਿ ਸਾਈਬਰ ਕ੍ਰਾਈਮ ਫੋਰਮ ਵੱਲੋਂ ਪੰਜਾਬ ਸਮੇਤ 105 ਜਗ੍ਹਾ ਦੇ ਉੱਤੇ ਛਾਪੇ, ਤੇ CBI ਵੱਲੋਂ ਵੀ ਰੇਡ। ਇਹ ਬੜੀ ਦਿਲਚਸਪ ਖਬਰ ਹੈ, ਜਿਹਦੀ ਡਿਟੇਲ ਤੁਸੀਂ ਸਾਂਝੀ ਕਰੋਗੇ, ਫਿਰ ਮੈਂ ਤੁਹਾਡਾ ਸਾਥ ਦਊਂਗਾ, ਕਿਉਂਕਿ ਸਾਈਬਰ ਕ੍ਰਾਈਮ ਅੱਜ ਬਹੁਤ ਜ਼ਿਆਦਾ ਵੱਧ ਰਿਹਾ। ਜਿਉਂ ਕੰਪਿਊਟਰਾਈਜ਼ਡ ਹੋ ਰਿਹਾ ਸਭ ਕੁਝ, ਜਿਉਂ ਇੰਟਰਨੈਟ ਦੇ ਜ਼ਰੀਏ ਸਭ ਕੁਝ ਆਨਲਾਈਨ ਹੋ ਰਿਹਾ, ਤਿਉਂ ਸਾਈਬਰ ਕ੍ਰਾਈਮ ਵੱਧ ਰਿਹਾ। ਔਰ ਇਹਦੇ ਵਾਸਤੇ ਵੀ ਸਪੈਸ਼ਲ ਸੈੱਲ ਬਣਾਏ ਜਾ ਰਹੇ ਨੇ ਦੁਨੀਆ ਦੀਆਂ ਸਾਰੀਆਂ ਫੋਰਸਿਸ ਵੱਲੋਂ, ਕਿ ਸਾਈਬਰ ਕ੍ਰਾਈਮ ਨੂੰ ਕਿੱਦਾਂ ਰੋਕਿਆ ਜਾਵੇ। ਕਈ ਵਾਰ ਅਸੀਂ ਦੇਖੋ ਕਿ ਇੰਨਾ ਇੰਟਰਨਲ ਸਿਕਿਉਰਿਟੀ ਸਿਸਟਮ ਹੁੰਦਾ ਹੈ, ਕੋਈ ਸਟੂਡੈਂਟ ਉੱਥੇ ਵੜ ਜਾਂਦਾ ਹੈ ਇੰਟਰਨੈਟ ਦੇ ਜ਼ਰੀਏ, ਉਹਨਾਂ ਦੀ ਸਿਕਿਉਰਿਟੀ ਵਿੱਚ ਵੈਬਸਾਈਟਸ ਦੇ ਅੰਦਰ ਚਲਾ ਜਾਂਦਾ ਹੈ, ਸਿਕਿਉਰਿਟੀ ਜਾਣਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ। ਦੇਖੋ ਖੇਡ ਦੇ ਵਿੱਚ ਸਟੂਡੈਂਟਸ ਇੰਨੇ ਤੇਜ਼ ਹੋ ਗਏ ਨੇ, ਕਿ ਹੈਕਰਸ ਇੰਨੇ ਤੇਜ਼ ਹੋ ਗਏ ਨੇ, ਔਰ ਇਹਨਾਂ ਨੂੰ ਵੀ ਇੱਦਾਂ ਦੇ ਬੰਦੇ ਰੱਖਣੇ ਪੈਂਦੇ ਨੇ ਜਿਹੜੇ ਸਾਈਬਰ ਕ੍ਰਾਈਮ ਨੂੰ ਰੋਕ ਸਕਣ। ਸੋ ਤੁਸੀਂ ਦੱਸੋ। ਇਹ ਦੇਖੋ ਜਿਹੜਾ ਸੋਸ਼ਲ ਮੀਡੀਆ ਦੀ ਜਿਹੜੀ ਪਾਵਰਫੁਲ ਹੋਣ ਦੇ ਬਾਅਦ ਜੋ ਕੰਪਿਊਟਰਾਈਜ਼ ਹੋ ਗਿਆ, ਇਹਦੇ ਨਾਲ ਬੜੇ ਖਦਸ਼ੇ ਤੇ ਲੋਕਾਂ ਨੂੰ ਬੜਾ ਕੁਝ ਨੁਕਸਾਨ ਹੋਇਆ। ਨੁਕਸਾਨ ਇਸ ਕਰਕੇ ਹੋਇਆ ਕਿ ਜਿਹੜੇ ਕੰਪਿਊਟਰ ਚਲਾਉਣਾ ਜਾਣਦੇ ਸੀ, ਜਿਨ੍ਹਾਂ ਨੇ
ਸਾਈਬਰ ਦੇ ਨਾਲ ਜੁੜ ਕੇ ਜੋ ਇਹਨਾਂ ਨੇ ਕ੍ਰਾਈਮ ਕੀਤੇ ਆ, ਉਹ ਇੱਕ ਸੈੱਲ ਤਾਂ ਬਣਿਆ ਜਲੰਧਰ 'ਚ ਵੀ ਹੈਗਾ, ਹਰ ਜਗ੍ਹਾ ਹੈਗਾ। ਔਰ ਉਹਦੇ ਵਿੱਚ ਬੈਂਕ ਡਕੈਤੀਆਂ ਵੀ ਵਿੱਚੋਂ ਹੀ ਆ, ਜਿਹੜੇ ਪੈਸੇ ਤੁਹਾਡੇ ਹੈਗੇ ਉੱਥੋਂ ਫੋਨ ਆਉਂਦਾ ਕਿ ਤੁਹਾਡਾ ਨੰਬਰ ਆ ਹੈਗਾ, ਤੁਹਾਡੇ ਨਾਂ 'ਤੇ ਆ ਹੈਗਾ, OTP ਤੁਹਾਡੀ ਆ ਰਹੀ ਹੈ, ਤੁਸੀਂ ਦਿਓ। ਵਿਚਾਰੇ ਅਨਨੋਨ ਬੰਦੇ ਕਿਉਂ OTP ਜਿਹੜਾ ਨੰਬਰਾਂ ਦਾ ਦੇ ਦਿੰਦੇ ਆ, ਅਕਾਊਂਟ 'ਚੋਂ ਸਿੱਧੇ ਪੈਸੇ ਕਢਾ ਲੈਂਦੇ ਆ, ਸਿੱਧੀ ਸ਼ਾਪਿੰਗ ਹੁੰਦੀ ਉਹਨਾਂ ਦੀ। ਔਰ ਉਹਦੇ ਨਾਲ ਈਵਨ ਜਿਹੜੇ ਆਪਣੇ ਮੁੱਖ ਮੰਤਰੀ ਰਹੇ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੀ ਵਾਈਫ ਦੇ ਜਿਹੜੇ ਪੈਸੇ ਕਢਵਾ ਕੇ ਉਹਨਾਂ ਨੇ ਮੱਧ ਪ੍ਰਦੇਸ਼ ਦੇ ਕੁਝ ਸੀਗੇ ਮੁੰਡੇ, ਉਹਨਾਂ ਨੇ ਪੈਸੇ ਕੱਢ ਕੇ ਸ਼ਾਪਿੰਗ ਕੀਤੀ ਸਾਰੀ। ਔਰ ਉਹਦੇ ਵਿੱਚ ਸਾਈਬਰ ਕ੍ਰਾਈਮ ਦੇ ਜਿੰਨੇ ਸੈੱਲ ਸੀ ਉਹ ਜੁਟ ਗਏ, ਉਹਨਾਂ ਨੇ ਕਰਾ ਕੇ ਫੜ ਲਏ, ਕਿਉਂਕਿ ਇਹ ਤਾਂ VVIP ਫੜੇ ਗਏ। ਬਾਕੀ ਕਾਮਨ ਮੈਨ ਦਾ ਤਾਂ ਵਿਚਾਰੇ ਦਾ ਬਹੁਤ ਮਾੜਾ ਹਾਲ ਆ, ਉਹਦੇ ਨਾਲ ਕਿੰਨਾ ਕੁਝ ਹੁੰਦਾ, ਕਿਸ ਤਰ੍ਹਾਂ ਦੇ ਫੋਨ ਆਉਂਦੇ ਆ, ਅਨਨੋਨ ਫੋਨ 'ਤੇ ਕੀ ਕੁਝ ਹੋ ਰਿਹਾ, ਔਰ ਉਹਦੇ 'ਤੇ ਬੈਂਕ ਦੀ ਜਿਹੜੀ ਨਾਲ ਜਿਹੜੇ ਖਾਤੇ 'ਚੋਂ ਤੁਹਾਡੇ ਪੈਸੇ ਕਿਸ ਤਰ੍ਹਾਂ ਕੱਢੇ ਜਾਂਦੇ ਆ, ਔਰ ਉਹਦੇ 'ਤੇ ਕਿਸ ਤਰ੍ਹਾਂ ਦੇ ਕ੍ਰਾਈਮ ਹੋ ਕੇ ਉਹ 'ਚ ਚੋਰੀਆਂ, ਠੱਗੀਆਂ, ਉਹਦੇ 'ਤੇ ਕਿੰਨੇ ਕ੍ਰਾਈਮ ਹੋ ਰਹੇ ਆ। ਔਰ ਉਹਦੇ ਕ੍ਰਾਈਮ ਨਾਲ ਇਹ ਬਾਹਰਲੇ ਦੇਸ਼ਾਂ 'ਚ ਵੀ ਹੈਗਾ, ਬਾਹਰਲੇ ਦੇਸ਼ਾਂ 'ਚ ਵੀ ਫੈਲਿਆ ਪਿਆ ਸਾਰਿਆ। ਪਰ ਉਹਦੇ 'ਚ ਇਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਸੂਬਾ ਖੁਸ਼ਹਾਲ ਆ, ਔਰ ਸਭ ਤੋਂ ਜ਼ਿਆਦਾ ਵੱਡੇ ਗਰੁੱਪ ਇੱਥੇ ਹੀ ਆਉਂਦੇ ਆ। ਇਹਦੇ ਨਾਲ ਬਾਰਡਰ ਏਰੀਆ ਤੋਂ ਲੈ ਕੇ ਇੱਥੋਂ ਤੱਕ ਇਹਨਾਂ ਨੇ ਇੰਨੇ ਲੋਕਾਂ ਨੂੰ ਲੁੱਟਿਆ, ਇੰਨਾ ਕੁਝ ਕੀਤਾ ਵਾ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਨਾਲ ਕੁਝ ਸਪੈਸ਼ਲ ਸੈੱਲ ਬਣਾ ਦਿੱਤੇ ਉਹਨਾਂ ਨੇ, CBI ਵੀ ਇਹਦੇ ਨਾਲ ਜੁੜੀ ਹੈਗੀ ਹੈ। ਔਰ ਇਹਦੇ 'ਚ ਕਈ ਜਗ੍ਹਾ ਤਾਂ ਇਹਨਾਂ ਨੇ ਟਾਵਰ ਲਾਉਣ ਦਾ ਵੀ ਕਹਿ ਕੇ ਕਿ ਤੁਹਾਡੇ ਟਾਵਰ ਲੱਗ ਰਿਹਾ, ਤੁਸੀਂ ਦੱਸੋ ਤੁਹਾਡੇ ਕੋਲ ਪਲਾਟ ਹੈਗਾ, ਉਹਦੇ 'ਚ ਪਲਾਟ ਹੈ, ਤੁਸੀਂ ਇਹਦੇ 'ਚ ਸਾਡੀ ਇੰਨੀ ਸਿਕਿਉਰਿਟੀ ਜਮ੍ਹਾਂ ਕਰਾ ਦਿਓ, ਤੁਹਾਡੇ ਲਈ ਪਲਾਟ ਲਾ ਦਾਂਗੇ, ਇੱਕ ਬੰਦੇ ਨੂੰ ਫ੍ਰੀ ਨੌਕਰੀ ਦੇਵਾਂਗੇ, ਪੈਨਸ਼ਨ ਦੇਵਾਂਗੇ, ਸਿਕਿਉਰਿਟੀ ਮੈਨ ਰੱਖਾਂਗੇ, ਸਾਰਾ ਕੁਝ ਹੈਗਾ। 2.5-3 ਮਰਲੇ ਦਾ ਪਲਾਟ ਦੇ ਦਿਓ ਜਿੱਥੇ ਹੈਗਾ। ਉਹ ਵਿਚਾਰੇ ਆਪਣੀ ਸਿਕਿਉਰਿਟੀ ਜਮ੍ਹਾਂ ਕਰਾਉਂਦੇ ਆ, ਉਹਦੇ ਡਿਜੀਟਲ ਤੌਰ 'ਤੇ ਤੁਹਾਡਾ ਅਸੀਂ ਪਲਾਟ ਵੇਖ ਲਿਆ ਵਾ, ਕਾਗਜ਼ ਭੇਜ ਦਿਓ ਉਹਦੇ, ਉਹਨਾਂ ਕਾਗਜ਼ ਭੇਜ ਦੇਣੇ ਆ, ਸਾਰਾ ਕੁਝ ਕਰਕੇ ਉਹ ਪੈਸਾ ਉਹ ਹਜ਼ਮ ਕਰ ਜਾਣਗੇ। ਮੁੜ ਕੇ ਕਹਿਣਗੇ ਇੰਨਾ 22,000 ਹੋਰ ਭੇਜੋ, ਇਹਦੇ ਨਾਲ ਤੁਹਾਡਾ ਅਕਾਊਂਟ ਨੰਬਰ ਦਿਓ, ਅਸੀਂ ਉਹ 'ਚ ਤੁਹਾਨੂੰ ਪੈਸੇ ਭੇਜ ਦਾਂਗੇ। ਉਹ ਅਕਾਊਂਟ ਨੰਬਰ ਦਿੰਦੇ ਆ, ਬਾਕੀ ਜਿਹੜੇ ਉਹਨਾਂ ਦੇ ਪੈਸੇ ਉਹ ਵੀ ਉਦੋਂ ਰਫਾ ਦਫਾ ਉਹ ਵੀ ਕੱਢ ਕੇ ਲੈ ਜਾਂਦੇ। ਇਸ ਤਰ੍ਹਾਂ ਦੀਆਂ ਸਾਈਬਰ ਕ੍ਰਾਈਮ ਨਾਲ ਬੜੀਆਂ ਗੱਲਾਂ ਜੁੜੀਆਂ, ਸਾਈਬਰ ਕ੍ਰਾਈਮ ਨਾਲ ਬਹੁਤ ਜੁੜੀਆਂ ਹੋਈਆਂ ਗੱਲਾਂ ਨੇ। ਇੱਕ ਹੈਗਾ ਜਿਹੜਾ ਇੰਟਰਨੈਟ ਆਪਾਂ ਯੂਜ਼ ਕਰਦੇ ਹਾਂ, ਜੀ ਮਤਲਬ ਐਕਸਪਰਟਸ ਦੱਸਦੇ ਨੇ 10 ਤੋਂ 20% ਜਾਂ ਵੱਧ ਤੋਂ ਵੱਧ 25% ਸਾਡੇ ਸਾਹਮਣੇ ਖੁੱਲ੍ਹਾ ਹੁੰਦਾ ਹੈ। 75% ਇੰਟਰਨੈਟ ਦੀ ਉਹ ਸਾਈਡ ਹੈ ਜਿਹਨੂੰ ਆਪਾਂ ਕਹਿੰਦੇ ਆ ਡਾਰਕ ਸਾਈਡ, ਉਹ ਅੰਦਰ ਖਾਤੇ ਹੈ, ਉੱਥੇ ਕਿਸੇ ਨੂੰ ਵੜਨਾ ਵੀ ਨਹੀਂ ਚਾਹੀਦਾ। ਬਹੁਤ ਸੀਕ੍ਰੇਟ ਵੈਬਸਾਈਟਸ ਨੇ, ਬਹੁਤ ਸੀਕ੍ਰੇਟ ਲਿੰਕਸ ਨੇ, ਬਹੁਤ ਸੀਕ੍ਰੇਟ ਗਰੁੱਪਸ ਨੇ, ਉੱਥੇ ਸਾਨੂੰ ਜਾਣਾ ਵੀ ਨਹੀਂ ਚਾਹੀਦਾ, ਜਿਹੜੀ ਇੰਟਰਨੈਟ ਦੀ ਡਾਰਕ ਸਾਈਡ ਆ, ਕਿਉਂਕਿ ਉੱਥੇ ਸਾਰਾ ਕ੍ਰਾਈਮ ਹੈ। ਉੱਥੇ ਐਮੂਨੀਸ਼ਨ, ਉੱਥੇ ਵੈਪਨਸ, ਉੱਥੇ ਡਰੱਗਸ, ਉੱਥੇ ਮਾਫੀਆ, ਜੋ ਐਂਟੀ ਸੋਸ਼ਲ ਐਲੀਮੈਂਟਸ ਨੇ ਸਭ ਉੱਥੇ, ਸੀਕ੍ਰੇਟ ਸਰਵਿਸਿਜ਼ ਉੱਥੇ। ਜੇ ਗਲਤੀ ਨਾਲ ਕੋਈ ਉੱਥੇ ਵੜ ਗਿਆ ਤਾਂ ਉਹ ਟਾਰਗੇਟ ਤੇ ਆ ਜਾਏਗਾ। ਇਸ ਕਰਕੇ ਅਸੀਂ ਸਿਰਫ 25% ਦਾ ਯੂਜ਼ ਕਰਦੇ ਹਾਂ, ਯੂਜ਼ਰਸ ਦਾ, ਉਹਨਾਂ ਕਿ ਜਿੰਨਾ ਸਾਡਾ ਕੰਮ ਚੱਲਣ ਵਾਸਤੇ ਜ਼ਰੂਰੀ ਹੈ। ਜਿੱਥੇ ਤੁਸੀਂ ਫੈਸਿਲਿਟੀ ਲੈਣੀ, ਜਿੱਥੇ ਅਪਲਾਈ ਕਰਨਾ, ਜਿੱਥੇ ਤੁਸੀਂ ਜੌਬ ਲੈਣੀ ਆ, ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਬੈਨੀਫਿਟ ਲਈ ਆ, ਉਹਦੇ ਵਿੱਚ ਅੰਦਰ ਜਾਓਗੇ ਤਾਂ ਫਿਰ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਹੈ। ਔਰ ਉਹੀ ਸਾਈਬਰ ਕ੍ਰਾਈਮ ਹੈ। ਸਾਈਬਰ ਕ੍ਰਾਈਮ ਤੁਰਦਾ ਹੀ ਉੱਥੋਂ ਹੀ, ਕਿਉਂਕਿ ਜਿੰਨੇ ਸੀਕ੍ਰੇਟ ਗੱਲਾਂ, ਜੋ ਕੁਝ ਕਰਨਾ, ਜੋ ਉਹਨਾਂ ਨੇ ਕ੍ਰਾਈਮ ਕਰਨਾ, ਉਹ ਉੱਧਰੋਂ ਹੋ ਰਿਹਾ। ਡਾਰਕ ਸਾਈਡ ਤਦੇ ਹੈ ਨਾ, ਉਹ ਉਸ ਹਨੇਰੇ 'ਚ ਜਿਹੜਾ ਚਲ ਗਿਆ, ਉਸ ਖੂਹ 'ਚ ਜਿਹੜਾ ਡਿੱਗ ਪਿਆ, ਮੁੜ ਕੇ ਵਾਪਸ ਨਹੀਂ ਆਉਂਦਾ। ਨੈਚੁਰਲੀ ਉਹ ਟਾਰਗੇਟ ਤੇ ਆ ਜਾਏਗਾ ਕਿ ਕੌਣ ਹੈ ਜਿਹੜਾ ਇੱਧਰ ਆਇਆ, ਜਿਹੜਾ ਐਂਟਰੀ ਲੈ ਰਿਹਾ। ਉਹਦੇ ਤੁਸੀਂ ਆ ਜਿਹੜੇ ਸੋਸ਼ਲ ਮੀਡੀਆ 'ਤੇ ਤੁਹਾਡੇ ਮੈਸੇਂਜਰ ਚੱਲ ਰਹੇ ਆ, ਜਾਂ ਤੁਹਾਡਾ ਇੰਸਟਾਗ੍ਰਾਮ ਚੱਲ ਰਿਹਾ, ਇਹ ਵੀ ਹੈਕ ਹੋ ਜਾਂਦੇ ਆ, ਇਹਦੇ 'ਚ ਵੀ ਕਰਦੇ ਆ। ਤੁਹਾਨੂੰ ਉਹਨੂੰ ਯੂਟੀਲਾਈਜ਼ ਕਰਕੇ ਉਹਦੇ 'ਤੇ ਮੈਸੇਜ ਭੇਜਦੇ ਲੋਕਾਂ ਨੂੰ, ਉਹਦੇ ਨਾਲ ਫੜਿਆ ਹੋ ਜਾਊਗਾ ਜਿਹੜੇ ਬੰਦੇ ਦਾ ਅਕਾਊਂਟ ਉੱਥੇ ਚਲੇ ਗਿਆ। ਉਹਨੂੰ ਜਾਂ ਤਾਂ ਤੁਸੀਂ ਬਲੌਕ ਕਰ ਦਿਓ, ਜਲਦੀ ਉਹਨੂੰ ਕਰਕੇ ਡਿਲੀਟ ਕਰ ਦਿਓ, ਤਾਂ ਬਾਜੋਗੇ, ਨਹੀਂ ਤਾਂ ਤੁਹਾਡਾ ਉਹ ਵੀ ਹੈਂਗ ਹੋ ਜਾਂਦਾ। ਇਵਨ ਤੁਸੀਂ ਦੇਖੋ ਛੋਟੀ ਛੋਟੀ ਗੱਲਾਂ ਨੇ, ਫੇਸਬੁੱਕ ਅਕਾਊਂਟ ਤੱਕ ਉਹ ਵੀ ਹੈਕ ਹੋ ਜਾਂਦੇ ਨੇ, ਹੈਕ ਹੁੰਦੇ। ਉਹਦੇ ਉੱਤੇ ਵੀਡੀਓਜ਼, ਉਹ ਕੁਝ ਅਜੀਬ ਜਿਹੀਆਂ ਵੀਡੀਓਜ਼ ਪਾਉਣੀਆਂ ਸ਼ੁਰੂ ਕਰ ਦੇਣਗੇ, ਜਿਹੜੀਆਂ ਉਸ ਬੰਦੇ ਨਾਲ ਜੁੜੀਆਂ ਹੋਈਆਂ ਹੀ ਨਹੀਂ ਹੁੰਦੀਆਂ। ਫਿਰ ਉਹ ਦੁਬਾਰਾ ਪੋਸਟ ਕਰੇਗਾ ਕਿ ਇਹ ਮੈਂ ਨਹੀਂ ਪਾ ਰਿਹਾ, ਮੇਰਾ ਅਕਾਊਂਟ ਹੈਕ ਹੋ ਗਿਆ। ਸੋ ਇਹ ਬਹੁਤ ਸਾਰੀਆਂ ਗੇਮਸ ਨੇ। ਤਾਂ ਬਗੈਰ ਗੁਜ਼ਾਰਾ ਤਾਂ ਨਹੀਂ, ਪਰ ਗੁਜ਼ਾਰਾ ਇੰਨਾ ਵੀ ਨਾ ਹੋਵੇ ਕਿ ਤੁਸੀਂ ਉਹਦੇ ਅੰਦਰ ਇੰਨਾ ਚਲੇ ਜਾਓ, ਮੁੜ ਕੇ ਵਾਪਸ ਨਾ ਆਓ। ਕੰਮ ਤਾਂ ਕਰੋ ਜਿੰਨਾ ਯੂਟੀਲਾਈਜ਼ ਕਰਨਾ ਹੋ। ਜੇ ਤੁਸੀਂ ਅੰਦਰ ਦਾ ਅੰਦਰ ਚਲ ਜਾਓਗੇ, ਇਹ ਯੰਗ ਮੁੰਡੇ ਜ਼ਿਆਦਾ ਕਰ ਰਹੇ ਆ, ਜਿਹੜੇ ਅਬਵ 60 ਜਾਂ ਅਰਾਊਂਡ ਆ ਨਾ, ਉਹ ਸਿਰਫ ਫੋਨ ਸੁਣਦੇ ਆ, ਕਰਦੇ ਆ, ਜਾਂ WhatsApp ਚਲਾਉਂਦੇ ਆ। ਜ਼ਰੂਰੀ ਨਹੀਂ ਯੰਗ ਮੁੰਡਾ ਹੋਵੇ, ਕੋਈ ਵੀ ਹੋ ਸਕਦਾ। ਦਿਮਾਗ ਖੁਰਾਫਾਤੀ ਹੈ, ਦਿਮਾਗ ਸ਼ੈਤਾਨ ਹੈ। ਪਰ ਇਹ ਵੀ ਹੈ ਨਾ, ਇਹ ਯੁੱਗ ਉਹਨਾਂ ਦਾ ਕੰਪਿਊਟਰ ਦਾ, ਜੋ ਕਿ ਯੂਥ ਵਾਲਿਆਂ ਦਾ ਵਾ, ਜਿੰਨੇ ਮੁੰਡੇ ਬੱਚੇ ਸਟੂਡੈਂਟ ਆ ਪੜ੍ਹ ਰਹੇ, ਉਹਨਾਂ ਨੂੰ ਜ਼ਿਆਦਾ, ਉਹਨਾਂ ਨੂੰ ਪਤਾ ਵਿੰਡੋ ਕੀ ਆ, ਕਿੱਥੇ ਖੋਲਣੀ ਹੈ। ਇੱਕ ਚੀਜ਼ ਹੈ ਸਰ, ਇੱਕ ਚੀਜ਼ ਹੈ ਬਲਕਾਰ ਜੀ, ਕਿ ਜਿਹੜਾ ਯੂਥ ਹੈ ਨਾ, ਉਹ ਕੈਰੀਅਰ ਓਰੀਐਂਟਡ ਹੈ। ਉਹਨਾਂ ਨੂੰ ਕੈਰੀਅਰ ਵੱਲ ਜ਼ਿਆਦਾ ਧਿਆਨ ਹੈ। ਇਹ ਖੁਰਾਫਾਤੀ ਦਿਮਾਗ, ਸ਼ੈਤਾਨੀ ਦਿਮਾਗ, ਉਹ ਯੰਗ ਵੀ ਹੋ ਸਕਦਾ ਹੈ, ਉਹ ਮਿਡਲ ਏਜ ਦਾ ਵੀ ਹੋ ਸਕਦਾ ਹੈ, ਉਹ ਵੱਡੀ ਏਜ ਦਾ ਵੀ ਹੋ ਸਕਦਾ ਹੈ। ਯੂ ਨੋ, ਕਈ ਵਾਰ ਚੈਟਿੰਗਸ ਹੁੰਦੀਆਂ ਨੇ, ਗਰੁੱਪਸ ਚੈਟ ਕਰਦੇ ਨੇ। ਕਈ ਵਾਰ ਤੁਸੀਂ ਦੇਖੋ ਕਿ ਵੱਡੀ ਏਜ ਦੇ
ਵੱਡੀ ਏਜ ਦੇ ਲੋਕ ਉਹਨਾਂ ਨੇ ਗਰੁੱਪਸ ਦੇ ਵਿੱਚ ਐਂਟਰੀ ਲਿੱਤੀ ਹੋਈ ਹੈ ਔਰ ਉੱਥੇ ਉਹ ਚੈਟਿੰਗ ਕਰ ਰਹੇ ਨੇ ਹਾਂ ਔਰ ਮਿਆਰ ਤੋਂ ਡਿੱਗੀਆਂ ਹੋਈਆਂ ਗੱਲਾਂ ਕਰ ਰਹੇ ਨੇ ਉਹ ਤਾਂ ਹੈ ਔਰ ਉਮਰ ਕਿੰਨੀ ਹੈ 50 ਪਲੱਸ। ਹਾਂ मतलब ये है शैतान दिमाग कोई भी हो सकता है, ਖੁਰਾਫਾਤੀ ਹੈ ਜਿੱਥੇ ਮਰਜੀ ਜਾ ਕੇ ਉਹ ਗਲਤ यस वो 20 साल ਦਾ ਵੀ ਹੋ ਸਕਦਾ ਹੈ, ਉਹ 60 ਸਾਲ ਦਾ ਵੀ ਹੋ ਸਕਦਾ ਹੈ। ਇਹ ਸ਼ੈਤਾਨ ਦਿਮਾਗ ਹੈ, ਉਹ ਕਿਸੇ ਉਮਰ ਦਾ ਵੀ ਹੋ ਸਕਦਾ ਹੈ। ਇਸ ਕਰਕੇ ਨੈਗੇਟਿਵਿਟੀ ਜ਼ਿਆਦਾ ਆ ਗਈ ਇਹਦੇ ਚ, ਜ਼ਿਆਦਾ ਆ ਗਈ ਹੈ ਔਰ ਇਸ ਕਰਕੇ ਬਚ ਕੇ ਰਹਿਣਾ ਚਾਹੀਦਾ। ਸਿਰਫ ਉਹਨਾਂ ਹੀ ਜਿਹੜਾ ਫੋਕਸ ਰਵੋ। ਬਾਕੀ ਰਿਹਾ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਕਿਉਂਕਿ ਜੋ ਚੀਜ਼ ਆਉਂਦੀ ਜਿਹਦੀ ਫੈਸਿਲਿਟੀ ਹੁੰਦੀ ਹੈ ਨਾਲ ਉਹਦੇ ਨੁਕਸਾਨ ਵੀ ਆਉਂਦੇ ਨੇ। ਸਾਨੂੰ ਬਿਲਕੁਲ ਐਜੂਕੇਟ ਕਰਨਾ ਚਾਹੀਦਾ ਆਪਣੇ ਪਰਿਵਾਰ ਨੂੰ ਕਿ ਬਚ ਕੇ ਰਹੋ ਇਹਨਾਂ ਲੋਕਾਂ ਕੋਲ। ਔਰ ਆਪਣੇ ਜਿਹੜੇ ਨੰਬਰ ਨੇ ਨਾ ਜਿਹੜੇ ਕੋਡਸ ਹੁੰਦੇ ਨੇ, ਬੈਂਕ ਅਕਾਊਂਟ ਦੇ ਕੋਡਸ ਹੋ ਗਏ, ਪਾਸਵਰਡਸ ਹੋ ਗਏ, ਇਹ ਸਭ ਸ਼ੇਅਰ ਨਾ ਕਰੋ ਔਰ ਬਚ ਕੇ ਰਹੋ। ਤੇ ਬੈਂਕ ਅਕਾਊਂਟ ਜਿਹੜੇ ਤੁਹਾਡੇ ਆਧਾਰ ਕਾਰਡ ਨੰਬਰ ਇਹ ਸਾਰੇ ਜੇ ਕਰੋਗੇ ਲੋਕਾਂ ਨਾਲ ਤੇ ਤੁਹਾਡਾ ਸਾਰਾ ਕੁਝ ਖਜ਼ਾਨਾ ਖਾਲੀ ਉਹਦੇ ਨਾਲ ਹੀ ਐਵਰੀਥਿੰਗ ਸੋ ਬਚ ਕੇ ਰਹੋ। ਜਿਹਨੂੰ ਕਹਿੰਦੇ ਨੇ ਨਾ ਆਪਣੇ ਆਪ ਨੂੰ ਆਪ ਹੀ ਬਚਾ ਕੇ ਰੱਖੋ। ਸਮਾਂ ਇਸ ਤਰ੍ਹਾਂ ਦਾ ਆ ਰਿਹਾ, ਆਪਣੇ ਆਪ ਨੂੰ ਆਪ ਹੀ ਬਚਾ ਕੇ ਰੱਖੋ, ਵਧੀਆ ਰਹੇਗਾ ਇਹ। ਸੋ ਅੱਗੇ ਵਧੀਏ। ਇਹ ਪੰਜਾਬ ਦੇ ਵਿੱਚ ਨਾ ਜਿਹੜੀ ਫਿਰ ਤੋਂ ਪਰਾਲੀ ਦੀ ਸਮੱਸਿਆ ਖੜੀ ਹੋ ਗਈ ਹੈ ਤੇ ਜਿਉਂ-ਜਿਉਂ ਉਹ ਖੇਤ ਸੁੱਕਣੇ ਸ਼ੁਰੂ ਹੋ ਗਏ ਨੇ ਕਿਉਂਕਿ ਫਸਲਾਂ ਵੱਢਣ ਤੋਂ ਬਾਅਦ ਤਿਉਂ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਔਰ ਪੰਜਾਬ ਨੰਬਰ 1 ਤੇ ਆ ਚੁੱਕਾ ਹੈ ਪਰਾਲੀ ਸਾੜਨ ਦੇ ਵਿੱਚ। ਔਰ ਫਿਰ ਤੋਂ ਉਹੀ ਸਮੱਸਿਆਵਾਂ ਤੇ ਪ੍ਰਦੂਸ਼ਣ ਬੋਰਡ ਕਹਿੰਦਾ ਕਿ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਉਹ ਕਹਿੰਦਾ ਕਿ ਲਗਭਗ 5 ਸਾਲ ਲੱਗ ਸਕਦੇ ਨੇ ਪੰਜਾਬ ਦੇ ਵਿੱਚ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ। ਹੁਣ ਕਾਰਨ ਇਹ ਹੈ 5 ਸਾਲ ਕਿਉਂ ਬਾਈ? 5 ਸਾਲ ਵੇਟ ਕਰਾਂਗੇ? ਅੱਜ ਤੁਸੀਂ 5 ਸਾਲ ਕਹਿ ਰਹੇ ਹੋ, ਕੱਲ ਨੂੰ ਤੁਸੀਂ 2 ਸਾਲ ਹੋਰ ਵਧਾ ਦਿਓਗੇ, ਕੀ ਭਰੋਸਾ? ਆਓ ਬੈਠੇ ਨਹੀਂ ਹੈਗੇ। এনवायरमेंट ਗ੍ਰੀਨ ਹਾਊਸ ਇਫੈਕਟ ਇੰਨੇ 2020 ਤੱਕ ਅਸੀਂ ਖਤਮ ਕਰ ਦਾਂਗੇ, ਹੁਣ 2030 ਤੱਕ ਕਰ ਦਾਂਗੇ, 10 ਸਾਲ ਵਧਾ ਦਿੱਤੇ। ਇਦਾਂ ਵਧਾਈ ਜਾਓ। ਇਹ ਤਾਂ ਕੋਈ ਗੱਲ ਨਹੀਂ ਨਾ। 5 ਸਾਲ ਕਿਉਂ, 1 ਸਾਲ ਕਿਉਂ ਨਹੀਂ? ਕਿਉਂਕਿ ਜਾਗਰੂਕ ਕਰੋ। ਇਹ ਮਸਲਾ ਬੜਾ ਪੁਰਾਣਾ ਮਸਲਾ, ਕਈ ਸਰਕਾਰਾਂ ਆਈਆਂ ਤੇ ਕਈ ਆ ਰਹੀਆਂ, ਪਰ ਇਹ ਦੇਖੋ ਇੰਨਾ ਵੱਡਾ ਸੰਗੀਨ ਮਸਲਾ ਨਹੀਂ ਹੈਗਾ ਜਿਹਦੇ 'ਚ ਜੇ ਇਹਨਾਂ ਨੇ 5 ਸਾਲ ਦੀ ਗੱਲ ਕਹੀ ਆ ਕਿ 5 ਸਾਲ ਲੱਗਣਗੇ, ਪ੍ਰਦੂਸ਼ਣ ਬੋਰਡ ਨੇ ਕਿਹਾ ਤੇ ਬਾਕੀ ਪੰਜਾਬ ਗਵਰਨਮੈਂਟ ਵੀ ਕਹਿ ਰਹੀ ਆ, ਜੇ ਉਹਨਾਂ ਦੇ ਵੱਸੋਂ ਬਾਹਰ ਦੀ ਗੱਲ ਹੈ ਤੇ ਹੋ ਸਕਦਾ 5 ਸਾਲਾਂ ਤੱਕ ਤਾਂ ਕਿਸਾਨ ਹੀ ਝੋਨਾ ਲਾਉਣੋਂ ਹਟ ਜਾਣਗੇ, ਫਿਰ ਤਾਂ ਮੁੱਦਾ ਬਿਲਕੁਲ ਆਪਣੇ ਆਪ ਹੀ ਖਤਮ ਹੋ ਜਾਣਾ। ਦੂਜੀ ਗੱਲ ਰਹੀ ਕਿ ਜਿਹੜਾ ਇਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਕਈ ਸਾਇੰਟਿਸਟਾਂ ਨੇ ਸੁਝਾਅ ਦਿੱਤੇ ਆ ਕੰਪੋਜ਼ ਜਿਹੜੀ ਇਹਨਾਂ ਨੇ ਕਹਿਤਾ ਕਿ ਉਹਦੇ ਨਾਲ ਬਣਾ ਕੇ ਪਰਾਲੀ ਜਦੋਂ ਆਉਂਦਾ ਉਹਨੂੰ ਵਿੱਚ ਉਹਦੇ 'ਤੇ ਛਿੜਕਾਅ ਕਰਦੇ ਆ, ਇਸ ਤਰ੍ਹਾਂ ਦਾ ਉਹਦੇ ਵਿੱਚ ਕੈਮੀਕਲ ਆ, ਉਹਦੇ ਨਾਲ ਉਹ ਗਲਦੀ ਆ ਔਰ ਉਹਦੇ ਵਿੱਚ ਉਹ ਖਾਦ ਬਣ ਕੇ ਫਿਰ ਉਹਨੂੰ ਵਾਹ ਦਿੱਤਾ ਜਾਂਦਾ, ਵਿੱਚ ਖਾਦ ਤੇ ਬਣ ਜਾਂਦੀ ਔਰ ਉਹਦੇ ਵਿੱਚ ਪੈਦਾਵਾਰ ਹੋਰ ਵੱਧਦੀ ਆ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਟਿਸਟਾਂ ਦੇ ਸੁਝਾਅ ਵੀ ਹੈਗੇ ਆ ਔਰ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਅਸੀਂ ਨਾਲ ਤੁਹਾਡੇ ਸਹਿਯੋਗ ਦੇਵਾਂਗੇ। ਪਰ ਹੁਣ ਰਹੀ ਗੱਲ ਪੰਜਾਬ ਗੌਰਮੈਂਟ ਦੀ, ਇਹ ਕਿੰਨਾ ਕੁ ਉਹਨਾਂ ਨੂੰ ਅੱਗੇ ਸਹੂਲਤ ਦਿੰਦੀ ਆ, ਕਿੱਥੋਂ ਤੱਕ ਚੱਲਦੇ ਆ। ਔਰ ਕਿਸਾਨਾਂ ਦੇ ਨਾਲ ਇਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀਆਂ ਪੰਡਾਂ ਜਾਂ ਭਰੀਆਂ ਬੰਨ੍ਹ ਕੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਗੱਤਾ ਅਤੇ ਕਾਗਜ਼ ਬਣਾਉਣ ਦੀਆਂ ਫੈਕਟਰੀਆਂ ਇੱਥੇ ਲਾਈਆਂ ਜਾਣ, ਇਹ ਪਰਾਲੀ ਵਿੱਚ ਵਰਤੀ ਜਾ ਸਕਦੀ ਹੈ। ਉਹ ਵੀ ਉੱਥੇ ਦਾ ਉੱਥੇ ਮਸਲਾ ਰਿਹਾ। ਮਸਲਾ ਇਹ ਹੈਗਾ ਕਿ ਜਦੋਂ ਕੋਈ ਗੱਲ ਚੱਲਦੀ ਹੈ, ਜਦੋਂ ਕੋਈ ਉਹਦੇ 'ਤੇ ਸਿੱਟੇ 'ਤੇ ਪਹੁੰਚਦੀ ਆ, ਉੱਥੋਂ ਬਾਅਦ ਫਿਰ ਇਹ ਕਹਿੰਦੇ ਆ ਕਿ ਇਸ ਵੇਲੇ ਆਰਥਿਕ ਜਿਹੜੀ ਸਹੂਲਤਾਂ ਨਹੀਂ ਹੈਗੀਆਂ, ਪੈਸੇ ਦੀ ਘਾਟ ਆ ਗਈ। ਔਰ ਇਹਦੇ ਵਿੱਚ ਇਹਨਾਂ ਨੇ ਮਸ਼ੀਨਾਂ ਵੀ ਇਹਨਾਂ ਨੇ ਸਬਸਿਡੀ ਲਈ ਦਿੱਤੀਆਂ ਸੀਗੀਆਂ ਪਹਿਲੋਂ ਕਿ ਉਹਦੇ 'ਚ ਐਲਾਨ ਹੋ ਗਿਆ ਹੈਗਾ ਕਿ ਕਿਸਾਨਾਂ ਨੂੰ ਅਸੀਂ ਦੇ ਰਹੇ ਸਬਸਿਡੀ, ਪਰ ਉਹ ਇੱਕ ਮਸ਼ੀਨ ਅਜੇ ਤੱਕ ਨਹੀਂ ਆਈ। ਫਿਰ ਇਹਨਾਂ ਨੇ ਲੱਭ ਲਿਆ ਕਿ ਪਿਛਲੀਆਂ ਸਰਕਾਰਾਂ ਨੇ ਕਿੰਨੀਆਂ ਮਸ਼ੀਨਾਂ ਦਿੱਤੀਆਂ ਸੀ, ਉਹਨਾਂ ਨੇ ਇਹ ਕਹਿਤਾ ਕੁਝ ਟੈਂਡਰ ਜਿਹੜੇ ਦਿੱਤੇ ਸੀ ਉਹਨਾਂ 'ਚ ਘਪਲੇ ਹੋਏ ਆ। ਔਰ ਸਭ ਤੋਂ ਵੱਧ ਇਹਨਾਂ ਨੇ ਪਹਿਲਾਂ ਤਾਂ ਘਪਲਿਆਂ ਵਾਲੇ ਪਾਸੇ ਜਾਂਦੇ, ਘੁਟਾਲਿਆਂ ਵਾਲੇ ਪਾਸੇ ਜਾਂਦੇ ਆ, ਅਤੇ ਜਿਹੜਾ ਅਗਲਾ ਮਸਲਾ ਵਾ ਉਹ ਉੱਥੇ ਦਾ ਉੱਥੇ ਰਹਿ ਜਾਂਦਾ। ਉਹ ਕਹਿੰਦੇ ਨੇ ਵੀ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ ਆ ਜਾਂਦੀ। ਫਿਰ ਵੀ ਜੇ ਤੁਸੀਂ ਇਹ ਝੋਨਾ ਜਿਹੜੀ ਪਰਾਲੀ ਆ, ਜੇ ਤੁਹਾਡੇ ਕੋਲ ਇਹ ਨਹੀਂ ਸੰਭਾਲੀ ਜਾ ਰਹੀ ਤਾਂ ਤੁਸੀਂ ਫਿਰ ਕਿਸਾਨ ਨੂੰ ਇਹ ਕਿਉਂ ਨਹੀਂ ਕਹਿ ਦਿੰਦੇ ਕਿ ਕਿਸਾਨ ਵੀਰ ਜੀ ਤੁਸੀਂ ਇੱਦਾਂ ਕਰੋ ਕਿ ਝੋਨਾ ਲਾਉਣਾ ਬੰਦ ਕਰ ਦਿਓ, ਅਤੇ ਜਿਹੜੇ ਹੈਗੀਆਂ ਮੱਕੀ ਲਾਓ, ਮੱਕੀ ਦੇ ਖੇਤ ਫਿਰ ਉਸੇ ਤਰ੍ਹਾਂ ਕਰੋ, ਉਹਦੇ ਨਾਲ ਤੁਸੀਂ ਸੂਰਜਮੁਖੀ ਬੀਜ ਦਿਓ। ਕਈ ਚੀਜ਼ਾਂ ਹੈਗੀਆਂ ਜਿਹੜੀਆਂ ਉਹਦੇ 'ਚ ਹੈਗਾ, ਜੇ ਤੁਹਾਡੇ ਕੋਲ ਨਹੀਂ ਸੰਭਾਲਿਆ ਜਾਂਦਾ। ਜਦੋਂ ਕਿ ਪੰਜਾਬ 60 ਬੋਰੀਆਂ 100 ਦੇ ਵਿੱਚੋਂ 60 ਬੋਰੀਆਂ ਇਕੱਲਾ ਝੋਨੇ ਦੀਆਂ ਪੰਜਾਬ ਦਿੰਦਾ ਸੈਂਟਰ ਨੂੰ, ਔਰ ਕਣਕ ਦੀਆਂ ਵੀ ਇੰਨੀਆਂ ਦਿੰਦੀਆਂ, ਅਤੇ ਇਹ ਕੌਣ ਖਾ ਰਿਹਾ? ਪੂਰਾ ਦੇਸ਼। ਅਤੇ ਜੇ ਪੂਰਾ ਦੇਸ਼ ਦੇ ਖਾ ਰਿਹਾ ਤਾਂ ਸੈਂਟਰ ਕਿਉਂ ਨਹੀਂ ਇਹਦੇ ਨਾਲ ਜੁੜ ਰਹੀ? ਜਦੋਂ ਕਿ ਇਹਨਾਂ ਨੇ ਕਿਹਾ ਹੈਗਾ ਕਿ ਪਰਾਲੀ ਨੂੰ ਸਮਝਣ ਲਈ ਜਾਂ ਸਾੜਨ ਲਈ ਜਾਂ ਨੂੰ ਸਮਝਾਉਣ ਲਈ, ਪਰਾਲੀ ਨੂੰ ਸੰਭਾਲਣ ਲਈ ਸੈਂਟਰ ਨੂੰ ਵੀ ਪੈਸਾ ਦੇਣਾ ਚਾਹੀਦਾ। ਕੇਜਰੀਵਾਲ ਸਾਹਿਬ ਮੰਨ ਗਏ ਸੀ ਕਿ ਉਹਨਾਂ ਨੇ ਕੁਝ ਪੈਸਾ ਦੇਣਾ ਸੀ, ਕੁਝ ਸਟੇਟ ਨੇ ਦੇਣਾ ਸੀ, 3 ਧਿਰਾਂ ਨੇ ਪੈਸਾ ਜੋੜ ਕੇ ਦੇਣਾ ਸੀਗਾ ਇਹਦੇ ਵਿੱਚ, ਪਰ ਉਹਦੇ ਵਿੱਚ ਸੈਂਟਰ ਵੀ ਦੌੜ ਗਿਆ। ਉਹਨਾਂ ਨੇ ਸੈਂਟਰ ਨੇ ਤਾਂ ਹੱਥ ਖੜੇ ਕਰਤੇ। ਹੱਥ ਖੜੇ ਕਰਤੇ, ਬਿਲਕੁਲ ਸਹੀ ਗੱਲ। ਅਤੇ ਕੇਜਰੀਵਾਲ ਸਾਹਿਬ ਵੀ ਨਹੀਂ ਅੱਗੇ ਵਧੇ ਅਤੇ ਪੰਜਾਬ ਗੌਰਮੈਂਟ ਨੇ ਕਿਹਾ ਸਾਡੇ ਕੋਲ ਪੈਸਾ ਹੈ ਨਹੀਂ। ਹੁਣ ਦੇਖੋ ਇਹ ਗੱਲਾਂ ਕਿੱਥੇ ਆਉਂਦੀਆਂ? ਇਹ ਗੱਲਾਂ ਫੋਕੀਏ ਥੋਥੇ ਵਾਅਦਿਆਂ ਵੱਲ ਚੱਲ ਜਾਂਦੀਆਂ।
ਗੱਲ ਕੋਈ ਵੱਡੀ ਨਹੀਂ ਹੈਗੀ। ਪੰਜਾਬ ਦੇ ਕਿਸਾਨ ਹੀ ਭਾਵੇਂ 10 ਇਕੱਠੇ ਕਰ ਲਓ, ਉਹੀ ਤੁਹਾਨੂੰ ਸੁਝਾਅ ਦੇ ਦੇਣਗੇ ਵੀ ਇਹਦਾ ਹੱਲ ਕੀ ਹੈਗਾ। ਪਰ ਇਹਨੂੰ ਐਸਾ ਖਲਜਗਣ ਬਣਾ ਲਿਆ, ਐਸਾ ਇਹਦਾ ਵੱਡਾ ਵਿੱਢ ਲਿਆ ਇਹਨੂੰ, ਵੱਡਾ ਐਸਾ ਗਿੱਲਾ ਪੀਣ ਬਣਾ ਦਿੱਤਾ। ਪਰਾਲੀ ਸੰਭਾਲਣ ਦੀ ਕੋਈ ਵੱਡੀ ਗੱਲ ਨਹੀਂ। ਅੱਗੇ ਲੋਕ ਕੁਤਰ ਕੇ ਇਹਨੂੰ ਪਸ਼ੂਆਂ ਨੂੰ ਪਾਉਂਦੇ ਸੀ। ਕਿਉਂ ਨਹੀਂ ਇੱਦਾਂ ਦੀਆਂ ਗਾਵਾਂ ਜਿਹੜੀਆਂ ਅਵਾਰਾ ਗਾਵਾਂ ਘੁੰਮ ਰਹੀਆਂ, ਇਹਨਾਂ ਦੇ ਬਣਾ ਦੇਣ ਵੱਡੇ ਉਹਨਾਂ ਦੇ ਰਹਿਣ ਲਈ। ਉਹਨਾਂ ਦੇ ਜਿੱਥੇ ਉਹ ਚਾਰ ਦੁਆਰੀ ਬਣਾ ਕੇ ਵਿੱਚ ਰੱਖਣ, ਉੱਥੇ ਇਹਨਾਂ ਨੂੰ ਪੱਠੇ ਪਾਉਣ, ਦੁੱਧ ਲੈਣ ਉੱਥੇ। ਔਰ ਮੁੰਡੇ ਜਿਹੜੇ ਵਿਹਲੇ ਉਹਨਾਂ ਨੂੰ ਇੱਦਾਂ ਦਾ ਇੱਕ ਡੇਅਰੀ ਫਾਰਮ ਬਣਾ ਦੇਣ। ਪਰਾਲੀ ਉੱਥੇ ਆ ਸਕਦੀ ਹੈ, ਹਰਿਆ ਵਿੱਚ ਚਟਾਲਾ ਬਰਸੀਮ ਰਲਾ ਕੇ ਪਾਇਆ ਜਾ ਸਕਦਾ। ਪਰਾਲੀ ਇੱਕ ਖਾਈ ਜਾ ਸਕਦੀ, ਖਾਂਦੇ ਡੰਗਰ। ਗੁੱਜਰ ਜਿਹੜੇ ਹੈਗੇ ਜਿਨ੍ਹਾਂ ਦੀ ਮੱਝਾਂ ਲੈ ਕੇ ਆਉਂਦੇ ਆ, ਗੁੱਜਰ ਪਰਾਲੀ ਮੁੱਲ ਲੈਂਦੇ ਆ। ਔਰ ਕਿਉਂ ਨਹੀਂ ਉਹਨਾਂ ਨੂੰ ਇਸ ਤਰੀਕੇ ਨਾਲ ਲੈ ਜਾਂਦੇ? ਬੜੀਆਂ ਚੀਜ਼ਾਂ ਹੈਗੀਆਂ। ਔਰ ਗੁੱਜਰ ਪੰਜਾਬ 'ਚ ਬਹੁਤ ਬੈਠੇ ਆ, ਪਰ ਇਹ ਪਤਾ ਕੀ ਕਰਦੇ ਇਹਨਾਂ ਨੇ, ਕਿਤੇ ਸੈਂਟਰ ਤੱਕ ਗੱਲ, ਕਿਤੇ ਸਟੇਟ ਤੱਕ। ਇਹਨੂੰ ਇਹ ਪਤਾ ਕੀ ਕਰਦੇ, ਇਸ ਕਰਕੇ ਕਹਿੰਦੇ ਵੀ ਕੋਈ ਇਸ਼ੂ ਜਿਹੜਾ ਹੈਗਾ ਉਹਦਾ ਕੋਈ ਹੱਲ ਨਾ ਨਿਕਲ ਆਵੇ। ਹੱਲ ਇਸ ਕਰਕੇ ਕਹਿੰਦੇ ਫਿਰ ਕੱਲ੍ਹ ਨੂੰ ਗੱਲ ਕੀ ਕਰਾਂਗੇ? ਗੱਲ ਕਰਨ ਜੋਗਾ ਤਾਂ ਅੱਗੇ ਰੱਖ ਦੇਣ। ਗੱਲ ਇਹ ਨਗੂਣੀਆਂ ਗੱਲਾਂ ਕਿ ਕਿਸਾਨ ਮਸ਼ੀਨਰੀ ਕਿੱਥੋਂ ਲਿਆਉਣ ਜੀ, ਕਿਰਾਏ ਬਹੁਤ ਜ਼ਿਆਦਾ ਨੇ ਔਰ ਇਨਕਮ ਘੱਟ ਹੈ, ਕਿਉਂਕਿ ਪਹਿਲਾਂ ਵੀ ਇੰਨਾ ਫਾਇਦੇ ਦਾ ਬਿਜ਼ਨਸ ਨਹੀਂ ਰਹਿ ਗਿਆ ਖੇਤੀਬਾੜੀ। ਔਰ ਪਰਾਲੀ ਦਾ ਹੱਲ ਕਰਨ ਵਾਸਤੇ, ਪਰਾਲੀ ਨੂੰ ਕੱਢਣ ਵਾਸਤੇ ਜਿਹੜੀਆਂ ਮਸ਼ੀਨਾਂ ਆਉਣਗੀਆਂ, ਉਹਦਾ ਦੇ ਖਰਚੇ ਕੌਣ ਦੇਗਾ? ਉਹ ਖਰਚੇ ਵੀ ਵਧਣਗੇ। ਪਰਾਲੀ ਝੋਨੇ ਦੀ ਬਾਈ ਪ੍ਰੋਡਕਟ ਹੈ ਔਰ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ। ਕਈ ਫੈਕਟਰੀਆਂ ਨੇ ਜਿਹੜੀਆਂ ਐਗਰੀਕਲਚਰ ਦਾ ਜਿਹੜਾ ਵੇਸਟ ਆ ਉਹਦੇ ਆਧਾਰ ਦੇ ਉੱਤੇ ਕਈ ਐਗਰੀਕਲਚਰ ਦੇ ਪਲਾਂਟਸ ਲੱਗ ਸਕਦੇ ਨੇ। ਕਈਆਂ ਨੇ ਸੁਝਾਅ ਦਿੱਤੇ ਸੀਗੇ ਕਿ ਇਹਨੂੰ ਬਿਜਲੀ ਉਤਪਾਦਨ ਵਾਸਤੇ ਵੀ ਵਰਤ ਸਕਦੇ ਹਾਂ ਪਰਾਲੀ ਨੂੰ। ਕਈਆਂ ਨੇ ਸੁਝਾਅ ਦਿੱਤੇ ਸੀ ਕਿ ਇਹਦੇ ਗਲੀਚੇ, ਦਰੀਆਂ ਬਣ ਸਕਦੀਆਂ ਨੇ, ਬਹੁਤ ਕੁਝ ਬਣ ਸਕਦਾ। ਤੂੜੀ ਹੈ ਜਿਹੜੀ ਬਾਈ ਪ੍ਰੋਡਕਟ, ਜਿਹੜੀ ਕਣਕ ਦੀ ਬਾਈ ਪ੍ਰੋਡਕਟ ਹੈ ਨਾ, ਤੂੜੀ ਬਣਦੀ ਹੈ ਨਾੜ ਤੋਂ। ਤੇ ਕਿਉਂ ਨਹੀਂ ਇਹਦਾ ਉਹਨੂੰ ਕੁਤਰ ਕੇ ਉਹਦੇ ਵਿੱਚ ਮਿਲਾ ਕੇ ਸੁੱਕਾ? ਤੂੜੀ ਪਤਾ ਕਿੰਨੀ ਮਹਿੰਗੀ ਹੁੰਦੀ ਹੈ? ਉਹਨਾਂ ਕਣਕ ਮਹਿੰਗੀ ਹੈ, ਉਹਨਾਂ ਤੂੜੀ ਮਹਿੰਗੀ ਹੈ। ਜਿਹੜੀ ਡੰਗਰਾਂ ਨੂੰ ਆਪਾਂ ਪਾਉਂਦੇ, ਮੱਝਾਂ ਨੂੰ ਪਾਉਂਦੇ ਹਾਂ ਜਦੋਂ ਆਪਾਂ ਦੁੱਧ। ਜੀ ਜੀ। ਔਰ ਉਹਦੇ 'ਚ ਤੂੜੀ ਕਿਉਂ ਨਹੀਂ ਮਿਕਸ ਹੋ ਸਕਦੀ? ਉਹ 'ਚ ਕਿਉਂ ਨਹੀਂ ਟੋਕੇ ਲਾ ਕੇ ਗਿੜਦੇ? ਟੋਕੇ ਜਿਹੜੇ ਉਹਨਾਂ ਟੋਕਿਆਂ ਦੇ ਨਾਲ ਤੂੜੀ ਬਰੀਕ ਕੱਟ ਜਿਹੜੀ ਬਣਾ ਕੇ ਉਹਦੀ ਉਹ ਕੁਤਰ ਕੇ ਉਹਦੇ ਵਿੱਚ ਮਿਕਸ ਕਰਕੇ ਆ ਮੂਸਲ ਬਣਾਉਂਦੇ ਆ, ਕੁੱਪ ਬਣਾਉਂਦੇ, ਉਹ 'ਚ ਜਮ੍ਹਾਂ ਕਰ ਲਈ ਜਾਵੇ। ਸਿੰਪਲ ਕੰਮ ਹੈ ਕਿ ਨਹੀਂ? ਉਹਦੇ ਵਿੱਚ ਨਹੀਂ ਤਾਂ ਇਹ ਥੋੜ੍ਹਾ ਜਿਹਾ ਚਾਰਾ ਬਣਾ ਕੇ ਨਾ, ਜਿੱਦਾਂ ਪੱਠਿਆਂ ਦਾ ਅਚਾਰ ਪਾਉਂਦੇ ਆ ਉਹਦੇ ਨਾਲ, ਬਾਕੀ ਜਿਹੜੇ ਹਰੇ ਚਾਰੇ ਦਾ, ਇਸੇ ਤਰ੍ਹਾਂ ਇਹਨੂੰ ਇਕੱਠਾ ਕਰਕੇ ਜਿਹੜੀ ਹਰੀ ਪਰਾਲੀ ਉਹਨੂੰ ਥੱਲੇ ਦੱਬ ਦਿੰਦੇ ਆ, ਉੱਤੇ ਉਹਨੂੰ ਲਿਪ ਦਿੰਦੇ ਆ। ਬੜਾ ਕੁਛ ਹੁੰਦਾ। ਔਰ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਸਾਇੰਟਿਸਟ, ਬਰੀਡਰ ਉੱਥੇ ਜਿੰਨੇ ਬੈਠੇ ਨੇ ਸਾਇੰਟਿਸਟ ਕਰ ਸਕਦੇ। ਉਹਨਾਂ ਨੂੰ ਅੱਗੇ ਤਾਂ ਲਾਉਣ ਸਹੀ, ਉਹਨਾਂ ਨਾਲ ਮੀਟਿੰਗ ਤੇ ਕਰਨ ਸਹੀ। ਔਰ ਨਾ ਕਿਸੇ ਗੌਰਮੈਂਟ ਨੇ ਕੀਤੀ ਆ, ਨਾ ਪਿਛਲੀ ਗੌਰਮੈਂਟ ਨੇ ਕੀਤੀ ਆ। ਜਿਹੜੇ ਖੇਤੀਬਾੜੀ ਦੇ ਵਿਗਿਆਨੀ ਨੇ ਉਹ ਇਸ ਗੱਲ ਨੂੰ ਸਮਝਦੇ ਨੇ, ਜਾਣਦੇ ਨੇ। ਪਰ ਹੁਣ ਆਪਣੇ ਆਪ ਸੁਝਾਅ ਕੌਣ ਦੇਊਗਾ ਇਹਨਾਂ ਨੂੰ? ਉਸੇ ਤਰ੍ਹਾਂ ਦੀ ਗੱਲ ਹੈ ਨਾ, ਮੀਡੀਆ 'ਤੇ ਆ ਕੇ ਬੋਲਣ, ਮੀਡੀਆ ਨਾਲ ਗੱਲ ਕਰਨ, ਪਤਾ ਲੱਗ ਜੇ ਸਾਰਿਆਂ ਨੂੰ, 1 ਬਾਈ 1 ਸਾਰਿਆਂ ਨੂੰ। ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹਨੇ ਸਟੂਡੈਂਟ ਹੈਗੇ ਆ, ਉਹ ਵਿਦਿਆਰਥੀਆਂ ਨੂੰ ਅਸੀਂ ਪਿੰਡਾਂ 'ਚ ਲਾਵਾਂਗੇ। ਉਹ BSc ਐਗਰੀਕਲਚਰ, MSc ਐਗਰੀਕਲਚਰ ਵਾਲੇ ਮੁੰਡੇ ਆ। ਹੁਣ ਉਹ ਮੁੰਡੇ ਉੱਥੇ ਦੇ ਉੱਥੇ ਅਜੇ ਤੱਕ ਕੁਝ ਸੁਣਿਆ ਗਿਆ ਹੋਵੇ? ਕਈ ਵਾਰੀ ਭਾਸ਼ਣ ਦੇ ਵਿੱਚ ਹੀ ਗੱਲ ਨਿਕਲ ਜਾਂਦੀ ਹੈ। ਇਹ ਗੱਲ ਸਿਰਫ ਥੋਥੇ ਵਾਅਦੇ ਬਣ ਕੇ ਰਹਿ ਗਈ ਬਸ ਜੀ। ਥੋਥੇ ਵਾਅਦੇ ਬਣ ਕੇ ਰਹਿ ਗਈ ਹੈ। ਪਰ ਆਹ ਗੱਲ ਨਾ ਥੋਥੇ ਵਾਅਦੇ ਬਣੇ ਕਿ ਦੇਸ਼ ਦੀ ਜਿਹੜੀ GDP ਹੈ ਉਹ ਘਟਦੀ ਪਈ ਹੈ। ਤੇ ਕਾਂਗਰਸ ਨੇ ਤਾਂ ਘੇਰਨਾ ਹੀ ਹੈ, ਬਾਕੀ ਵਿਰੋਧੀ ਧਿਰ ਵੀ ਘੇਰਦੇ ਪਏ ਨੇ। ਆંકੜੇ ਇਹ ਕਹਿੰਦੇ ਨੇ, ਓਕੇ, ਆંકੜੇ ਇਹ ਕਹਿੰਦੇ ਨੇ, ਨਿੱਤ ਦਿਨ ਨਵੇਂ ਆંકੜੇ ਲੈ ਕੇ ਆ ਜਾਂਦੀ ਸਰਕਾਰ। ਜਿਹੜੀ ਪ੍ਰੈਕਟੀਕਲ ਲਾਈਫ ਅਸੀਂ ਦੇਖਦੇ ਪਏ ਹਾਂ, ਜੋ ਹਾਲ ਹੈਗਾ ਲੋਕਾਂ ਦਾ, ਮਹਿੰਗਾਈ ਦਾ ਜੋ ਹਾਲ ਹੈ, ਜੀ ਜੀ, ਰੋਟੀ ਖਾਣੀ ਮੁਸ਼ਕਿਲ ਹੋ ਗਈ ਲੋਕਾਂ ਵਾਸਤੇ। ਤੁਸੀਂ ਆંકੜੇ ਦਿਖਾ ਰਹੇ ਹੋ, ਫਿਰ ਕਹਿਣਗੇ ਦੇਖੋ ਫਲਾਣੀ ਕੰਟਰੀ ਦੀ ਵੀ GDP ਥੱਲੇ ਹੈ, ਫਲਾਣੀ ਕੰਟਰੀ ਦੀ ਵੀ ਥੱਲੇ ਹੈ, ਸਾਡੀ ਵੀ ਥੱਲੇ ਹੋ ਗਈ ਤਾਂ ਕੀ ਹੋ ਗਿਆ? ਕਮਾਲ ਹੋ ਗਈ। ਉਹ ਵੀ ਫੇਲ ਹੋ ਗਿਆ, ਉਹ ਵੀ ਫੇਲ ਹੋ ਗਿਆ। ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋ ਗਿਆ? ਉਹ ਕੋਈ ਫੇਲ ਹੋਵੇ ਨਾ ਹੋਵੇ, ਤੁਸੀਂ ਤਾਂ ਪਾਸ ਹੋਣੇ ਚਾਹੀਦੇ ਹੋ। ਬਾਕੀ ਕੰਟਰੀਜ਼ ਦੀ ਜੋ ਹੈ, ਫਿਰ ਕਹਿਣਗੇ ਵਰਤਾਰਾ ਇਦਾਂ ਚੱਲਦਾ ਪਿਆ ਪੂਰੀ ਦੁਨੀਆ ਦਾ, ਇਸ ਕਰਕੇ। ਤੇ ਫਿਰ ਤੁਹਾਡੇ ਉਹ ਖਾਸ ਬੰਦੇ ਦੁਨੀਆ ਦੇ ਨੰਬਰ 3 ਤੇ ਨੰਬਰ 2 ਦੇ ਅਮੀਰ ਆਦਮੀ ਕਿਵੇਂ ਬਣਦੇ ਪਏ ਨੇ? ਬਿਲਕੁਲ ਸਹੀ ਗੱਲ। ਇਹ ਵੀ ਤਾਂ ਜਵਾਬ ਦਿਓ ਨਾ। ਉਹ ਕਿਹੜੀ ਪਾਲਿਸੀ ਹੈ ਜਿਹੜੀ ਉਹਨਾਂ ਨੂੰ ਸਪੋਰਟ ਕਰਦੀ ਪਈ ਹੈ? ਐਡਾ ਮਿਹਨਤੀ ਤੇ ਸ਼ਾਇਦ ਕੋਈ ਵੀ ਨਹੀਂ ਹੁੰਦਾ ਕਿ ਜਿਹੜਾ ਇੱਦਾਂ ਦੁਨੀਆ ਦਾ ਦੂਸਰੇ ਨੰਬਰ ਦਾ ਜਾਂ ਤੀਸਰੇ ਨੰਬਰ ਦਾ ਅਮੀਰ ਆਦਮੀ ਬਣ ਜਾਵੇ, ਜਦੋਂ ਤੱਕ ਬੈਕਅਪ ਨਾ ਹੋਵੇ ਉਹਨੂੰ, ਜਦੋਂ ਤੱਕ ਪਾਲਿਸੀ ਉਹਨੂੰ ਫੇਵਰ ਨਾ ਕਰੇ। ਸਾਰੇ ਮਿਹਨਤ ਕਰਨ ਨੂੰ ਤਿਆਰ ਨੇ, ਸਾਰੇ ਕਿਉਂ ਨਹੀਂ ਬਣ ਜਾਂਦੇ? ਸੋ ਇਹ ਵੀ ਚੀਜ਼ਾਂ ਨੇ। ਬਾਕੀ ਅਸੀਂ ਦੇਖਦੇ ਹਾਂ ਜਦੋਂ ਨਿੱਜੀਕਰਨ ਕੀਤਾ ਜਾਂਦਾ ਹੈ ਸਾਡੀ ਗਵਰਨਮੈਂਟ ਦੀਆਂ ਪ੍ਰੋਪਰਟੀਜ਼ ਦਾ, ਉਦੋਂ ਕੁਝ ਇੱਕ ਬਿਜ਼ਨਸ ਹਾਊਸਿਸ ਨੇ ਜਿਨ੍ਹਾਂ ਨੂੰ ਉਹ ਠੇਕੇ ਦਿੱਤੇ ਜਾਂਦੇ ਨੇ, ਸਭ ਨੂੰ ਨਹੀਂ ਮਿਲਦੇ। ਕਾਰਨ ਸੋ ਇਹ ਬੜੇ ਰੀਜ਼ਨਸ ਨੇ ਜਿਹਦੇ ਬਾਰੇ ਪੁੱਛਣਾ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਇਹ ਸਭ ਦਾ ਅਧਿਕਾਰ ਹੈ ਔਰ ਪੁੱਛਣਾ ਚਾਹੀਦਾ ਵੀ, ਔਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਵੀ। ਜਿਸ ਤਰ੍ਹਾਂ ਸਾਡਾ ਇਹ GDP ਦਾ ਜਿੰਨਾ ਗਰੋਥ ਰੇਟ ਹੈਗਾ, ਜਿਹੜਾ ਇਹਦੇ 'ਚ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹ ਇਹੀ ਕੰਪੈਰੇਟਿਵਲੀ ਇਹ ਦੇਖ ਰਹੇ ਆ ਕਿ ਮੌਜੂਦਾ ਸਰਕਾਰ ਕੇਂਦਰ ਦੀ ਜਦੋਂ ਆਈ ਹੈ ਨਾ, ਇਹ ਡਾਊਨ ਹੀ ਗਿਆ। ਹੁਣ 5.4 ਤੇ ਹੈ, 4.4 ਤੇ ਵੀ ਰਿਹਾ,
ਔਰ ਉਸ ਟਾਈਮ ਤੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ ਕਹਿੰਦੇ ਸੀ ਉਹ 20 ਤੱਕ ਵੀ ਰਿਹਾ, 22 ਤੱਕ ਵੀ ਰਿਹਾ। ਹੁਣ ਪਾ ਲਾ ਕੇ ਜਦੋਂ ਇਹਨਾਂ ਦਾ ਭਾਸ਼ਣ ਸੁਣਦੇ ਆ ਜਾਂ ਤੁਸੀਂ ਕਰਦੇ ਉਦੋਂ ਇਹ ਕਹਿੰਦੇ ਕਿ ਸਾਡੀ GDP ਤਾਂ ਇਸ ਵੇਲੇ ਬਿਲਕੁਲ ਉੱਪਰ ਆ, ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਤੋਂ ਕਿਤੇ ਅੱਗੇ ਆ। ਸਟਰੋਂਗੈਸਟ ਅਰਥ ਵਿਵਸਥਾ ਕਿਹਾ ਜਾਂਦਾ ਬਿਲਕੁਲ 5ਵੇਂ ਨੰਬਰ ਦੇ ਉੱਤੇ ਦੁਨੀਆ ਦੇ ਵਿੱਚ। ਹਾਂ, ਔਰ ਉਹਦੇ ਵਿੱਚ ਇਹ ਦੇਖੋ ਕਹਿਣ ਦਾ ਤੇ ਕਰਨ ਦਾ ਬੜਾ ਫਰਕ ਹੁੰਦਾ। ਹੁਣ ਜਿੱਥੇ ਗਰੋਥ ਰੇਟ ਜਿੱਥੇ ਸਾਡਾ ਪਿਆ ਵਾ ਉਹਦੇ 'ਤੇ ਜੋ ਕੁਛ ਹੈਗਾ ਉਹਦੇ ਨਾਲ ਤਾਂ ਮਹਿੰਗਾਈ ਦੀ ਤੁਸੀਂ ਗੱਲ ਕੀਤੀ ਆ, ਅੰਤਾਂ ਦੀ ਮਹਿੰਗਾਈ ਹੈਗੀ ਆ, ਜਿਹਦੇ ਵਿੱਚ ਲੋਕ ਆਪਣੀ ਖਰੀਦਦਾਰੀ ਆ ਉਹ ਕਿਸੇ ਤਰੀਕੇ ਨਾਲ ਨਹੀਂ ਕਰ ਸਕਦੇ। ਔਰ ਉਹਦੇ 'ਚ ਟੈਕਸ ਵੀ ਆ, ਜਿਹਦੇ 'ਚ ਤੁਹਾਨੂੰ ਜਿਹੜੇ ਟੈਕਸ ਆ ਉਹ ਵੀ ਦੇਣੇ ਪੈਂਦੇ ਆ। ਔਰ ਤੁਸੀਂ ਜੋ ਸਹੂਲਤਾਂ ਵਾ ਉਹਨਾਂ ਤੋਂ ਵਾਂਝੇ ਰਹਿੰਦੇ ਜੀ। ਉਹ ਇਸ ਕਰਕੇ ਵਾਂਝੇ ਰਹਿੰਦੇ ਜੀ ਕਿ ਤੁਹਾਨੂੰ ਪਤਾ ਆ ਕਿ ਤੁਹਾਡੀ ਉਹਨਾਂ ਨੇ ਕਹਿੰਦੇ ਕਿ ਜਦੋਂ ਤੁਸੀਂ ਜਾਂਦੇ ਦਫ਼ਤਰਾਂ 'ਚ ਉਦੋਂ ਤੁਹਾਨੂੰ ਦੱਸਦੇ ਆ ਜਾਂ ਜਿਹੜੇ ਡਿਪਾਰਟਮੈਂਟ ਆ ਉਹ ਦੱਸਦੇ ਵੀ ਸਾਡੀ ਜਿਹੜੀ ਆ ਗਰੋਥ ਰੇਟ ਆ ਬਹੁਤ ਡਾਊਨ ਆ, ਸਾਡੇ ਕੋਲ ਮਹਿਕਮਿਆਂ ਨੂੰ ਉਹ ਪੈਸਾ ਨਹੀਂ ਮਿਲ ਰਿਹਾ, ਜਦੋਂ ਕਿ ਸਾਡੀਆਂ ਸਾਰੀਆਂ ਯੂਨੀਵਰਸਿਟੀਆਂ ਵੀ ਇਸ ਇਕਨੋਮਿਕਲ ਦੌੜ ਤੋਂ ਪਿੱਛੇ ਰਹਿ ਗਈਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਈ ਇੰਨਾ ਫੰਡ ਨਹੀਂ ਸੀ ਹੈਗਾ, ਵਾਈਸ ਚਾਂਸਲਰ ਪਹਿਲੇ ਰਿਜ਼ਾਈਨ ਕਰ ਗਏ ਸੀ, ਬਾਕੀਆਂ ਨੂੰ ਤਨਖਾਹਾਂ ਨਹੀਂ ਸੀ ਮਿਲ ਰਹੀਆਂ। ਇਹੀ ਗੱਲ ਬਾਕੀ ਮਹਿਕਮਿਆਂ 'ਚ ਵੀ ਰਹੀ ਹੈ। ਜਿਹੜੇ ਵਿਚਾਰੇ EMPLOYE ਨੇ ਉਹਨਾਂ ਨੂੰ ਨਾ ਤਾਂ ਰਿਟਾਇਰਮੈਂਟ 'ਤੇ ਪੂਰਾ ਪੈਸਾ ਮਿਲਦਾ, ਨਾ ਉਹਨਾਂ ਨੂੰ DA ਚੱਜ ਨਾਲ ਮਿਲਿਆ, ਨਾ 7ਵਾਂ ਪੇ ਕਮਿਸ਼ਨ ਮਿਲਿਆ। ਉਹਦੇ ਨਾਲ ਜਿੰਨੇ ਵੀ ਟੀਚਰ ਨੇ ਉਹਨਾਂ ਨੂੰ ਤਨਖਾਹ ਹੀ 3 ਮਹੀਨਿਆਂ ਜਾਂ 5 ਮਹੀਨਿਆਂ ਬਾਅਦ ਮਿਲਦੀ ਹੈ। ਇਹ ਸਾਰਾ ਇਫੈਕਟ ਜਾਂ ਪ੍ਰਭਾਵ ਇਹੀ ਹੈਗਾ। ਔਰ ਤੁਹਾਡੀ ਰੋਜ਼ ਖਾਣ ਪੀਣ ਦੀਆਂ ਰੋਜ਼ਮਰਰਾ ਦੀਆਂ ਚੀਜ਼ਾਂ ਵੀ ਉੱਥੇ 7ਵੇਂ ਅਸਮਾਨ 'ਤੇ ਪਹੁੰਚੀਆਂ, ਜਿਹਦੇ 'ਚ ਤੁਹਾਡੇ ਜਿਹੜੀ ਗੈਸ ਸਿਲੰਡਰ ਨੇ ਉਹ ਕਿੱਥੋਂ ਤੱਕ ਪਹੁੰਚੇ ਆ, ਉਹ 1000 ਤੋਂ ਉੱਪਰ ਤੋਂ ਚਲੇ ਗਏ। ਔਰ ਉਹਦੇ ਨਾਲ ਦੁੱਧ ਦਾ ਰੇਟ ਕਿੱਥੇ ਹੈਗਾ, ਪੈਟਰੋਲ ਕਿੱਥੇ ਪਹੁੰਚ ਗਿਆ। ਇਹ ਮਹਿੰਗਾਈ ਦੀ ਮਾਰ ਵੀ ਇਸੇ ਕਰਕੇ ਹੈਗੀ ਆ ਕਿ ਤੁਹਾਡਾ ਜਿਹੜੀ GDP ਆ ਉਹਦਾ ਰੇਟ ਜਿਹੜਾ ਇੰਨਾ ਡਾਊਨ ਚਲੇ ਗਿਆ ਕਿ ਤੁਹਾਡਾ ਵਿਕਾਸ ਹੀ ਨਹੀਂ ਹੈਗਾ। ਤੁਹਾਡੇ ਪਾਸੇ ਤੁਸੀਂ ਉੱਦਾਂ ਤਾਂ ਦੱਸਦੇ ਕਿ ਪੌੜੀ ਦੇ 7ਵੇਂ ਡੰਡੇ 'ਤੇ ਬੈਠੇ ਜੇ, ਪਰ ਤੁਸੀਂ ਇਹ ਨਹੀਂ ਦੱਸ ਰਹੇ ਕਿ ਤੁਸੀਂ ਅਜੇ ਦੂਜੇ ਤੀਜੇ ਡੰਡੇ 'ਤੇ ਜੇ। ਉੱਥੋਂ ਤੱਕ ਤਾਂ ਤੁਸੀਂ ਉੱਦਾਂ ਹੀ ਦੇਖ ਰਹੇ ਜੇ ਉੱਧਰ ਨੂੰ, ਤੁਸੀਂ ਵੇਖ ਰਹੇ ਜੇ ਕਿ ਅਸੀਂ ਅਜੇ ਤੁਸੀਂ ਬੱਦਲਾਂ ਨੂੰ ਵਰਦਿਆਂ ਨਹੀਂ ਵੇਖਿਆ, ਬੱਦਲਾਂ ਨੂੰ ਗੜਕਦਿਆਂ ਵੇਖਿਆ ਹੈਗਾ। ਗੱਲ ਇਹ ਹੈ ਨਾ ਕਿ ਜਿਹੜੇ ਮੈਨੇਜਮੈਂਟ ਸਕੂਲ ਨੇ, ਬਿਜ਼ਨਸ ਸਕੂਲ ਨੇ, ਉਹਦੇ 'ਚ ਅਸੀਂ ਪੈਸਾ ਕਮਾਉਣ ਦਾ ਤਰੀਕਾ ਤਾਂ ਦੱਸ ਦਿੰਦੇ ਆ ਕਿ ਪੈਸਾ ਕਿਵੇਂ ਵੱਧ ਤੋਂ ਵੱਧ ਕਮਾਉਣਾ ਹੈ। ਬਿਲਕੁਲ। ਪਰ ਅਸੀਂ ਜਿਹੜੀਆਂ ਵੈਲਿਊਜ਼ ਨੇ ਨਾ, ਜਿਹੜਾ ਵੈਲਿਊ ਸਿਸਟਮ ਹੈ, ਜਿਹੜਾ ਉਸ ਪੈਸੇ ਨੂੰ ਕਮਾਉਣ ਦੇ ਪਿੱਛੇ ਤੁਹਾਡਾ ਨਜ਼ਰੀਆ ਹੋਣਾ ਚਾਹੀਦਾ, ਜੋ ਫਿਲਾਸਫੀ ਹੋਣੀ ਚਾਹੀਦੀ ਹੈ, ਜੋ ਫਲਸਫਾ ਹੋਣਾ ਚਾਹੀਦਾ, ਉਹਦੇ ਬਾਰੇ ਅਸੀਂ ਗੱਲ ਨਹੀਂ ਕਰਦੇ। ਗੱਲ ਤਾਂ ਉੱਥੇ ਹੈ ਕਿ ਸਾਡੀ ਸੋਚ ਕਿੱਥੇ ਖੜੀ ਹੈ। ਹਰ ਬੰਦਾ ਨੈਟਵਰਕ ਬਣਾਉਣ 'ਚ ਲੱਗਾ ਹੋਇਆ ਹੈ, ਹਰ ਬੰਦਾ ਨੈਟਵਰਕ ਮਾਰਕੀਟਿੰਗ ਬਣਾਉਣ 'ਚ ਲੱਗਾ ਹੋਇਆ ਹੈ। ਪ੍ਰੋਡਕਸ਼ਨ ਕਿਹਨੇ ਕਰਨੀ ਹੈ, ਪ੍ਰੋਡਿਊਸ ਕਿਹਨੇ ਕਰਨਾ। ਜਦੋਂ ਪ੍ਰੋਡਕਸ਼ਨ ਨਹੀਂ ਹੋਏਗੀ ਤੇ ਕਿਸ ਚੀਜ਼ ਦੀ ਨੈਟਵਰਕਿੰਗ ਕਰਾਂਗੇ ਅਸੀਂ। ਮਤਲਬ ਇਹ ਹੈ ਕਿ ਸਾਰੇ ਕਮਿਸ਼ਨ ਖਾਣ ਵਾਲੇ ਹੋ ਜਾਣ, ਸਾਰੇ ਝੂਠ ਬੋਲਣ ਵਾਲੇ ਹੋ ਜਾਣ, ਸਾਰੇ ਸੇਲਸਮੈਨ ਹੋ ਜਾਣ, ਤਾਂ ਪ੍ਰੋਡਕਸ਼ਨ ਕੌਣ ਕਰੇਗਾ। ਸੋ ਗੱਲ ਇੱਥੇ ਇਹੀ ਹੈ। 4 ਗੱਲਾਂ ਵੀ ਹੈਗੀਆਂ ਨਾ, ਜਿੱਦਾਂ ਤੁਹਾਡੀ ਐਗਰੀਕਲਚਰ ਜਿਹੜੀ ਹੈ ਨਾ, ਐਗਰੀਕਲਚਰ ਦੀ ਗਰੋਥ ਜੇ ਹੈਗੀ ਆ ਤਾਂ ਇਹਦੇ ਨਾਲ ਹੀ ਤੁਹਾਡਾ ਉਹਦੇ 'ਤੇ ਪ੍ਰਭਾਵ ਪਊਗਾ। ਜੇ ਤੁਹਾਡੇ ਕੋਲ ਇੰਡਸਟਰੀ ਹੈਗੀ ਆ ਤਾਂ ਤੁਹਾਡੀ ਗਰੋਥ 'ਤੇ ਇਹਦਾ ਪ੍ਰਭਾਵ ਪਊਗਾ। ਜਿਹਦੇ ਨਾਲ ਤੁਹਾਡੇ ਯੂਥ ਕੋਈ ਕੰਮ ਕਰ ਰਿਹਾ, ਉਹਨਾਂ ਕੋਲ ਕਾਟੇਜ ਇੰਡਸਟਰੀ ਆ, ਉਹਨਾਂ ਚਾਈਨਾ ਕਿਉਂ ਅੱਗੇ ਚਲੇ ਗਿਆ। ਉਹਨਾਂ ਕੋਲ ਦੇਖੋ ਇਲੈਕਟ੍ਰੋਨਿਕਸ ਦਾ ਕੰਮ ਘਰ ਹੋ ਰਿਹਾ। ਤੁਹਾਡੀ ਗੱਲ ਕਿਉਂ ਅੱਗੇ ਗਿਆ, ਇਸੇ ਕਰਕੇ ਗਿਆ। ਉਹਨਾਂ ਨੂੰ ਇਹਨਾਂ ਨੇ ਪੈਸਾ ਦਿੱਤਾ ਕਿ ਇੱਦਾਂ ਦੀ ਇੰਡਸਟਰੀ, ਕਾਟੇਜ ਇੰਡਸਟਰੀ ਲਾਓ। ਜੋ ਗੱਲ ਹੈ ਨਾ, ਕਿਉਂਕਿ ਐਗਰੀਕਲਚਰ ਹੀ ਸਭ ਦਾ ਆਧਾਰ ਬਣਦਾ। ਐਗਰੀਕਲਚਰ ਤੋਂ ਹੀ ਰॉ ਮਟੀਰੀਅਲ ਜਾਏਗਾ ਜਿਹੜਾ ਇੰਡਸਟਰੀ ਨੂੰ ਖੜਾ ਕਰੇਗਾ। ਸੋ ਇੰਡਸਟਰੀ ਦੇ ਵਾਸਤੇ ਤੁਹਾਡੀ ਸੋਚ ਕੀ ਹੈ, ਤੁਹਾਡਾ ਟਾਰਗੇਟ ਕੀ ਹੈ। ਹੁਣ ਜਿੱਥੇ ਗਵਰਨਮੈਂਟ ਹੀ ਸੇਲਸਮੈਨ ਬਣੀ ਹੋਈ ਹੈ ਕਿ ਸਵੇਰੇ ਉੱਠ ਕੇ ਇਹ ਸੋਚਣਾ ਕਿ ਅੱਜ ਕਿਹੜੀ ਇੰਡਸਟਰੀ, ਕਿਹੜੇ ਡਿਪਾਰਟਮੈਂਟ ਪ੍ਰਾਈਵੇਟਾਈਜ਼ ਕਰ ਦਿਓ, ਰੇਲਵੇ ਪ੍ਰਾਈਵੇਟਾਈਜ਼ ਕਰ ਦਿਓ, 에ਅਰਪੋਰਟ ਪ੍ਰਾਈਵੇਟਾਈਜ਼ ਕਰ ਦਿਓ। ਸਰਕਾਰ ਕਾਹਦੇ ਵਾਸਤੇ ਹੈਗੀ ਫਿਰ? ਆਰਮੀ ਵੀ ਪ੍ਰਾਈਵੇਟਾਈਜ਼, ਕਿਉਂਕਿ ਠੇਕੇ ਦੇ ਉੱਤੇ ਬੰਦੇ ਰੱਖਣੇ ਨੇ। ਇਹ ਆਰਮੀ ਦਾ ਹਾਲ ਹੋ ਗਿਆ। ਬਿਲਕੁਲ। ਹਰ ਚੀਜ਼ ਪ੍ਰਾਈਵੇਟਾਈਜ਼ ਕਰ ਦਿਓ, ਉਹ ਤਾਂ ਮਹਿਕਮਾ ਪੂਰਾ ਦੇਸ਼ ਹੀ ਪ੍ਰਾਈਵੇਟਾਈਜ਼ ਹੋ ਗਿਆ। ਤੇ ਫਿਰ ਦੱਸੋ ਗਵਰਨਮੈਂਟ ਕਾਹਦੇ ਵਾਸਤੇ ਚੁਣਨੀ ਹੈ? ਇਹ ਤਾਂ ਤੁਸੀਂ ਇੰਡੀਆ ਨੂੰ ਇੱਕ ਕੰਪਨੀ ਬਣਾ ਕੇ ਰੱਖ ਦਿੱਤਾ ਕਿ ਇੱਕ ਬੋਰਡ ਆਫ ਡਾਇਰੈਕਟਰਸ ਬੈਠਾ ਹੋਇਆ, ਇੰਡੀਆ ਇਜ਼ ਅ ਕੰਪਨੀ, ਤੇ ਅਸੀਂ ਸਾਰੇ ਸ਼ੇਅਰ ਹੋਲਡਰਸ ਬਣ ਜਾਈਏ ਉਹਦੇ ਵਿੱਚ ਆ ਕੇ। ਇਹੀ ਕੰਮ ਹੋ ਗਿਆ ਫਿਰ, ਤੇ ਹੋਰ ਕੋਈ ਕੰਮ ਹੀ ਨਾ ਰਹਿ ਗਿਆ। ਦੇਸ਼ ਵਾਲੀ ਫਿਲਾਸਫੀ ਤਾਂ ਨਹੀਂ ਰਹਿ ਗਈ ਨਾ। ਜਿਸ ਸੰਵਿਧਾਨ ਦੀ ਅਸੀਂ ਗੱਲ ਕਰਦੇ ਹਾਂ ਉਹ ਸੰਵਿਧਾਨ ਤੇ ਦੇਸ਼ ਨੂੰ ਦੇਸ਼ ਕਹਿੰਦਾ ਹੈ, ਦੇਸ਼ ਨੂੰ ਕੰਪਨੀ ਤਾਂ ਨਹੀਂ ਕਹਿੰਦਾ। ਇਹ ਮਤਲਬ ਕੀ ਰੂਪਰੇਖਾ ਤਿਆਰ ਹੋ ਰਹੀ ਹੈ, ਨੋਬਡੀ ਅੰਡਰਸਟੈਂਡਸ। ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਸ਼ਵ ਗੁਰੂ ਬਣਨਾ ਹੈ, ਤੁਸੀਂ ਕਹਿੰਦੇ ਹੋ ਕਿ $5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾਉਣੀ ਹੈ, ਔਰ ਉਸ ਦਿਸ਼ਾ ਦੇ ਅੰਦਰ, ਉਸ ਦਿਸ਼ਾ ਵੱਲ ਅਸੀਂ ਕਿੰਨਾ ਕੁ ਵੱਧਦੇ ਪਏ ਹਾਂ, ਇਹ ਰੋਜ਼ਮਰਰਾ ਦੀ ਜ਼ਿੰਦਗੀ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਗੱਲਾਂ। ਸਿਰਫ ਗੱਲਾਂ ਦਾ ਹਲਵਾ ਬਣਾ ਕੇ, ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਖਵਾਈ ਜਾਓਗੇ, ਉਹਨਾਂ ਨਾਲ ਢਿੱਡ ਤਾਂ ਨਹੀਂ ਭਰਨਾ, ਨਾ ਸਵਾਦ ਆਉਣਾ। ਗੱਲਾਂ ਦਾ ਕੜਾਹ ਤੇ ਗੱਲਾਂ ਦਾ ਹੀ ਕੜਾਹ ਹੁੰਦਾ ਹੈ। ਨਹੀਂ, ਇਸੇ ਕਰਕੇ ਯੂਥ ਪੰਜਾਬ ਦਾ ਨਹੀਂ, ਸਾਰੇ ਸੂਬਿਆਂ 'ਚੋਂ, ਪੂਰੇ ਹਿੰਦੁਸਤਾਨ 'ਚੋਂ ਬਾਹਰ ਚਲੇ ਗਿਆ। ਬਿਲਕੁਲ ਸਹੀ ਹੈ। ਡਾਕਟਰ ਚਲੇ ਗਏ, ਇੰਜੀਨੀਅਰ ਚਲੇ ਗਏ, ਕਿਉਂਕਿ ਉਹਨਾਂ ਨੂੰ ਪਤਾ, ਉਹਨਾਂ ਕੋਲ ਆਰਟ ਆ, ਕੰਮ ਦਾ ਪਤਾ ਉਹਨਾਂ ਨੂੰ। ਔਰ ਬਹੁਤਾ ਜਿਹੜੇ ਫਿਜ਼ੀਕਲ ਕੰਮ ਕਰਨ ਵਾਲੇ ਉਹ ਵੀ ਮੁੰਡੇ ਚਲੇ ਗਏ ਉੱਥੇ। ਔਰ ਜਦੋਂ ਆਰਮੀ ਖਤਮ ਕਰ ਦਿੱਤੀ, ਆਰਮੀ 'ਚ ਭਰਤੀ ਤਾਂ ਕੌਣ ਹੋਊਗਾ? 4 ਸਾਲ ਕਿਹਨੂੰ ਮਤਲਬ ਆਉਣ ਦਾ?
ਉਹ ਆਂਦੇ ਇੱਧਰੋਂ ਬਿਹਤਰ ਨਹੀਂ ਗਾ ਜੇ ਅਸੀਂ ਪੈਸਾ ਲਾ ਕੇ ਬਾਹਰ ਚਲ ਜਾਈਏ, ਬਾਹਰਲੇ ਦੇਸ਼ 'ਚ ਕੰਮ ਕਰੀਏ। ਅਰਬ ਕੰਟਰੀ 'ਚ ਵੀ ਜਾ ਰਹੇ ਬੱਚੇ, ਯੂਰਪੀਅਨ ਕੰਟਰੀ 'ਚ ਵੀ ਚਲੇ ਗਏ ਬੱਚੇ, ਹੈ ਨਾ, ਏਸ਼ੀਅਨ ਕੰਟਰੀਆਂ 'ਚ ਜਾ ਕੇ ਬਹਿ ਗਏ ਬੱਚੇ। ਇਸੇ ਕਰਕੇ ਬਹਿ ਗਏ ਕਿ ਇੱਥੇ ਹੁਣ ਸਾਰਾ ਕੁਝ ਜਿਹੜਾ ਜ਼ੀਰੋ ਹੋ ਗਿਆ, ਨਹੀਂ ਇੱਥੇ ਕੰਮ ਕਰਨਾ, ਔਰ ਇੱਥੇ ਸਾਡੀ ਦਾਲ ਵੀ ਇਹਨਾਂ ਨਾਲ ਨਹੀਂ ਗਲਣੀ। ਔਰ ਜੇ ਰਹੀ ਗੱਲ ਇੰਡਸਟਰੀ ਦੀ, ਇੰਡਸਟਰੀ 'ਚ GST ਤਾਂ ਲੱਗ ਗਿਆ, ਔਰ ਉਹਦੇ 'ਚ ਪ੍ਰੋਡਕਟ ਕਿਹੜੀਆਂ ਬਣਦੀਆਂ, ਸੂਈ ਤਾਂ ਇੱਥੇ ਬਣ ਨਹੀਂ ਰਹੀ ਪੂਰੀ, ਸਾਈਕਲ ਤੁਹਾਡੇ ਚਾਈਨਾ ਤੋਂ ਆ ਰਹੇ ਆ, ਬਾਕੀ ਚੀਜ਼ਾਂ ਸਾਰੀਆਂ ਤੁਹਾਡੀਆਂ ਇੱਥੇ ਉਹ ਵਰਤ ਰਹੇ ਆ, ਬਿਜਲੀ ਦਾ ਸਮਾਨ ਜਿਹੜਾ ਚਾਈਨਾ ਦਾ ਆ ਕੇ ਵਰਤਿਆ ਜਾਂਦਾ। ਔਰ ਤੁਸੀਂ ਗਰੋਥ ਕਿਸ ਗਰੋਥ ਨੂੰ ਮੰਨ ਰਹੇ ਜੇ, ਕਿੱਧਰ ਦੀ ਗਰੋਥ ਆਊਗੀ? ਔਰ ਜਦੋਂ ਤੁਸੀਂ ਚੀਜ਼ਾਂ ਉਹਦੀਆਂ ਖਰੀਦੋਗੇ ਤੁਹਾਡੀ ਇਕਨੋਮੀ ਬਾਹਰ ਜਾ ਰਹੀ ਹੈ, ਔਰ ਬਾਹਰ ਜੇ ਬੱਚੇ ਜਾ ਰਹੇ ਆ, ਪੜ੍ਹ ਰਹੇ ਆ, ਫੀਸਾਂ ਦੇ ਰਹੇ ਆ, ਸਾਰਾ ਪੈਸਾ ਬਾਹਰ ਜਾ ਰਿਹਾ, ਸਾਡਾ ਇਕਨੋਮੀ ਤੁਹਾਡੀ ਸਾਰੇ ਉਧਰ ਜਿਹੜੀ ਯੈਸ ਦੈਟ ਇਜ਼ ਦ ਟ੍ਰੈਜੇਡੀ। ਹਾਂ, ਉਹੀ ਕਰਕੇ ਗਰੋਥ ਤਾਂ ਡਾਊਨ ਹੋਣੀ ਹੈ, ਇਸੇ ਕਰਕੇ ਅੱਗੇ ਵਧਦੇ ਹਾਂ। ਹਾਂ, ਅੱਗੇ ਇਹ ਹੈ ਕਿ ਜੋ ਸਾਡਾ ਆਪਾਂ ਅੱਗੇ ਗੱਲਾਂ 'ਚ ਵਧਾਂਗੇ, ਇੱਧਰੋਂ GDP ਤੇ ਫਿਰ ਉੱਥੇ ਰਹਿਣੀ ਹੈ। GDP ਮਤਲਬ ਕਹਿੰਦੇ GDP ਵੱਧਦੀ ਪਈ ਹੈ। ਇੱਕ ਕਾਰਟੂਨ ਮੈਂ ਦੇਖਿਆ ਸੀ, GDP, G ਦਾ ਮਤਲਬ ਗੈਸ ਪ੍ਰਾਈਸ, D ਦਾ ਮਤਲਬ ਡੀਜ਼ਲ ਪ੍ਰਾਈਸ, P ਦਾ ਮਤਲਬ ਪੈਟਰੋਲ ਪ੍ਰਾਈਸ। ਤੇ GDP ਆਪੇ ਵੱਧਦੀ ਪਈ ਹੈ, ਗੈਸ ਦੀ ਕੀਮਤ, ਡੀਜ਼ਲ ਦੀ ਕੀਮਤ, ਪੈਟਰੋਲ ਦੀ ਕੀਮਤ ਵੱਧਦੀ ਪਈ ਹੈ। ਸੋ ਇਹ ਤਾਂ ਖੈਰ ਕਾਰਟੂਨ ਹੈ, ਮਜ਼ਾਕ ਹੈ। ਆਪਾਂ ਅੱਗੇ ਵਧੀਏ। ਲਖੀਮਪੁਰ ਖੀਰੀ ਕਿਸਾਨ ਅੰਦੋਲਨ ਵੇਲੇ ਇਹ ਹੋਇਆ ਹਾਦਸਾ। ਸੋ ਦਰੜ ਕੇ ਮਾਰ ਦਿੱਤੇ ਗਏ ਕਿਸਾਨ ਗੱਡੀ ਥੱਲੇ, ਨਾਲ ਪੱਤਰਕਾਰਾਂ ਦੀ ਵੀ ਡੈਥ ਹੋਈ, ਪਰ ਉਹ ਕੇਸ ਕਿਸੇ ਸਿਰੇ ਨਹੀਂ ਲੱਗਿਆ, ਕੋਈ ਇਹਦੇ 'ਚ ਇਨਸਾਫ ਨਹੀਂ ਹੋਇਆ, ਉਹ ਉੱਥੇ ਲਟਕਦਾ ਪਿਆ। ਟਕੈਤ ਸਾਹਿਬ ਨੇ ਵੀ ਪਿੱਛੇ ਜੇ ਬਿਆਨ ਦਿੱਤਾ ਸੀ ਇਸ ਬਾਰੇ। ਸੋ ਇਹਦਾ ਕੋਈ ਹੱਲ ਹਜੇ ਤੱਕ ਤਾਂ ਲੱਭਾ ਨਹੀਂ ਹੈਗਾ। ਆ ਦੇਖੋ, ਜਿਹੜਾ ਸਤੇ ਲੋਕਾਂ ਨੂੰ ਬੈਠਿਆਂ ਨੂੰ, ਕਿਸਾਨਾਂ ਨੂੰ ਉੱਥੇ ਗੱਡੀ ਲੰਘਾ ਕੇ ਆਸ਼ੀਸ਼ ਮਿਸ਼ਰਾ, ਜਿਹਦੇ ਫਾਦਰ ਵਿਜੇ ਮਿਸ਼ਰਾ ਕੈਬਨਿਟ ਮੰਤਰੀ ਸੀਗੇ, ਉਸ ਮੁੰਡੇ ਨੇ ਉਹ ਗੱਡੀ ਉੱਤੋਂ ਦੀ ਲੰਘਾ ਕੇ ਬੈਠਿਆਂ ਨੂੰ ਮਾਰ ਦਿੱਤਾ। ਫਿਰ ਕੁਝ ਪੱਤਰਕਾਰ ਵੀ ਨਾਲ ਜਿਹੜੇ ਵਿਚਾਰੇ ਆਏ ਸੀ ਉਹ ਵੀ ਮਾਰੇ ਗਏ। ਔਰ ਉਹ ਤੋਂ ਬਾਅਦ ਇੰਨਾ ਬਲੱਡ ਸ਼ੈਡ ਹੋਇਆ ਉੱਥੇ, ਇੰਨਾ ਤਬਾਹਕੁਨ ਜਿਹੜਾ ਨੁਕਸਾਨ ਹੋਇਆ। ਔਰ ਨੁਕਸਾਨ ਨੂੰ ਪੂਰਾ ਕਰਨ ਲਈ ਅਜੇ ਸਾਲ ਤੋਂ ਉੱਪਰ ਹੋ ਗਿਆ, ਕੁਝ ਨਹੀਂ ਪਤਾ ਲੱਗਾ ਕਿਹੜੀਆਂ ਤਰੀਕਾਂ ਪੈ ਰਹੀਆਂ, ਔਰ ਇਹ ਮਾਮਲਾ ਕਿੱਥੇ ਪਹੁੰਚਿਆ, ਕੌਣ ਗਵਾਹ ਨੇ ਇਹਦੇ। ਔਰ ਉਸ ਇਲਾਕੇ 'ਚ ਜਦੋਂ ਵੀ ਇਹ ਕਿਸਾਨ ਗਏ ਉੱਥੇ ਫਿਰ ਹਫੜਾ ਦਫੜੀ ਪਈ ਆ, ਕਈ ਕਿਸਾਨ ਵਿਚਾਰੇ ਬਿਮਾਰ ਰਹੇ ਉੱਥੇ ਉਹਨਾਂ ਨੇ ਮੁਜ਼ਾਹਰਾਦਾਰੀ ਕੀਤੀ, ਪਰ ਉਹ ਤੋਂ ਬਾਅਦ ਸਰਕਾਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਦੁਖਦਾਈ ਘਟਨਾ ਉਹਨੂੰ ਕਿਵੇਂ ਪੂਰਾ ਕੀਤਾ ਜਾਵੇ। ਨਾ ਤਾਂ ਉਹਨਾਂ ਦੇ ਬੱਚਿਆਂ ਨੂੰ ਕਿਤੇ ਨੂੰ ਨੌਕਰੀ ਦਿੱਤੀ ਹੈ, ਨਾ ਕਿਸੇ ਦਾ ਕੋਈ ਮੁਆਵਜ਼ਾ ਦਿੱਤਾ ਉਹ ਜਿਹੜੇ ਮਾਰੇ ਗਏ, ਔਰ ਉਹਦੇ ਲਈ ਕੇਸ ਜਿਹੜਾ ਉਹ ਆਪ ਲੜ ਰਹੇ ਵਿਚਾਰੇ। ਕੋਈ ਉਹਦੇ 'ਚੋਂ ਕੋਈ ਇਹ ਨਹੀਂ ਬਣਾਇਆ ਗਿਆ ਕਿ ਕੋਈ ਬਣ ਜੇ NGO ਆ ਜਾਣ ਜਾਂ ਕੋਈ ਸਰਕਾਰ ਉਹਨਾਂ ਨੂੰ ਪੈਸਾ ਦੇ ਰਹੀ ਹੈ। ਔਰ ਉਹ ਜਿਹੜੇ ਅੱਗੇ ਤਬਾਹ ਹੋਏ ਆ ਲੋਕ, ਹੁਣ ਉਹਨਾਂ ਦੇ ਪੈਸੇ ਨਾਲ ਹੋਰ ਇਕਨੋਮਿਕਲੀ ਹੋਰ ਡਾਊਨ ਹੋ ਰਹੇ ਆ। ਔਰ ਇੱਧਰ ਕੌਣ ਹੈਗੇ ਆ, ਉਹਨਾਂ ਨੇ ਕਿਹਾ ਕਿ ਇਹਨਾਂ ਦਾ ਰਿਜ਼ਾਈਨ ਕਰਕੇ ਬਾਹਰ ਕੱਢ ਦਿੱਤੇ ਜਾਣਗੇ ਕੈਬਨਿਟ ਤੋਂ, ਔਰ ਉਹਦੇ ਮੁੰਡੇ ਨੂੰ ਅੰਦਰ ਕੀਤਾ ਜਾਊਗਾ, ਉਹਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਜਾਂ ਕਿ ਤਾਂ ਆਉਣ ਵਾਲੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਬੈਠੇ ਕਿਸਾਨਾਂ ਨੂੰ ਕਿੱਦਾਂ ਮਾਰਿਆ ਜਾਂਦਾ। ਉਹ ਕਿਸੇ ਤੱਕ ਉਹ ਸਿੱਟੇ 'ਤੇ ਨਹੀਂ ਗੱਲ ਪਹੁੰਚੀ। ਇਹ ਅਜੇ ਤੱਕ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਰਿਹਾ, ਅਤੇ ਜਿਹੜੀਆਂ ਸਾਡੀਆਂ ਨਿਆਇਕ ਪਾਲਕਾਂ ਨੇ ਜਾਂ ਜੁਡੀਸ਼ਰੀ ਹੈ ਸਾਡੀ, ਅਜੇ ਤੱਕ ਉਹਨਾਂ ਕੋਲ ਕੋਈ ਕਨਕਲੂਜ਼ਨ ਨਹੀਂ ਨਿਕਲਿਆ, ਕੋਈ ਸਿੱਟਾ ਨਹੀਂ ਨਿਕਲਿਆ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ, ਕਿਹੜੀ ਧਾਰਾ ਲਾਈ ਜਾਵੇ, ਕੀ ਕੁਛ ਹੈਗਾ। ਬੇਸਿਕਲੀ ਜਦੋਂ ਕਿਸੇ ਪਿੱਛੇ ਪਾਵਰ ਆ, ਜਦੋਂ ਕਿਸੇ ਦਾ ਕਿੱਲਾ ਕਾਇਮ ਆ, ਜਦੋਂ ਉਹਨਾਂ ਨੂੰ ਅੱਗੇ ਕੋਈ ਬੋਲ ਨਹੀਂ ਸਕਦਾ, ਉਹ ਫਿਰ ਤੁਹਾਡੀ ਜੁਡੀਸ਼ਰੀ, ਤੁਹਾਡਾ ਆਲਾ ਦੁਆਲਾ ਵੀ ਉਸੇ ਗ੍ਰਿਪ 'ਚ ਆ ਜਾਂਦਾ। ਫਿਰ ਤੁਸੀਂ ਕੀ ਕਰੋਗੇ, ਉਹਨਾਂ ਦੀ ਸਟੇਟਮੈਂਟਾਂ ਲਾਓਗੇ, ਬਿਆਨਬਾਜ਼ੀ ਲੈ ਲਓਗੇ, ਤੁਸੀਂ ਉਹ ਕਹੋਗੇ ਜੀ ਫਾਈਲ ਬਣ ਰਹੀ ਆ, ਚਾਰਜ ਸ਼ੀਟ ਸ਼ੁਰੂ ਹੋ ਗਈ ਆ ਜੀ, ਉਹਦੇ ਵਿੱਚ ਇੰਨੇ ਪੇਜ ਬਣ ਗਏ ਆ ਜੀ, ਉਹਦੇ ਬਾਅਦ ਆਹ ਧਾਰਾ ਲੱਗ ਗਈਆਂ। ਇਹ ਲੱਗਦਿਆਂ ਸਾਲ ਤੋਂ ਹੋ ਗਿਆ, ਸਾਲ ਤੋਂ ਬਾਅਦ 2 ਸਾਲ ਹੋ ਜਾਣੇ ਆ, ਪਾ ਲਾ ਕੇ ਇਹ ਬੰਦੇ ਬਾਹਰ ਰਹਿਣੇ ਆ। ਉਹ ਤੋਂ ਬਾਅਦ ਜਿਨ੍ਹਾਂ ਦੇ ਬੰਦੇ ਮਰ ਗਏ ਆ ਉਹ ਵਾਪਸ ਨਹੀਂ ਆਉਣੇ। ਇਹ ਸਾਡੇ ਦੇਸ਼ ਦੀ ਕਾਨੂੰਨ ਵਿਵਸਥਾ, ਇਹ ਸਾਡੇ ਦੇਸ਼ ਦਾ ਸਾਰਾ ਅਰਥਚਾਰਾ ਵਾ, ਇਹੀ ਸਾਰਾ। ਦੇਖੋ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਕੀ ਹੋਇਆ, ਬਿਲਕੁਲ 11 ਬੰਦੇ ਬਾਹਰ ਆ ਗਏ ਨੇ, ਔਰ ਬਿਲਕਿਸ ਬਾਨੋ ਹੁਣ ਫਿਰ ਤੋਂ ਕੋਰਟ ਵਿੱਚ ਨੇ। ਕੀ ਹੋ ਰਿਹਾ, 11 ਬੰਦੇ ਆ ਕੇ ਵਾਪਸ, ਦੇਖੋ ਕੀ ਹੋ ਰਿਹਾ। ਉਹਨਾਂ ਨੂੰ ਦੇਖੋ, ਜਦੋਂ ਉਹਨਾਂ 'ਤੇ ਧਾਰਾ ਲੱਗੀਆਂ, ਉਹਨਾਂ ਨੂੰ ਕੇਸ ਹੋ ਗਿਆ, ਉਹਨਾਂ ਨੂੰ ਸਾਰਾ ਕੁਝ ਉੱਥੇ ਦਾ ਉੱਥੇ ਕਰਨ ਤੋਂ ਬਾਅਦ ਉਹ 11 ਦੇ 11 ਬੰਦੇ ਆ ਗਏ, ਵੈਲਕਮ ਹੋ ਗਿਆ, ਲੋਕਾਂ ਨੂੰ ਆਤਿਸ਼ਬਾਜ਼ੀ ਚੱਲੀ, ਸਾਰਾ ਕੁਝ ਹੈਗਾ। ਪਰ ਇੱਧਰ ਦੇਖੋ ਪੰਜਾਬ 'ਚ ਰੋਸ ਮਾਰਚ ਚੱਲ ਰਹੀ ਹੈ ਵੀ ਇਹਨਾਂ ਨੇ ਕਿਹਾ ਕਿ ਉਹ ਜਿਹੜੇ ਅੰਦਰ ਸਜ਼ਾ ਭੁਗਤ ਰਹੇ ਨੇ, ਜਿਸ 'ਚ ਬਲਵੰਤ ਰਾਜੋਆਣਾ ਨੇ ਅਤੇ ਹੋਰ ਬੈਠੇ ਨੇ ਉਹ 'ਚ, ਔਰ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਗਈ। ਉਹ 'ਚ SGPC ਨੇ ਉਹਨਾਂ ਦੇ ਹਮਾਇਤ ਕੀਤੀ ਹੈ ਕਿ ਇਹਨਾਂ ਨੂੰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ, ਪ੍ਰਧਾਨ ਮੰਤਰੀ ਤੱਕ ਵੀ ਗੱਲ ਗਈ, ਹੋਮ ਮਿਨਿਸਟਰ ਤੱਕ ਵੀ ਗੱਲ ਗਈ ਆ, ਲੈਟਰ ਵੀ ਗਏ ਉਹਨਾਂ ਕੋਲ। ਉਹਨਾਂ ਨੇ ਕਿਹਾ ਵੀ ਇਹਨਾਂ ਦੀ ਸਜ਼ਾ ਪੂਰੀ ਹੋ ਗਈ, ਇਹਨਾਂ ਨੂੰ ਵਾਪਸ ਭੇਜ ਦਿਓ, ਇਹਨਾਂ ਦੇ ਬੱਚੇ ਉਡੀਕ ਰਹੇ, ਇਹਨਾਂ ਦਾ ਪਰਿਵਾਰ ਆ, ਇਹਨਾਂ ਦਾ ਘਰ-ਬਾਰ ਆ, ਇਹਨਾਂ ਨੂੰ ਵਾਪਸ ਭੇਜ ਦਿਓ। ਉਹਨਾਂ 'ਚੋਂ ਇੱਕ ਬੰਦਾ ਨਹੀਂ ਅਜੇ ਤੱਕ ਆਇਆ, ਉਹ 11 ਬੰਦੇ ਆਰਾਮ ਨਾਲ ਆ ਗਏ। ਇਹ ਦੇਸ਼ ਇੱਕੋ ਹੀ ਲੱਗਦਾ ਕਿ ਇਸ ਦੇਸ਼ ਵਿੱਚ ਕਾਨੂੰਨ ਵਿਵਸਥਾ ਇੱਕੋ ਜਿਹੀ ਹੈਗੀ ਹੈ ਕਿ ਗੁਜਰਾਤ 'ਚ ਕਾਨੂੰਨ ਹੋ ਰਿਹਾ ਅਤੇ ਪੰਜਾਬ 'ਚ ਹੋ ਰਿਹਾ, ਇਹ ਵੀ ਪਤਾ ਨਹੀਂ ਲੱਗ ਰਿਹਾ।
ਕਿ ਦਿੱਲੀ 'ਚ ਬੈਠੀ ਸੁਪਰੀਮ ਕੋਰਟ ਆ, ਜਿਹੜੀ ਆਨਰੇਬਲ ਸੁਪਰੀਮ ਕੋਰਟ ਆ, ਉਹਦੇ ਹੁਣ ਪੰਜਾਬ ਦੇ ਵਿੱਚ ਦੂਜਾ ਕਾਨੂੰਨ ਲਾਗੂ ਹੋਊਗਾ ਤੇ ਗੁਜਰਾਤ 'ਚ ਹੋਰ ਹੋਊਗਾ। ਇਹ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਜੋ ਕੁਛ ਹੈ। ਗੱਲ ਇਹ ਹੈ ਕਿ ਅਸੀਂ ਜੇ ਆਪਾਂ ਪੂਰਾ ਘੋਖ ਕੇ ਦੇਖੀਏ ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਜਿਹੜੇ ਵਿਧਾਇਕ ਨੇ, ਜਿਹੜੇ ਨੇਤਾ ਨੇ, ਪੋਲੀਟੀਕਲ ਲੀਡਰਸ ਨੇ, ਵਿਸ਼ੇਸ਼ ਤੌਰ ਤੇ ਉਹਨਾਂ ਵੱਲ ਧਿਆਨ ਦੇ ਕੇ ਦੇਖੋ ਜਿਨ੍ਹਾਂ ਦੇ ਉੱਤੇ ਕੇਸ ਪੈਂਡਿੰਗ ਨੇ, ਕ੍ਰਿਮੀਨਲ ਕੇਸ ਚੱਲਦੇ ਪਏ ਨੇ, ਹਿਸਟਰੀ ਸ਼ੀਟਰਸ ਨੇ, ਚਾਰਜ ਸ਼ੀਟ ਹੋ ਚੁੱਕੇ ਨੇ, ਜਿਨ੍ਹਾਂ ਦੇ ਉੱਤੇ ਕਈ ਵਾਰ ਦੇਖੋ 10-10 ਕੇਸ ਚੱਲਦੇ ਪਏ ਨੇ, ਕ੍ਰਿਮੀਨਲ ਬੈਕਗ੍ਰਾਉਂਡ ਤੋਂ ਨੇ। ਹੁਣ ਉਹਨਾਂ ਲੋਕਾਂ ਦਾ ਕੀ ਵਿਜ਼ਨ ਹੋਏਗਾ, ਕੀ ਉਹਨਾਂ ਲੋਕਾਂ ਦਾ ਮਾਈਂਡ ਸੈਟ ਹੋਏਗਾ, ਕੀ ਉਹਨਾਂ ਲੋਕਾਂ ਦੀ ਸੋਚ ਹੋਏਗੀ, ਉਹਨਾਂ ਨੇ ਕੀ ਕਰਨਾ ਹੈ ਲੋਕਾਂ ਦਾ ਭਲਾ। ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਨੇ, ਕ੍ਰਿਮੀਨਲ ਸੋਚ ਦੇ ਲੋਕ ਨੇ, ਜਿਨ੍ਹਾਂ ਦੇ ਉੱਤੇ ਕੇਸ ਚੱਲਦੇ ਪਏ ਨੇ, FIR ਦਰਜ ਹੋਈਆਂ ਹੋਈਆਂ। ਕਈ ਸਿਆਣੇ ਲੋਕ ਆਉਂਦੇ ਆ ਕਿ ਜਿਹੜਾ ਸੂਝਵਾਨ, ਬੁੱਧੀਵਾਨ, ਜਿਹੜਾ ਕੋਈ ਬੰਦਾ ਇੰਟੈਲੈਕਚੁਅਲ ਆ, ਉਹ ਸਿਆਸਤ 'ਚ ਵੈਸੇ ਨਹੀਂ ਜਾਂਦਾ। ਉਹ ਫਿਰ ਦੂਜਾ ਬੰਦਾ ਉਹਨੂੰ ਕਹਿੰਦਾ ਕੌਣ ਜਾਂਦਾ, ਆਂਦਾ ਉਹਦੇ ਵਿੱਚ ਸਾਰੇ ਜਿਹੜੇ ਕ੍ਰਿਮੀਨਲ ਲੋਕ, ਜਿਹੜੇ ਲੋਕ ਜਿਨ੍ਹਾਂ ਦੇ ਪਿੱਛੇ 40-40, 50-50 ਕੇਸ ਆ, ਜਿਨ੍ਹਾਂ ਨੇ ਕਤਲ ਕੀਤੇ, ਜਿਹੜੇ ਉਹ ਬੰਦੇ ਉਸ ਕੰਮ ਦੇ ਕਾਬਲ ਹੁੰਦੇ ਆ। ਜਿਹੜਾ ਸ਼ਰੀਫ ਆਦਮੀ ਆ, ਉਹ ਵਿਚਾਰਾ ਆਪਣਾ ATM ਤੱਕ ਪੈਸੇ ਕਢਾਉਣ ਨਹੀਂ ਜਾਂਦਾ, ਤੇ ਦੂਜੇ ਬੰਦੇ ਜਿਹੜੇ ਆ ਉਹ ਆਉਂਦੇ ਨੇ ਲੋਕ, ਉਹਨਾਂ ਕੋਲ ਦੇਸ਼ ਦੀ ਵਾਗਡੋਰ ਹੋਊਗੀ, ਉਹਨਾਂ ਲੋਕਾਂ ਨੇ MLA ਬਣਨਗੇ, ਉਹੀ ਬਣਨਗੇ ਜਿਹੜੇ ਅੱਗੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਆ। ਉਹ ਇਹ ਲੋਕ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ। ਬਿਲਕੁਲ। ਫਿਰ ਵੀ ਅਸੀਂ ਇੱਕ ਐਕਸੈਪਸ਼ਨ ਲੈਂਦੇ ਆ ਕਿ ਕਿਹਾ ਜਾਂਦਾ ਕਿ ਐਵਰੀ ਸੇਂਟ ਹੈਜ਼ ਏ ਹਿਸਟਰੀ ਐਂਡ ਐਵਰੀ ਕ੍ਰਿਮੀਨਲ ਹੈਜ਼ ਏ ਫਿਊਚਰ। ਬਿਲਕੁਲ ਸਹੀ ਗੱਲ। ਇਹ ਗੱਲ ਹੈ ਕਿ ਬੰਦਾ ਟਰਾਂਸਫਾਰਮ ਹੁੰਦਾ, ਬੰਦੇ 'ਚ ਬਦਲਾਵ ਆ ਸਕਦਾ, ਐਕਸੈਪਸ਼ਨਲ ਕੇਸ ਹੈਗੇ ਨੇ। ਫਿਰ ਵੀ ਅਸੀਂ ਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਗੱਲ ਕਹਿ ਸਕਦੇ ਹਾਂ ਕਿ ਬਈ ਵਿਜ਼ਨ ਉਹ ਰੱਖਣਾ ਚਾਹੀਦਾ ਜਿਹਦੇ ਵਿੱਚ ਸਟੇਟ ਦਾ ਵੈਲਫੇਅਰ ਹੋਵੇ, ਲੋਕਾਂ ਦਾ ਵੈਲਫੇਅਰ ਹੋਵੇ, ਦੇਸ਼ ਦਾ ਵੈਲਫੇਅਰ ਹੋਵੇ, ਸਭ ਦਾ ਭਲਾ ਹੋਵੇ, ਸਰਬੱਤ ਦਾ ਭਲਾ ਹੋਵੇ। ਸੋ ਸਰਬੱਤ ਦੇ ਭਲੇ ਦੇ ਉੱਤੇ ਹੁਣ ਆਪਾਂ ਚੱਲਣ ਦੀ ਤਿਆਰੀ ਕਰੀਏ ਔਰ ਦੁਸ਼ਹਿਰੇ ਦੇ ਦਿਨ ਇੱਕ ਵਾਰੀ ਫਿਰ ਤੋਂ ਸਭ ਨੂੰ ਵਧਾਈ ਦਈਏ ਕਿ ਸਰਬੱਤ ਦਾ ਭਲਾ ਹੋਵੇ। ਬੜਾ ਅੱਜ ਦਿਨ ਜਿਹੜਾ ਸ਼ੁਭ ਦਿਨ ਆ, ਔਰ ਇਸ ਦਿਨ ਵਿੱਚ ਸਾਰੇ ਲੋਕਾਂ ਨੇ ਸਾਰੇ ਭਾਰਤ ਵਰਸ਼ ਵਿੱਚ ਬੜੀ ਖੁਸ਼ੀ ਖੁਸ਼ਹਾਲੀ ਨਾਲ ਇਹ ਤਿਉਹਾਰ ਮਨਾ ਰਹੇ ਆ, ਔਰ ਸਦੀਆਂ ਪੁਰਾਣਾ ਤਿਉਹਾਰ ਹੈ। ਔਰ ਇਹਦੇ ਵਿੱਚ ਇੱਕ ਇਸ ਤਰ੍ਹਾਂ ਦੇ ਰਾਵਣ ਦਾ ਜਿਹੜਾ ਉਹ ਪੁਤਲਾ ਜਾਂ ਬਣਾ ਕੇ ਉਹਨੂੰ ਫੂਕਦੇ ਆ, ਔਰ ਇਸ ਕਰਕੇ ਫੂਕਦੇ ਆ ਕਿ ਸੱਚ ਦੀ ਜੈ ਜੈਕਾਰ ਹੁੰਦੀ ਆ, ਝੂਠ ਦਾ ਜਿਹੜਾ ਸਾਰਾ ਜਿਹੜਾ ਫਸਤਾ ਵੱਢਿਆ ਜਾਂਦਾ। ਔਰ ਇਹ ਇੱਕ ਬੜਾ ਵੱਡਾ ਸੰਕੇਤ ਆ ਕਿ ਜਿਹਦੇ ਵਿੱਚ ਇਸ ਸੰਕੇਤ ਵਿੱਚ ਦੱਸਿਆ ਕਿ ਅਸੀਂ ਸਾਰਿਆਂ ਨੇ ਚਾਨਣ ਵੱਲ ਵਧਣਾ, ਉਜਾਲੇ ਵੱਲ ਜਾਣਾ ਹੈਗਾ, ਔਰ ਝੂਠ ਤੋਂ ਛੁਟਕਾਰਾ ਪਾਉਣਾ ਹੈਗਾ। ਔਰ ਉਦੋਂ ਦਾ ਇੱਕ ਸੰਕੇਤ ਹੈ ਰਾਮ ਰਾਜ ਵਿੱਚ ਅਸੀਂ ਸਾਰਿਆਂ ਨੇ ਆਪਣੇ ਲੋਕਾਂ ਦਾ ਭਲਾ ਮੰਗਣਾ ਔਰ ਸਾਰਿਆਂ ਦੇ ਪਰਿਵਾਰਾਂ ਦੀ ਖੈਰ ਮੰਗਣੀ ਹੈ। ਇਹ ਉਹ ਦਿਨ ਬਿਲਕੁਲ ਉਹ ਦਿਨ ਹੈ। ਤੇ ਹੁਣ ਜਾਂਦੇ ਜਾਂਦੇ ਤੁਹਾਨੂੰ ਚੇਤਾ ਕਰਾ ਦਵਾਂ, ਜਲੇਬੀਆਂ ਤੁਹਾਡੇ ਵੱਲ ਪੈਂਡਿੰਗ ਨੇ ਤੇ ਆਪਾਂ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੀਏ ਤੇ ਚਾਲੇ ਪਾਈਏ। ਸਤਿ ਸ੍ਰੀ ਅਕਾਲ ਜੀ।